KRP 1550 AM ਤੇ ਹਰਜੀਤ ਸਿੰਘ ਗਿੱਲ 12:15 ਹੋਏ ਨੇ। ਸੋਮਵਾਰ ਦਾ ਦਿਨ ਹੈ 25 ਜਨਵਰੀ ਹੈ ਵਰਾ 2021 ਦਾ 12 ਮਾਘ ਨਾਨਕ ਸ਼ਸਤਰ 552 ਨਿੱਘਾ ਹਾਰਦਿਕ ਸਵਾਗਤ ਹੈ। KRP radio.com ਤੇ ਸਿੱਧਾ ਪ੍ਰਸਾਰਣ ਚੱਲਦਾ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਦੋਨੇ ਘੰਟਿਆਂ ਦੇ ਵਿੱਚ ਖਾਸ ਮਹਿਮਾਨ ਮੇਰੇ ਨਾਲ ਸ਼ਾਮਲ ਹੋਣਗੇ। ਸਾਡੇ ਸਿੱਖ ਨੌਜਵਾਨ ਸਰਦਾਰ ਅਨਮੋਲ ਸਿੰਘ ਤੇ GB ਸਿੰਘ ਉਹ ਨੇ ਕਰਨਲ ਸਾਹਿਬ ਜਿਨ੍ਹਾਂ ਨੇ ਗਾਂਧੀ ਕ੍ਰਾਸ ਐਗਜ਼ਾਮੀਨੇਸ਼ਨ ਉਹਨਾਂ ਨੇ ਜਿਹੜੀ ਕਿਤਾਬ ਲਿਖੀ ਸੀ। ਇਹਨਾਂ ਦੋਨਾਂ ਨੇ ਰਲ ਕੇ ਇੱਕ ਹੋਰ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ ਦਾ ਕੰਸਟੀਟਿਊਸ਼ਨ ਆਫ ਇੰਡੀਆ ਸਿੰਪਲੀਫਾਈਡ। ਆਪਾਂ ਵੱਡੇ ਹੋ ਗਏ ਕਿਉਂਕਿ ਵਕੀਲ ਨਹੀਂ ਹੈ, ਆਪਾਂ ਨੂੰ ਪਤਾ ਨਹੀਂ ਕਿ ਭਾਰਤ ਦਾ ਸੰਵਿਧਾਨ ਕੀ ਹੈ, ਸੰਵਿਧਾਨ ਦੇ ਵਿੱਚ ਉਹਦੇ ਚ ਕੀ ਹੈ, ਲੋਕਾਂ ਦੇ ਹੱਕ ਕੀ ਨੇ, ਲੋਕਾਂ ਦੇ ਲਈ ਕੀ ਆ ਸੰਵਿਧਾਨ 'ਚ ਇਹ ਗੱਲਬਾਤ ਹੋਏਗੀ। ਨਾਲ ਹੀ ਇਸ ਤੇ ਅੱਜ ਦੇ ਜਿਹੜਾ ਉੱਥੇ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਜਿਹੜੀਆਂ ਸਟੇਟ ਜਾਂ ਕਿਸੇ ਸਟੇਟ ਕੋਲ ਕੀ ਹੱਕ ਹੈ, ਗਵਰਨਰ ਕੀ ਕਰਦਾ ਹੈ ਤੇ ਸਾਡਾ ਢਾਂਚਾ ਉੱਥੇ ਦਾ ਕੀ ਹੈ, ਕਿ ਯੂਨੀਅਨ ਦਾ ਸਿਸਟਮ ਹੈ ਉੱਥੇ ਜਾਂ ਉੱਥੇ ਫੈਡਰਲ ਕੀ ਉੱਥੇ ਸੰਘੀ ਢਾਂਚਾ ਜਾਂ ਸੈਂਟਰ ਦਾ ਸਿਸਟਮ ਹੈ। ਉਸ ਢਾਂਚੇ ਦੀ ਵੀ ਪੂਰੀ ਗੱਲਬਾਤ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ 1:20 ਤੱਕ ਇਸ ਨੂੰ ਮੁਕਾ ਕੇ ਤੇ 25-30 ਮਿੰਟ ਤੁਹਾਡੀਆਂ ਕਾਲਸ ਲੈ ਸਕਾਂ। ਕਾਲਸ ਫਿਰ ਤੁਸੀਂ ਗੱਲਬਾਤ ਕਰਿਓ, ਦੱਸਿਓ ਕਿ ਕੀ ਤੁਸੀਂ ਅਨਮੋਲ ਸਿੰਘ ਉਹਨਾਂ ਤੋਂ ਪੁੱਛਣਾ ਚਾਹੁੰਦੇ ਹੋ। ਸੋ ਅੱਜ ਇੱਕ ਕੋਸ਼ਿਸ਼ ਹੈ ਕਿ ਸਾਨੂੰ ਐਟਲੀਸਟ ਮੋਟੀਆਂ ਕਿਤਾਬਾਂ ਅਸੀਂ ਪੜ੍ਹਦੇ ਨਹੀਂ, ਸਾਨੂੰ ਪਤਾ ਹੋਵੇ ਸਾਡੇ ਹੱਕ ਹਕੂਕ ਕੀ ਨੇ, ਸਾਨੂੰ ਕਿੱਥੋਂ ਰੋਕਿਆ ਜਾ ਸਕਦਾ, ਕਿੱਥੋਂ ਸਾਡੇ ਨਾਲ ਜਿਹੜੀ ਹੈ ਸਰਕਾਰ ਕਿਹੜੀ ਜਗ੍ਹਾ ਤੇ ਆ ਕੇ ਸਾਡੇ ਨਾਲ ਖੜ ਸਕਦੀ ਜਾਂ ਨਹੀਂ ਖੜ ਸਕਦੀ। KRP.com ਉਸ ਤੋਂ ਬਾਅਦ ਲੋਕ ਸਭਾ ਵਿੱਚ ਸਾਰਾ ਸ਼ੋਅ ਪਾਇਆ ਹੋਏਗਾ। 600-12-14 ਤੇ ਟੈਕਸ ਲਈ ਤੁਹਾਨੂੰ ਨੰਬਰ ਹੈ 6047291224। ਨੰਗ ਕੰਗਲਾ ਹਰੀਜਨ ਹੋ ਭਵੇਂ ਸਰਦਾਰ ਘਰੇ ਹੋ ਰਹਿਸੀ, ਪਤਾ ਲੱਗਦਾ ਉਜੜ ਕੇ ਨਹੀਂ ਚੀਜ਼ ਪਿਆਰੀ ਦੇਸ਼ ਕੇ ਜੈਸੀ। ਬੰਨ ਟੁੱਟ ਗਿਆ ਸਬਰ ਦਾ ਜੀ, ਗਮਾਂ ਦੀਆਂ ਨਹਿਰ ਚੜ੍ਹਦੀਆਂ ਕਾਂਗਾਂ, ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਆਂਦਾ। ਧੰਨਵਾਦ ਜੀ ਸਾਰਿਆਂ ਦਾ। ਸੌਰੀ ਥੋੜੀ ਜਿਹੀ ਇੰਟਰਪਸ਼ਨ ਸੀ, ਮੈਂ ਗੱਲ ਵਿੱਚੇ ਆਪਣੀ ਰਹਿ ਗਈ, ਗੀਤ ਸੁਣਾਉਂਦਾ ਸੀ ਤੇ ਨਾਲ ਹੀ ਬਾਬੂ ਰਜਵਾਲੀ ਦੀ ਕਵੀਸ਼ਰੀ ਪੜ੍ਹ ਰਿਹਾ ਸੀ। ਮੈਂ ਤੁਹਾਨੂੰ ਉਹ ਕਵੀਸ਼ਰੀ ਮੈਂ ਤੁਹਾਨੂੰ ਪੂਰੀ ਸੁਣਾ ਦਿਆਂ। ਬਾਬੂ ਰਜਵਾਲੀ ਕਹਿੰਦੇ ਨੇ ਵਤਨ ਦੀਆਂ ਤਾਂਘਾਂ ਦੇ ਵਿੱਚ ਉਹ ਪੰਜਾਬ ਨੂੰ ਯਾਦ ਕਰਦੇ ਜਦ ਪੰਜਾਬ ਤੋਂ ਉਹ ਵਿਛੜ ਜਾਂਦੇ ਆ, ਲਹਿੰਦੇ ਪੰਜਾਬ ਚਲੇ ਜਾਂਦੇ। ਕਹਿੰਦੇ ਪਾਉਂਦੇ ਘੁੰਮਰਾਂ ਲਹਿੰਗੇ ਸੀ, ਕੁੜਤੀਆਂ ਮੜੀਆਂ ਨਾਲ ਕਤੂਨਾ, ਬਹਿ ਕੇ ਸੱਤ ਚ ਵੇਖਦੇ ਸੀ ਜਾਣੀ ਪਾਣੀ ਜਾਣ ਭਰਨ ਭਾਬੀਆਂ ਮੂਨਾ। ਵੇਲਾ ਚੇਤੇ ਆ ਜੇ ਜੀ ਸੁੱਤਾ ਪਿਆ ਉੱਠ ਪਾ ਮਾਰ ਕੇ ਚਾਂਗਾ, ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ। ਪਿੱਛੇ ਪਲੰਗ ਨਵਾਰੀ ਜੀ ਫੁੱਲਾਂ ਦੀ ਮਹਿਕ ਬਾਗ ਵਿੱਚ ਪਹਿਲਾਂ, ਬਾਕੀ ਮਿਰਜ਼ੇ ਖਾਨ ਦੀ ਜੀ ਪਾਮ ਦੀ ਜਾਂਦੀ ਨਹਿਰ ਤੇ ਪਹਿਲਾਂ, ਨਾਲ ਰਲਜੇ ਪਾਉਣ ਦੇ ਜੀ ਸ਼ੀਸ਼ਮੋ ਤੋੜ ਸ਼ਮਕ ਨੂੰ ਛਾਂਗਾ, ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ। ਜਲ ਚਾਂਦੀ ਵਰਗਾ ਜੀ ਪਟੜੀ ਉੱਤਰ ਬਰਮ ਪਰ ਬਹਿਣਾ, ਰਾਮਪੁਰੇ ਦੌਦਰੋਂ ਜੀ ਕਹਿਰੇ ਜਗਰਾਮੀ ਮੋੜ ਤੇ ਸਹਿਣਾ, ਗਏ ਮਹਾਵਧਰੋਂ ਜੀ ਸੂਏ ਦੀ ਬੰਨਣੀ ਟੋਟ ਅੜਾਂਗਾ, ਮੈਨੂੰ ਉੱਠਦੇ ਬੈਠਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ। ਠੇਕੇਦਾਰ ਅਨੇਕਾਂ ਨੇ ਮੇਰੇ ਪਾਸ ਕਰਕੇ ਕਾਮ ਸੁਖ ਭੋਗੇ, ਜੱਟ ਦਿਲੋਂ ਭੁਲਾਉਂਦੇ ਨਾ ਜਿਨ੍ਹਾਂ ਦੇ ਲਾ ਤੇ ਦਾਸ ਨੇ ਮੋਗੇ। ਪੈਦਾਵਾਰ ਵਧਾਤੀ ਸੀ ਬੋਲ ਤੇ ਬੋਲ ਲਾਤੀਆਂ ਤਾਂਗਾ, ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ। ਮੈਨੂੰ ਰੱਖ ਲੋ ਨਗਰ ਮੇ ਜੀ ਨਗਰ ਦੇ ਲੋਕੋ ਹੱਥਾਂ ਦੀ ਵਾਹੋ, ਬਾਬੂ ਜਾਣ ਦੇਵਣਾ ਦਾਸ ਵੀ ਕਬਰ ਬਣਾ ਲੋ ਸਾਹੋ। ਲਾਸ਼ ਦੱਬ ਦਿਓ ਗ੍ਰਾਮ ਮੇ ਜੀ ਸੱਚੇ ਕੌਲ ਭੌਰ ਪਹੁੰਚੂ ਗਾਂ, ਮੈਨੂੰ ਉੱਠਦੇ ਬਹਿੰਦੇ ਨੂੰ ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ। ਇਹ ਕਵਿਤਾ 21 ਤੋਂ 24 ਮਾਰਚ ਦੇ ਵਿੱਚ ਉਹਨਾਂ ਨੇ ਇਹ ਲਿਖੀ ਹੈ 1964 ਦੇ ਵਿੱਚ, ਤੇ ਬਾਬੂ ਰਜਵਾਲੀ ਨੇ। ਤੇ ਉਹਦੇ ਬਾਅਦ ਜਦੋਂ ਦੇਸ਼ ਦੀ ਵੰਡ ਦੇ ਉਪਰੰਤ ਹਿੰਦੁਸਤਾਨ ਇੱਕ ਵਾਰ ਵਧਾਰੇ ਤਾਂ ਉਹਨਾਂ ਨੇ ਇਤਿਹਾਸ ਸਵਾਗਤੀ ਸਮਾਗਮ ਸਮੇਂ ਬਾਬੂ ਜੀ ਨੇ ਅਗਾਊਂ ਲਿਖ ਕੇ ਭੇਜੀ ਸੀ। ਬਹੁਤ ਬਾਬੂ ਰਜਵਾਲੀ ਜੀ ਓਵਰਸੀਅਰ ਸਨ, ਉਹਨਾਂ ਨੇ ਮੋਗੇ ਦੇ ਆਲੇ ਦੁਆਲੇ ਸਾਹੋਕਿਆਂ ਦੇ ਆਲੇ ਦੁਆਲੇ ਬਹੁਤ ਮੋਗੇ ਜੱਟਾਂ ਦੇ ਲਵਾਏ ਲੋਕ ਯਾਦ ਕਰਦੇ ਸੀ। ਹੁਣ ਮੇਰੇ ਨਾਲ ਅਨਮੋਲ ਸਿੰਘ ਜੀ ਨੇ। ਅਨਮੋਲ ਸਿੰਘ ਸਾਡੇ ਤੋਂ ਬਹੁਤ ਛੋਟਾ ਹੈ ਤੇ ਸਾਡਾ
ਵਿਦਿਆਰਥੀ ਪੜ੍ਹਨ ਆਏ ਅਮਰੀਕਾ ਤੇ ਕੰਪਿਊਟਰ ਇੰਜੀਨੀਅਰ ਨੇ, ਕੈਲੀਫੋਰਨੀਆ ਰਹਿੰਦੇ ਨੇ, ਪਿੱਛੋਂ ਮਾਝੇ ਚੋਂ ਨੇ, ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਦ ਕਨਸਟੀਟਿਊਸ਼ਨ ਆਫ ਇੰਡੀਆ ਸਿੰਪਲੀਫਾਈਡ। ਉਹ ਦੇਸ਼ ਦਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਕਿਹੜੇ ਹੱਕ ਹਕੂਕ ਨੇ, ਉਹਦੇ 'ਚ ਬੋਲਣ ਦੀ ਕੀ ਆਜ਼ਾਦੀ ਹੈ, ਹੱਕਾਂ ਦੀ ਕੀ ਗੱਲ ਹੈ, ਮਨੁੱਖੀ ਹੱਕਾਂ ਦੀ ਕੀ ਗੱਲ ਹੈ, ਸਰਕਾਰਾਂ ਦੇ ਕੋਲ, ਸੈਂਟਰ ਦੀ ਸਰਕਾਰ ਕੋਲ ਕੀ ਹੱਕ ਨੇ, ਸੂਬਿਆਂ ਦੀ ਸਰਕਾਰ ਕੋਲ ਕੀ ਹੱਕ ਨੇ, ਕਿਹੜੀਆਂ ਚੀਜ਼ਾਂ ਰਾਜ ਸਰਕਾਰ ਕੋਲ ਨੇ, ਕਿਹੜੀਆਂ ਚੀਜ਼ਾਂ ਸੈਂਟਰ ਦੀ ਸਰਕਾਰ ਕੋਲ ਨੇ, ਉਹ ਢਾਂਚਾ ਕਿਹੜਾ, ਉਹ ਫੈਡਰਲ ਹੈ ਜਿਵੇਂ ਕੈਨੇਡਾ ਤੇ ਅਮਰੀਕਾ 'ਚ ਹੈ, ਜਾਂ ਉਹ ਯੂਨੀਅਨ ਦਾ ਜਿਹੜਾ ਉਹ ਢਾਂਚਾ। ਇਸ ਦੇ ਬਾਰੇ ਆ ਸਾਰਾ ਕੁਝ ਪੁੱਛਾਂਗੇ ਅਨਮੋਲ ਸਿੰਘ ਉਹਨਾਂ ਤੋਂ। ਫਿਰ ਕੋਸ਼ਿਸ਼ ਕਰਾਂਗੇ ਪਿਛਲੇ ਅੱਧਾ ਘੰਟਾ 1.5 ਤੋਂ 2 ਤੱਕ ਤੁਹਾਡੇ ਸਵਾਲ ਹੋਣ, ਵੱਧ ਤੋਂ ਵੱਧ ਉਹਨਾਂ ਨੂੰ ਸਵਾਲ ਪੁੱਛਣ ਦਾ ਮੈਂ ਯਤਨ ਕਰਾਂਗਾ। ਅਨਮੋਲ ਸਿੰਘ ਜੀ, ਸਵਾਗਤ ਤੁਹਾਡਾ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੋਅ ਤੇ ਮੈਨੂੰ ਲਿਆਉਣ ਲਈ। ਅੱਛਾ, ਸ਼ੁਰੂਆਤ ਕਰਨੀ ਹੈ, ਇੱਕ ਬਿਲਕੁਲ ਨਵਾਂ ਮੇਰੇ ਲਈ ਸਬਜੈਕਟ ਹੈ ਤੇ ਧੰਨਵਾਦ ਹੈ ਪਹਿਲਾਂ ਤਾਂ ਇਹਦੇ ਤੇ ਕਿਤਾਬ ਜਿਹੜੀ ਤੁਸੀਂ ਲਿਖੀ ਹੈ, ਐਟਲੀਸਟ ਸਾਨੂੰ ਪਤਾ ਤਾਂ ਲੱਗੇ ਵੀ ਅਸੀਂ ਕੀ ਆ ਤੇ ਸਾਡੇ ਹੱਕ ਹਕੂਕ ਕੀ ਨੇ ਉਸ ਭਾਰਤ 'ਚ। ਹਾਲਾਂਕਿ ਆਪਾਂ ਇੱਥੇ ਦੇ ਸਿਟੀਜ਼ਨ ਹੋ ਗਏ, ਸਾਡਾ ਦੁੱਖ ਦਰਦ ਉੱਥੇ ਜੁੜਿਆ ਹੋਇਆ, ਆਪਾਂ ਧਰਤ ਨੂੰ ਭੁੱਲ ਨਹੀਂ ਸਕਦੇ, ਸਾਡੀ ਉਹ ਧਰਤੀ ਹੈ। ਅੱਛਾ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ, ਇਹ ਕਿਤਾਬ ਲਿਖਣ ਦੀ ਜ਼ਰੂਰਤ ਤੁਹਾਨੂੰ ਕਿਉਂ ਪਈ? ਬਿਲਕੁਲ ਜੀ, ਬਿਲਕੁਲ। ਇਹ ਕਿਤਾਬ ਲਿਖਣ ਦੀ ਜ਼ਰੂਰਤ ਏਦਾਂ ਪਈ ਕਿ ਮੈਂ ਵੀ ਉੱਥੇ ਪੜ੍ਹਿਆ, ਆਪਣਾ 12ਵੀਂ ਉੱਥੇ ਕੀਤੀ, ਬਾਅਦ ਚ ਕਾਲਜ ਇੱਥੇ ਆਣ ਕੇ ਕੀਤਾ ਹਨਾ। ਤੇ ਉੱਥੇ ਜੋ ਸਕੂਲਾਂ 'ਚ ਮੈਂ ਪੜ੍ਹਿਆ ਤੇ ਜਿੰਨਾ ਕੁ ਉੱਥੇ ਲੋਕਾਂ ਨੂੰ ਪਤਾ ਸੰਵਿਧਾਨ ਬਾਰੇ, ਉਹ ਮੈਨੂੰ ਬਾਹਰ ਆਣ ਕੇ ਜਦੋਂ ਮੈਂ ਖੁਦ ਸਟੱਡੀ ਕੀਤੀ, ਮੈਨੂੰ ਉਦੋਂ ਪਤਾ ਲੱਗਾ ਵੀ ਸਾਨੂੰ ਗਲਤ ਪਤਾ ਹੈ ਜਾਂ ਸਾਨੂੰ ਅਧੂਰੀ ਜਾਣਕਾਰੀ ਸਾਨੂੰ ਦਿੱਤੀ ਗਈ ਹੈ। ਤੇ ਆਬਵੀਅਸਲੀ ਇਹ ਏਡੀ ਜ਼ਰੂਰੀ ਚੀਜ਼ ਆ ਕਿ ਇੱਕ ਕਹਿ ਲਓ ਵੀ ਮੁਲਕ ਦਾ ਸੰਵਿਧਾਨ ਆ, ਇੰਨੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਤੁਹਾਨੂੰ ਕੀ ਸੁੱਖ ਦੁੱਖ ਮਿਲਣਗੇ, ਕਾਫੀ ਹੱਦ ਤੱਕ ਸੰਵਿਧਾਨ ਨੇ ਵੀ ਤੈਅ ਕਰਨੇ ਨੇ। ਤੇ ਏਡੀ ਜ਼ਰੂਰੀ ਚੀਜ਼ ਆ ਤੇ ਲੋਕਾਂ ਨੂੰ ਉਹਦੇ ਬਾਰੇ ਸਹੀ ਜਾਣਕਾਰੀ ਨਹੀਂ ਗੀ ਜਾਂ ਅਧੂਰੀ ਜਾਣਕਾਰੀ ਹੈ, ਤੇ ਇਹ ਮੇਰਾ ਫਰਜ਼ ਬਣਦਾ ਸੀ ਵੀ ਲੋਕਾਂ ਨੂੰ ਦੱਸਿਆ ਜਾਵੇ। ਤੇ ਇਸ ਕਰਕੇ ਕਿਤਾਬ ਲਿਖੀ ਗਈ, ਸਿਰਫ ਲੋਕਾਂ ਨੂੰ ਪਤਾ ਲੱਗੇ ਕਿ ਸੰਵਿਧਾਨ ਕਿਹਾ ਗਿਆ ਹੈ। ਅੱਛਾ, ਅਗਲਾ ਸਵਾਲ, ਉਸ ਦੇਸ਼ ਦਾ ਪਹਿਲਾਂ ਢਾਂਚੇ ਤੇ ਆਪਾਂ ਭਾਰਤ ਦੇ ਚੱਲੀਏ, ਨਾਲ ਇੱਥੇ ਦੇ ਢਾਂਚੇ ਨਾਲ ਸਾਨੂੰ ਸਮਝਾਉਂਦੇ ਜਾਇਓ। ਜਿਵੇਂ ਅਮਰੀਕਾ ਦਾ, ਕੈਨੇਡਾ ਦਾ, ਸਾਡੇ ਦੇਸ਼ ਦਾ ਇੱਕ ਝੰਡਾ, ਸੂਬੇ ਦਾ ਇੱਕ ਝੰਡਾ, ਜਿਹੜੇ ਸ਼ਹਿਰ 'ਚ ਅਸੀਂ ਵਸਦੇ ਹਾਂ ਉਹਦੀ ਅਲੱਗ ਮਿਊਨਿਸਪੈਲਿਟੀ ਦੀ ਇੱਕ ਗਵਰਨਮੈਂਟ ਆ, ਲੋਕਲ ਗਵਰਨਮੈਂਟ, ਪ੍ਰੋਵਿੰਸ਼ੀਅਲ ਗਵਰਨਮੈਂਟ ਤੇ ਫੈਡਰਲ ਗਵਰਨਮੈਂਟ। ਜਿਹੜਾ ਭਾਰਤ ਦਾ ਢਾਂਚਾ, ਉਹ ਕਿਹੜਾ ਢਾਂਚਾ? ਉਹ ਫੈਡਰਲ ਢਾਂਚਾ ਜਾਂ ਕੋਈ ਹੋਰ ਢਾਂਚਾ? ਤੇ ਕਿੰਨੇ ਕਿਸਮ ਦੇ ਢਾਂਚੇ ਨੇ ਦੁਨੀਆ ਦੇ ਵਿੱਚ ਮਨਾਰਕੀ ਨੂੰ ਛੱਡ ਕੇ? ਹਾਂਜੀ, ਜ਼ਰੂਰ ਜੀ, ਜ਼ਰੂਰ। ਤੇ ਇਹ ਕਾਫੀ ਵੱਡਾ ਸਵਾਲ ਆ, ਇਹਦਾ ਜਵਾਬ ਵੀ ਲੰਬਾ ਹੋਊਗਾ, ਆਪਾਂ ਪੀਸ ਟੂ ਪੀਸ ਨੋ ਪ੍ਰੋਬਲਮ। ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਢਾਂਚੇ ਕਿਹੜੇ ਕਿਹੜੇ ਪ੍ਰਕਾਰ ਦੇ ਹੁੰਦੇ ਨੇ। ਮੇਨ 2 ਪ੍ਰਕਾਰ ਦੇ ਢਾਂਚੇ ਹੁੰਦੇ ਨੇ। ਇੱਕ ਨੂੰ ਕਹਿੰਦੇ ਨੇ ਫੈਡਰਲ ਸਟੇਟ, ਜਿੱਦਾਂ ਅਮਰੀਕਾ, ਕੈਨੇਡਾ, ਜਿਹਦੇ ਵਿੱਚ ਇੱਕ ਸੈਂਟਰ ਦੀ ਗਵਰਨਮੈਂਟ ਤੇ ਸੂਬਿਆਂ ਦੀਆਂ ਆਪਣੇ ਲੋਕਲ ਕਹਿ ਲਓ ਵੀ ਜਿਹੜੇ ਕਾਉਂਟੀਆਂ ਦੀਆਂ ਵੱਖਰੀਆਂ ਸਰਕਾਰਾਂ ਨੇ, ਤੇ ਇਹਨਾਂ 'ਚ ਪਾਵਰ ਵੰਡੀ ਹੋਈ ਹੈ ਕਿ ਸੈਂਟਰ ਕੋਲ ਕੁਝ ਪਾਵਰਾਂ ਨੇ, ਫਿਰ ਸੂਬੇ ਕੋਲ ਕੁਝ ਪਾਵਰਾਂ ਨੇ, ਫਿਰ ਕੁਝ ਪਾਵਰਾਂ ਆਪਣੇ ਤੁਹਾਡੇ ਕਾਉਂਟੀ ਕੋਲ, ਤੇ ਇਹ ਇੱਕ ਦੂਜੇ ਦੀ ਪਾਵਰਾਂ ਵਿੱਚ ਦਖਲ ਨਹੀਂ ਦੇ ਸਕਦੀਆਂ। ਜਿਹੜਾ ਸੈਂਟਰ ਵਾਲਾ ਕੰਮ ਉਹ ਸੈਂਟਰ ਨੇ ਹੀ ਕਰਨਾ, ਸੈਂਟਰ ਕੋਲ ਬਹੁਤ ਘੱਟ ਪਾਵਰ ਹੈ, ਬਾਕੀ ਪਾਵਰਾਂ ਥੱਲੇ ਨੇ ਲੋਕਾਂ ਲਾਗੇ। ਦੂਜਾ ਵੱਡੇ ਪ੍ਰਕਾਰ ਦਾ ਢਾਂਚਾ, ਉਹਨੂੰ ਪੰਜਾਬੀ 'ਚ ਮੈਨੂੰ ਪਤਾ, ਅੰਗਰੇਜ਼ੀ 'ਚ ਕਹਿੰਦੇ ਨੇ ਯੂਨਿਟਰੀ ਸਿਸਟਮ, ਜਿਹਦੇ ਵਿੱਚ ਇੱਕ ਸਟੇਟ ਆ ਤੇ ਸਾਰੀ ਪਾਵਰ ਸੈਂਟਰ ਕੋਲ, ਥੱਲੇ ਪਾਵਰ ਉਹੀ ਆ ਜਿਹੜੀ ਸੈਂਟਰ ਨੇ ਥੱਲੇ ਦਿੱਤੀ ਹੈ। ਕਿ ਆਬਵੀਅਸਲੀ ਹੁਣ ਤੁਹਾਡੇ ਕੋਲ ਵੱਡਾ ਮੁਲਕ ਹੋਵੇ, ਇੱਕ ਥਾਂ ਤੋਂ ਬਹਿ ਕੇ ਚਲਾਉਣਾ ਸੌਖਾ ਨਹੀਂ ਹੈ, ਤੁਸੀਂ ਥੱਲੇ ਆਪਣੇ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਬਣਾਉਣੀਆਂ ਨੇ ਤੇ ਉਹਨਾਂ ਨੂੰ ਕੁਝ ਪਾਵਰਾਂ ਤੁਸੀਂ ਦੇਣੀਆਂ ਨੇ। ਪਰ ਫਰਕ ਇਹਨਾਂ ਦੋਵਾਂ 'ਚ ਇਹ ਆ ਕਿ ਫੈਡਰਲ ਸਿਸਟਮ 'ਚ ਥੱਲਿਓਂ ਪਾਵਰ ਉੱਤੇ ਗਈ ਆ, ਸੂਬਿਆਂ ਨੇ ਰਲ ਕੇ ਇੱਕ ਸੈਂਟਰ ਦੀ ਸਰਕਾਰ ਬਣਾਈ ਹੈ ਤੇ ਸੈਂਟਰ ਨੂੰ ਕੁਝ ਪਾਵਰਾਂ ਦਿੱਤੀਆਂ ਨੇ। ਯੂਨਿਟਰੀ ਸਿਸਟਮ ਦੇ ਵਿੱਚ ਪਾਵਰ ਉੱਤੋਂ ਥੱਲੇ ਆਈ ਹੈ, ਸਾਰੀ ਪਾਵਰ ਸੈਂਟਰ ਕੋਲ, ਉਹ ਵਾਪਸ ਲੈ ਸਕਦਾ, ਪਰ ਉਹ ਤੁਹਾਨੂੰ ਉਹਨੇ ਕੁਝ ਪਾਵਰਾਂ ਤੁਹਾਨੂੰ ਦਿੱਤੀਆਂ ਨੇ ਫਿਲਹਾਲ। ਤੇ ਇਸ ਚੀਜ਼ ਦੀ ਇਤਿਹਾਸਕ ਪੈਰੋਕਾਰੀ ਕਰਨੀ ਹੋਏ, ਤੁਹਾਨੂੰ ਪਤਾ ਹੋਣਾ ਕਿ ਅਮਰੀਕਾ ਦਾ ਜਦੋਂ ਸੰਵਿਧਾਨ ਬਣਿਆ
ਇੱਥੇ ਜੀ। 13 ਕਲੋਨੀਆਂ ਜਿਹੜੀਆਂ ਉਦੋਂ ਦੀਆਂ, ਜਿਹੜੇ 13 ਆਜ਼ਾਦ ਮੁਲਕ ਸੀਗੇ, ਇਹਨਾਂ ਨੇ ਇਕੱਠੇ ਹੋ ਕੇ ਇੱਕ ਕਹਿ ਲਓ ਕਿ ਸਾਂਝੀਵਾਲਤਾ ਦੇ ਵਿੱਚ ਇੱਕ ਸੰਵਿਧਾਨ ਬਣਾਇਆ ਤੇ ਸੈਂਟਰ ਨੂੰ ਸਿਰਫ 4-5 ਪਾਵਰਾਂ ਦਿੱਤੀਆਂ ਨੇ ਜਿਹੜੀ ਅਮਰੀਕਨ ਫੈਡਰਲ ਗਵਰਨਮੈਂਟ ਨੂੰ। ਤੇ ਉਹ ਮਤਲਬ ਮੈਂ ਉਹ ਵੀ ਕਹਿਣਾ ਚਾਹੁੰਦਾ, ਪਾਵਰਾਂ ਥੱਲੋਂ ਉੱਤੇ ਗਈਆਂ, ਉੱਤੋਂ ਥੱਲੇ ਨਹੀਂ ਆਈਆਂ। ਤੇ ਸੈਂਟਰ ਤਾਂ ਹੀ ਬਣਿਆ ਕਿ ਸੂਬਿਆਂ ਨੇ ਚਾਹਿਆ ਸੀ ਸੈਂਟਰ ਬਣੇ, ਠੀਕ ਹੈ ਜੀ। ਤੇ ਹੁਣ ਅਗਲਾ ਸਵਾਲ ਤੁਹਾਡਾ ਵੀ, ਇਹ ਇੰਡੀਆ ਦਾ ਢਾਂਚਾ ਕਿਸ ਪ੍ਰਕਾਰ ਦਾ ਜੀ, ਉਹਦੇ ਉੱਤੇ ਆਪਾਂ ਕਾਫੀ ਦੇਰ ਚਰਚਾ ਕਰ ਸਕਦੇ ਹਾਂ। ਮੈਂ ਘੱਟ ਸ਼ਬਦਾਂ 'ਚ ਪਹਿਲਾਂ ਦੱਸਦਾ, ਜੇ ਗਾਂ ਹੋਰ ਡਿਟੇਲ ਦੀ ਲੋੜ ਹੋਈ ਤੇ ਆਪਾਂ ਉੱਚ ਵੀ ਚੱਲ ਜਾਵਾਂਗੇ। ਠੀਕ ਹੈ। ਜਿਹੜਾ ਇੰਡੀਆ ਦਾ ਸੰਵਿਧਾਨ ਬਣਿਆ, ਜੇ ਆਪਾਂ ਵੇਖੀਏ ਇਤਿਹਾਸਕ ਤੌਰ ਤੇ ਕਿੱਦਾਂ ਬਣਾਇਆ ਗਿਆ, ਤੇ ਸਾਨੂੰ ਪਤਾ ਇੱਥੇ ਇੱਕ ਕੰਸਟੀਚੂਐਂਟ ਅਸੈਂਬਲੀ ਬਣੀ ਸੀ ਜਿਹਦੇ ਵਿੱਚ ਪੂਰੇ ਭਾਰਤ ਤੋਂ ਕਹਿ ਲਓ ਵੀ ਲੋਕਾਂ ਨੂੰ ਮੈਂਬਰਸ਼ਿਪ ਮਿਲੀ ਹੈ, ਤੇ ਉਹ 300-350 ਬੰਦਾ ਜਿਹੜਾ ਉਹਦਾ ਮੈਂਬਰ ਸੀ। ਤੇ ਸਾਨੂੰ ਦੱਸਿਆ ਜਾਂਦਾ ਵੀ ਇਹਨਾਂ ਨੇ ਸੰਵਿਧਾਨ ਬਣਾ ਕੇ ਦਿੱਤਾ, ਹਨਾ। ਹੁਣ ਜਦੋਂ ਸੰਵਿਧਾਨ ਬਣ ਗਿਆ, ਇਹ ਅਸੈਂਬਲੀ ਨੇ ਬਣਾਇਆ, ਜੋ ਵੀ ਇਹ 'ਚ ਥੋੜੇ ਬੰਦਿਆਂ ਦਾ ਯੋਗਦਾਨ ਹੈ, ਬਹੁਤਿਆਂ ਦਾ। ਇਸ ਤੋਂ ਬਾਅਦ ਇਹ ਸਿੱਧਾ ਲਾਗੂ ਕਰ ਦਿੱਤਾ ਗਿਆ ਸੂਬਿਆਂ ਤੇ। ਹੁਣ ਸਾਨੂੰ ਪਤਾ ਕਿ 2 ਸਿੱਖ ਲੀਡਰ ਸੀ ਕਾਫੀ ਮਸ਼ਹੂਰ, ਹੁਕਮ ਸਿੰਘ ਗਿੱਲ ਤੇ ਭੁਪਿੰਦਰ ਸਿੰਘ ਮਾਨ ਸਾਹਿਬ। ਉਹਨਾਂ ਨੇ ਇਹ ਸੰਵਿਧਾਨ ਨੂੰ ਨਾ ਕੀਤੀ ਤੇ ਹੋਰ ਵੀ ਬੰਦਿਆਂ ਨੇ ਨਾ ਕੀਤੀ ਉੱਥੇ, ਮਤਲਬ ਇਹਨਾਂ ਨੇ ਤਾਂ ਸਾਈਨ ਕਰਨ ਤੋਂ ਵੀ ਇਨਕਾਰ ਕਰਦੇ ਸੀ ਨਾ। ਤੇ ਪਰ ਇਹਨਾਂ ਦੀ ਇਨਕਾਰੀ ਜਾਂ ਮਤਲਬ ਨਾ ਦਾ ਕੋਈ ਮਤਲਬ ਨਹੀਂ ਸੀ। ਉਹ 350 ਬੰਦਿਆਂ ਦੀ ਅਸੈਂਬਲੀ ਨੇ ਸੰਵਿਧਾਨ ਬਣਾਇਆ, ਉਹ ਲਾਗੂ ਕਰਤਾ। ਉਹਦੇ 'ਚ ਜੋ ਵੀ ਹੈ ਸਹੀ ਲਿਖਿਆ ਗਲਤ ਲਿਖਿਆ, ਤੁਸੀਂ ਸਹਿਮਤ ਜੇ ਨਹੀਂ ਸਹਿਮਤ ਕੋਈ ਫਰਕ ਨਹੀਂ ਪੈਂਦਾ। ਹੁਣ ਫਿਰ ਮੈਂ ਅਮਰੀਕਾ ਦੇ ਐਗਜ਼ਾਮਪਲ ਤੇ ਵਾਪਸ ਜਾਣਾ ਚਾਹੁੰਦਾ। ਜਦੋਂ ਅਮਰੀਕਾ ਦਾ ਸੰਵਿਧਾਨ ਬਣਿਆ ਤੇ ਹਰ ਸਟੇਟ ਨੇ ਡੈਲੀਗੇਟ ਭੇਜੇ ਸੀ, ਹਰ ਸੂਬੇ ਨੇ ਡੈਲੀਗੇਟ ਭੇਜੇ ਸੀ। ਤੇ ਸੰਵਿਧਾਨ ਬਣਨ ਤੋਂ ਬਾਅਦ ਸੰਵਿਧਾਨ ਫਿਰ ਸੂਬਿਆਂ ਕੋਲ ਵਾਪਸ ਗਿਆ ਕਿ ਤੁਹਾਨੂੰ ਇਹ ਚੀਜ਼ ਮਨਜ਼ੂਰ ਹੈ। ਮਤਲਬ ਇਹ ਨਹੀਂ ਕਿ ਉਹ ਇੱਕ ਕਮੇਟੀ ਨੇ ਜੋ ਬਣਾਤਾ ਹੋ ਗਿਆ ਐਂਡ, ਉਹ ਦੁਬਾਰਾ ਵਾਪਸ ਗਿਆ ਤੇ ਮਨਜ਼ੂਰੀ ਤੋਂ ਬਾਅਦ ਜਾ ਕੇ ਸੰਵਿਧਾਨ ਲਾਗੂ ਹੋਇਆ, ਕਿਉਂਕਿ ਸੂਬਿਆਂ ਦੀ ਆਪਣੀ ਹੋਂਦ ਦਾ, ਤੇ ਹੋਣਾ ਵੀ ਇਦਾਂ ਹੀ ਚਾਹੀਦਾ। ਤੇ ਹੁਣ ਦੁਬਾਰਾ ਉਹਨੇ ਵਾਪਸ ਸਵਾਲ ਵੀ ਇੰਡੀਆ ਦਾ ਸਿਸਟਮ ਕਿਹੜਾ। ਇੱਕ ਪਹਿਲੂ ਤਾਂ ਤੁਹਾਨੂੰ ਮੈਂ ਦੱਸ ਵੀ ਪਾਵਰਾਂ ਉੱਤੋਂ ਥੱਲੇ ਆਈਆਂ, ਥੱਲੇ ਉੱਤੇ ਨਹੀਂ ਗਈਆਂ। ਮਤਲਬ ਸਾਡੀ ਕੋਈ ਮੇਰੇ ਬਜ਼ੁਰਗਾਂ ਦੀ ਜਾਂ ਆਪਣੇ ਸ਼ਹਿਰ ਦੀ ਜਾਂ ਪੰਜਾਬ ਦੀ ਕੋਈ ਇਹ 'ਚ ਮਨਜ਼ੂਰੀ ਦੀ ਵੈਲਿਊ ਨਹੀਂ ਸੀ ਹੈਗੀ। ਨਾ ਕਿਸੇ ਨੇ ਨਹੀਂ ਪੁੱਛੀ, ਸੰਵਿਧਾਨ ਬਣਿਆ ਤਾਂ ਲਾਗੂ ਹੋ ਗਿਆ। ਹੁਣ ਜਿਹੜਾ ਦੂਜਾ ਪਹਿਲੂ ਆ ਵੀ ਪਾਵਰਾਂ ਹੈ ਕਿੱਥੇ ਨੇ, ਸਾਰੀਆਂ ਪਾਵਰਾਂ ਸੈਂਟਰ ਕੋਲ ਨੇ ਕਿ ਪਾਵਰਾਂ ਵੰਡੀਆਂ ਹੋਈਆਂ ਨੇ ਸੈਂਟਰ ਤੇ ਸਟੇਟ ਦੇ ਵਿੱਚ। ਤੇ ਜੇ ਵੰਡੀਆਂ ਨੇ ਕਿ ਇਹ ਵੰਡ ਪੱਕੀ ਹੈ ਜਾਂ ਫਿਰ ਸੈਂਟਰ ਉਹਨੂੰ ਓਵਰਰਾਈਡ ਕਰ ਸਕਦਾ, ਦੂਜਾ ਸਵਾਲ ਇਹ ਹੈ, ਹਨਾ। ਤੇ ਉਹ ਦੂਜਾ ਪਹਿਲੂ ਹੈ, ਆਪਾਂ ਉਹਦੇ ਵੱਲ ਵੇਖਦੇ ਹਾਂ। ਹੁਣ ਇਹ ਮੁੱਦਾ ਸ਼ਾਇਦ ਅੱਜ ਦਾ ਜਿਹੜਾ ਕਿਸਾਨਾਂ ਦਾ ਮੁੱਦਾ ਉਹਦੇ ਨਾਲ ਵੀ ਮੇਲ ਖਾਂਦਾ। ਇਹ ਆਪਾਂ ਸਾਰਿਆਂ ਨੂੰ ਪਤਾ ਕਿ ਸੰਵਿਧਾਨ ਦੇ ਵਿੱਚ ਇਹਨਾਂ 7th ਸਕੈਜੂਲ ਦੇ ਵਿੱਚ 3 ਲਿਸਟਾਂ ਤਿਆਰ ਕਰਕੇ ਦਿੱਤੀਆਂ ਨੇ, ਇੱਕ ਯੂਨੀਅਨ ਦੀ ਲਿਸਟ, ਇੱਕ ਸਟੇਟ ਦੀ ਲਿਸਟ, ਇੱਕ ਕਨਕਰੈਂਟ ਲਿਸਟ। ਯੂਨੀਅਨ ਦੀ ਲਿਸਟ ਉਹ ਜਿੱਥੇ ਯੂਨੀਅਨ ਦੀ ਪਾਵਰ ਐਕਸਟੈਂਡ ਕਰਦੀ ਹੈ, ਸਟੇਟ ਦੀ ਜਿੱਥੇ ਸਟੇਟ ਦੀ, ਤੇ ਕਨਕਰੈਂਟ ਜਿੱਥੇ ਦੋਵੇਂ ਨੇ, ਪਰ ਸੈਂਟਰ ਜਿਹੜਾ ਓਵਰਰਾਈਡ ਕਰਦਾ। ਹਨਾ, ਸਾਨੂੰ ਦੱਸਿਆ ਇਹ ਜਾਂਦਾ ਆ, ਤੇ ਹਾਲਾਂਕਿ ਹਕੀਕਤ ਤੋਂ ਬਹੁਤ ਪਰੇ ਹੈ, ਹਕੀਕਤ ਆਪਣੇ ਲੋਕਾਂ ਨੇ ਬਹੁਤ ਵੇਖੀ। ਦੱਸਿਆ ਇਹ ਜਾਂਦਾ ਵੀ ਜਿਹੜੀ ਸੂਬੇ ਦੀ ਪਾਵਰ ਆ ਉੱਚ ਸੈਂਟਰ ਦਖਲ ਦੇ ਹੀ ਨਹੀਂ ਸਕਦਾ। ਔਰ ਇਸੇ ਗੱਲ ਨੂੰ ਉਦਾਹਰਨ ਲੈ ਕੇ ਅੱਜ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਖੇਤੀ ਕਾਨੂੰਨ ਬਣੇ ਨੇ ਇਹ ਗੈਰ ਸੰਵਿਧਾਨਕ ਨੇ, ਤੇ ਉਹਨਾਂ ਨੂੰ ਵੀ ਇਹੀ ਦੱਸਿਆ ਗਿਆ। ਹੁਣ ਮੈਂ ਤੁਹਾਨੂੰ ਇੱਕ ਆਰਟੀਕਲ ਦਿੱਤਾ ਸੰਵਿਧਾਨ ਦੇ ਵਿੱਚ, ਉਹਦੇ ਵੱਲ ਲੈ ਕੇ ਜਾਣਾ ਚਾਹੁੰਦਾ, ਜਿਹੜਾ ਇਸ ਸਵਾਲ ਦਾ ਸਹੀ ਤੁਹਾਨੂੰ ਜਵਾਬ ਦੇਊਗਾ, ਸਹੀ ਚੱਲਣਾ ਪਊਗਾ। ਤੇ ਉਹ ਆਰਟੀਕਲ ਹੈਗਾ ਆਰਟੀਕਲ 258A ਸੰਵਿਧਾਨ ਦੇ ਵਿੱਚ। ਇਹ ਕਿਤਾਬ ਦੇ ਵਿੱਚ ਵੀ ਜਿਹੜਾ ਤੀਜਾ ਚੈਪਟਰ ਆ ਜਿੱਥੇ ਸੂਬਿਆਂ ਦੀ ਗੱਲ ਕੀਤੀ, ਉਹਦੇ ਵਿੱਚ ਇਹ ਆਰਟੀਕਲ ਦਾ ਜ਼ਿਕਰ ਆ। ਤੇ ਮੈਂ ਤੁਹਾਨੂੰ 2 ਮਿੰਟ ਪੜ੍ਹ ਕੇ ਸੁਣਾਉਂਗਾ, ਪੜ੍ਹ ਕੇ ਮੈਂ ਉਹਦੀ ਪੰਜਾਬੀ ਵਿਆਖਿਆ ਵੀ ਦੇਣਾ ਜੀ। ਇੱਕ ਮਿੰਟ। ਆਰਟੀਕਲ ਕਹਿੰਦਾ, notwithstanding anything in the Constitution, the governor of a state may, with the consent of the government of India, entrust either conditionally or unconditionally to that government or to its officers functions in relation to any matter to which the executive power of the state extends. ਪੰਜਾਬੀ ਦੀ ਵਿਆਖਿਆ ਕਰਨੀ ਹੋਵੇ, ਉਹ ਕਹਿੰਦਾ ਵੀ
ਆਪਾਂ ਜੋ ਕੁਝ ਦੱਸਿਆ ਪਹਿਲਾਂ ਸੰਵਿਧਾਨ 'ਚ ਉਹਨੂੰ ਭੁੱਲ ਜਾਓ। ਜਿਹੜਾ ਸੂਬੇ ਦਾ ਗਵਰਨਰ ਆ ਉਹ ਸੈਂਟਰ ਦੀ ਸਰਕਾਰ ਦੀ ਮਰਜ਼ੀ ਦੇ ਨਾਲ ਕੋਈ ਵੀ ਸਟੇਟ ਦੀ ਪਾਵਰ ਸੈਂਟਰ ਨੂੰ ਦੇ ਸਕਦਾ ਹੈ। ਹੁਣ ਕੋਈ ਵੀ ਦੇਖਣ ਵਾਲੀ ਚੀਜ਼ ਹੈ, ਹਾਂਜੀ ਕੋਈ ਵੀ ਉਹ ਜਿਹੜੀ ਸਟੇਟ ਲਿਸਟ ਦੇ ਵਿੱਚ ਪਾਵਰ ਆ ਉਹ ਕੋਈ ਵੀ ਪਾਵਰ ਉਹ ਸੈਂਟਰ ਨੂੰ ਦੇ ਸਕਦਾ ਹੈ। ਹੁਣ ਆਹ ਆਰਟੀਕਲ ਥੋੜਾ ਜਿਹਾ ਹਾਸਾ ਇਸ ਕਰਕੇ ਹੁੰਦਾ ਪੜ੍ਹ ਕੇ, ਕਿਉਂਕਿ ਜਿਹੜਾ ਗਵਰਨਰ ਆ ਉਹ ਵੀ ਸੈਂਟਰ ਦਾ ਹੀ ਮੁਲਾਜ਼ਮ ਹੈ। ਇੱਕ ਗਵਰਨਰ ਇਹੀ ਤਾਂ ਨਹੀਂ ਚੁਣਿਆ, ਅਸੀਂ ਚੁਣੀਦਾ ਮੁੱਖ ਮੰਤਰੀ ਨੂੰ, ਪਰ ਇੱਥੇ ਗਵਰਨਰ ਦੀ ਗੱਲ ਹੋ ਰਹੀ। ਗਵਰਨਰ ਹੋਰ ਚੀਜ਼ ਹੈ ਜਿਹਨੂੰ ਪ੍ਰਾਈਮ ਮਿਨਿਸਟਰ ਅਪਾਇੰਟ ਕਰਦਾ। ਉਹ ਕਹਿ ਰਿਹਾ ਵੀ ਜਿਹੜਾ ਉਹਨਾਂ ਦਾ ਹੀ ਬੰਦਾ ਆ ਉਹ ਉਹਨਾਂ ਦੀ ਮਰਜ਼ੀ ਦੇ ਨਾਲ, ਸੈਂਟਰ ਦੀ ਮਰਜ਼ੀ ਦੇ ਨਾਲ ਸੈਂਟਰ ਨੂੰ ਕੋਈ ਵੀ ਸੂਬੇ ਦੀ ਪਾਵਰ ਦੇ ਸਕਦਾ। ਤੇ ਜੇ ਇਹਦਾ ਤੱਤ ਕੱਢਣਾ ਹੈ ਮੈਂ ਤੇ ਆਖੂੰਗਾ ਸਾਰਾ ਕੁਝ ਹੈ ਹੀ ਫਿਰ ਸੈਂਟਰ ਕੋਲ। ਗਵਰਨਰ ਉਹਨਾਂ ਦਾ ਆਪਣਾ ਜਦੋਂ ਜੀ ਕਰੇ ਜਿਹੜੀ ਮਰਜ਼ੀ ਪਾਵਰ ਲੈ ਲੈਣ। ਸਰ ਅਨਮੋਲ ਸਿੰਘ ਜੀ, ਜਦ ਗਵਰਨਰ ਕਹਿੰਦੇ ਆਪਾਂ ਰਾਜ ਲੱਗਦਾ ਹੈ, ਸੋ ਉਸ ਸਮੇਂ ਫਿਰ ਉਹ ਇਸ ਨੂੰ 258 ਨੂੰ ਵਰਤ ਕੇ ਲਾਉਂਦੇ ਆ ਜੀ ਉਹ? ਨਹੀਂ, ਜਿਹੜਾ ਗਵਰਨਰ ਰਾਜ ਲੱਗਦਾ ਉਹ ਵੱਖਰਾ ਆਰਟੀਕਲ ਆ, ਉਹਦੇ ਬਾਰੇ ਵੀ ਮੈਂ ਆਉਣਾ। ਅੱਛਾ, ਗਵਰਨਰ ਰਾਜ ਆਪਣੇ ਪੰਜਾਬ 'ਚ ਲੱਗਿਆ, ਕਈ ਵਾਰੀ ਹੋਰ ਵੀ ਸੂਬਿਆਂ 'ਚ। ਉਹ ਆਰਟੀਕਲ 356 ਆ ਤੇ ਉਹ ਆਰਟੀਕਲ ਵੀ ਤੁਹਾਨੂੰ ਪੜ੍ਹ ਕੇ ਨਹੀਂ ਸੁਣਾ ਸਕਦਾ, ਲੰਬਾ ਥੋੜਾ, ਪਰ ਉਹਦਾ ਮੂਡ ਇਹੋ ਆ ਵੀ ਜਦੋਂ ਇਹਨਾਂ ਨੂੰ ਲੱਗੇ ਸਟੇਟ ਦੀ ਜਿਹੜੀ ਮਸ਼ੀਨਰੀ ਆ ਸੰਵਿਧਾਨ ਦੇ ਅਕੋਰਡਿੰਗ ਨਹੀਂ ਕੰਮ ਕਰ ਰਹੀ ਤੇ ਇਹ ਡਾਇਰੈਕਟ ਗਵਰਨਰ ਰੂਲ ਡਾਇਰੈਕਟ ਪ੍ਰੈਜ਼ੀਡੈਂਟ ਰੂਲ ਲਾ ਸਕਦੇ ਆ ਸਟੇਟ ਦੇ ਉੱਤੇ। ਉਹ ਵੱਖਰੀ ਚੀਜ਼ ਆ। ਇਹ ਮੈਂ ਉਸ ਤੋਂ ਪਹਿਲਾਂ ਦੀ ਗੱਲ ਕਰ ਰਿਹਾ, ਇਹ ਅੱਜ ਵੀ ਇਹ ਕੰਮ ਹੋ ਸਕਦਾ ਹੈ, ਹਰ ਟਾਈਮ ਹੁੰਦਾ ਵੀ ਹੈ। ਤੇ ਗਵਰਨਰ ਰਾਜ ਇਹਨਾਂ ਵੱਖਰਾ ਲਾਇਆ, ਆਹ ਚੀਜ਼ ਵੱਖਰੀ ਹੈ। ਤੇ ਮਤਲਬ ਸੰਵਿਧਾਨ ਦੇ ਵਿੱਚ ਇੱਕ ਨਹੀਂ ਮਲਟੀਪਲ ਯਾਰ ਵੀ ਬਹੁਤ ਤਾਂ ਤਰੀਕੇ ਨੇ ਸੈਂਟਰ ਵਾਸਤੇ ਸਟੇਟ ਦੇ ਹੱਕਾਂ ਨੂੰ ਛੱਪਣ ਲਈ। ਤੇ ਹੁਣ ਜੇ ਇਸ ਪਹਿਲੂ ਤੋਂ ਵੇਖੀਏ ਕਿ ਇਹ ਫੈਡਰਲ ਆ ਕਿ ਯੂਨਿਟਰੀ ਹੈ, ਮੈਨੂੰ ਲੱਗਦਾ ਸਪਸ਼ਟ ਆ ਵੀ ਇਹ ਯੂਨਿਟਰੀ ਸਿਸਟਮ ਹੈ, ਇਹ ਫੈਡਰਲ ਨਹੀਂ ਹੈਗਾ, ਕਿਉਂਕਿ ਸਾਰੀਆਂ ਪਾਵਰਾਂ ਸੈਂਟਰ ਕੋਲ ਹੈ। ਅੱਛਾ, ਮੈਂ ਤੁਹਾਨੂੰ ਇੰਟਰਪਟ ਕਰਨਾ ਇੱਥੇ। ਇੱਕ ਤਾਂ ਮੈਂ ਤੁਹਾਨੂੰ ਸਵਾਲ ਜਿਹੜੇ ਮੈਂ ਪੁੱਛਣੇ ਚਾਹੁੰਦਾ, ਕਿਉਂਕਿ ਲੋਕਾਂ ਦੇ ਸਵਾਲ ਨਾਲ ਨਾਲ ਆ ਰਹੇ ਨੇ। ਸੋ ਜੇ ਇਹਨੂੰ ਮੈਂ ਸਮ ਅਪ ਕਰਨਾ ਹੋਵੇ, ਹੁਣ ਤੱਕ ਭਾਰਤ ਦਾ ਉਸ ਨੂੰ ਸੰਘੀ ਢਾਂਚਾ ਕਹਿੰਦੇ ਨੇ ਜਾਂ ਅਮਲੀ ਢਾਂਚਾ, ਯੂਨਿਟਰੀ ਸਿਸਟਮ ਹੈ ਜਾਂ ਫੈਡਰਲ, ਇਹਨੂੰ ਪਹਿਲਾਂ ਤਾਂ ਕਲੀਅਰ ਕਰ ਦਿਓ ਵੀ ਉਹ ਕਿਹਦੇ ਥੱਲੇ ਆਉਂਦਾ। ਕਲੀਅਰ ਕੀਤਾ ਹੋਇਆ ਉਹਨਾਂ ਨੇ ਕੁਝ ਵੀ ਅਸੀਂ ਫੈਡਰਲ ਆ ਜਾਂ ਅਸੀਂ ਯੂਨਿਟਰੀ ਹਾਂ? ਇਹ ਸੰਵਿਧਾਨ ਦੇ ਵਿੱਚ ਸੰਵਿਧਾਨ ਨੂੰ ਜੇ ਤੇ ਪੜ੍ਹੋਗੇ ਤੇ ਇੱਕ ਸਾਫ਼ ਆ ਕਿ ਇਹ ਯੂਨਿਟਰੀ ਸਿਸਟਮ ਆ। ਹੁਣ ਸੰਵਿਧਾਨ ਦੇ ਵਿੱਚ ਇਹਨੇ ਕਿਤੇ ਇਹ ਨਹੀਂ ਲਿਖਿਆ ਵੀ ਆਪਾਂ ਇਹ ਫੈਡਰਲ ਸਿਸਟਮ ਦੀ ਚਲੋ ਵੀ ਅਗਵਾਈ ਭਰੂਗਾ ਸੰਵਿਧਾਨ, ਤਾਂ ਕਰਕੇ ਯੂਨਿਟਰੀ ਹੀ ਮੰਨਣਾ ਪਊਗਾ। ਉਹਨਾਂ ਨੇ ਨਹੀਂ ਆਖਿਆ। ਕਿਉਂਕਿ ਜੇ ਫੈਡਰਲ ਸਿਸਟਮ ਵੇਖੀਏ ਫਿਰ ਤਾਂ ਤੁਸੀਂ ਜਿੱਥੇ ਬੈਠੇ ਹੋ, ਮੈਂ BC 'ਚ ਬੈਠਾ, ਸਾਡਾ ਆਪਣਾ ਝੰਡਾ, ਸੈਂਟਰ ਦੇ ਕੁਝ ਅਸੂਲ ਨੇ, ਸਾਡੇ ਕੁਝ ਰੂਲ ਨੇ, ਸਾਡੇ ਜਿਹੜੇ ਮੈਂ ਸ਼ਹਿਰ 'ਚ ਬੈਠਾ, ਤਿੰਨੇ ਆਪਸ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਕਿਸੇ। ਹੋ ਸਕਦਾ ਕੁਝ ਚਾਂਸ ਹੋਣ ਜਿੱਥੇ ਆ ਕੇ ਸਾਡਾ ਸੈਂਟਰ ਹੈ ਜਿਹੜਾ ਸਾਡੀ ਰਾਜਧਾਨੀ ਹੈ ਜਿਹੜੀ ਉਹ ਟੇਕ ਓਵਰ ਕਰਦੀ ਹੋਵੇ। ਅੱਛਾ, ਸੋ ਇਹਨੂੰ ਯੂਨਿਟਰੀ ਦੇ ਵਿੱਚ ਜੇ ਉਹਨੂੰ ਮੈਂ ਫੈਡਰਲ ਨਾਲ ਸੰਘੀ ਦੇ ਨਾਲ ਅਮਲੀ ਢਾਂਚੇ ਦੀ ਗੱਲ ਕਰਾਂ, ਕਿਤੇ ਜਿਹੜਾ ਯੂਨਿਟਰੀ ਸਿਸਟਮ ਹੈ ਦੇਸ਼ ਦੇ ਕਿਸੇ, ਦੁਨੀਆ ਦੇ ਕਿਸੇ ਦੇਸ਼ 'ਚ ਹੋਰ 'ਚ ਲੱਗਿਆ ਹੋਇਆ? ਹਾਂਜੀ, ਯੂਨਿਟਰੀ ਸਿਸਟਮ ਉੱਥੇ ਜ਼ਿਆਦਾਤਰ ਲੱਗਦਾ ਜਿੱਥੇ ਉਹ ਪਹਿਲਾਂ ਹੀ ਹੋਵੇ ਵੀ ਉਹ ਇੱਕ ਕੌਮ ਆ ਤੇ ਲੋਕਾਂ ਦੇ ਵਿੱਚ ਕਹੋ ਕਿ ਫਰਕ ਥੋੜੇ ਨੇ, ਕਿ ਲੋਕਾਂ ਦੇ ਅੰਗਰੇਜ਼ੀ 'ਚ ਜਿਹਨੂੰ ਕਹਿਣਾ ਹੈ ਉਹਨਾਂ ਦੇ ਕਾਮਨ ਇੰਟਰਸਟ ਨੇ, ਵੀ ਉਹ ਇੱਕੋ ਹੀ ਕੌਮ ਆ, ਉਹਨਾਂ ਦੇ ਇੰਟਰਸਟ ਮੇਲ ਖਾਂਦੇ ਨੇ, ਉੱਥੇ ਯੂਨਿਟਰੀ ਸਿਸਟਮ ਲੱਗਾ। ਐਗਜ਼ਾਮਪਲ ਹੈ ਫਰਾਂਸ, ਇੱਕ ਐਗਜ਼ਾਮਪਲ ਹੈ ਜਾਪਾਨ। ਹੁਣ ਜਿਹੜੇ ਵੱਡੇ ਮੁਲਕ ਨੇ, ਜਿਹੜੀਆਂ ਖਾਸ ਕਰ ਵੱਡੀਆਂ ਡੈਮੋਕ੍ਰੇਸੀਆਂ ਨੇ, ਜਿੱਦਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਵੀ ਇੱਦਾਂ ਹੀ ਹੈ, ਜਾਂ ਜਿਵੇਂ ਸਵਿਟਜ਼ਰਲੈਂਡ ਵੱਡਾ ਮੁਲਕ ਨਹੀਂ ਗਾ, ਪਰ ਉੱਥੇ ਵੱਖਰੇ ਤਰ੍ਹਾਂ ਦੇ ਲੋਕ ਰਹਿੰਦੇ ਨੇ, ਉਹਨਾਂ ਦੀਆਂ ਭਾਸ਼ਾਵਾਂ ਵੀ ਵੱਖਰੀਆਂ ਨੇ। ਇਹੋ ਜਿਹੀ ਜਗ੍ਹਾ ਤੇ ਚਾਹੀਦਾ ਹੀ ਫੈਡਰਲ ਸਿਸਟਮ ਹੈ, ਕਿਉਂਕਿ ਜੇ ਯੂਨਿਟਰੀ ਸਿਸਟਮ ਹੋਇਆ ਤੇ ਲੋਕਾਂ ਦੇ ਹੱਕ ਚਲੋ ਵੀ ਮਰਨੇ ਨੇ, ਖਾਸ ਕਰ ਘੱਟ ਗਿਣਤੀਆਂ ਦੇ। ਕਿਉਂਕਿ ਮੇਨ ਗੱਲ ਉਹੀ ਆ ਵੀ ਪਾਵਰ ਇੱਕ ਜਗ੍ਹਾ ਹੈ ਤੇ ਪਾਵਰ ਵੰਡੀ ਹੈ। ਹੁਣ ਜਿਹੜੇ ਵੱਖਰੇ ਲੋਕ ਨੇ ਪਾਵਰ ਵੰਡ ਕੇ ਚੱਲੋਗੇ ਤੇ ਚੰਗੇ ਰਹੋਗੇ। ਇੱਕ ਜਗ੍ਹਾ ਪਾਵਰ ਦਿੱਤੀ, ਫਿਰ ਉਹ ਜਿਹਦੇ ਕੋਲ ਡੰਡਾ ਉਹਦੀ ਚੱਲੂਗੀ। ਅੱਛਾ,
ਇੱਕ ਇੱਕ ਅਨਮੋਲ ਸਿੰਘ ਜੀ ਮੈਨੂੰ ਇਹ ਸਮਝਾਇਓ ਬਈ ਇਹ ਅਕਸਰ ਇਹ ਗੱਲ ਕਹੀ ਜਾਂਦੀ ਹੈ ਵੀ ਟ੍ਰਾਂਸਫਰ ਆਫ ਪਾਵਰ ਹੋਈ 1947 ਦੇ ਵਿੱਚ, ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ, ਇੰਡੀਅਨ ਪੀਨਲ ਕੋਡ ਨੇ ਜਿਹੜੇ, ਇਹ ਕੀ ਪਹਿਲਾਂ ਗੋਰਿਆਂ ਦਾ ਬਣਿਆ ਬਣਾਇਆ ਹੀ ਸੰਵਿਧਾਨ ਅੱਗੇ ਲਾ ਦਿੱਤਾ ਹੈ ਕਿ ਅਸੀਂ ਸਾਡੇ ਬੰਦਿਆਂ ਨੇ ਕੁਛ ਇਹਦੇ ਚ ਇਨਪੁਟ ਪਾਈ? ਇਹ ਕੁਛ ਉਹਨਾਂ ਨੇ ਚੇਂਜਸ ਮੇਕ ਕੀਤੇ ਨੇ, ਪਰ ਜਿਹੜੇ ਉਹਦੇ ਕਹਿ ਲਓ ਵੀ ਵੱਡੇ ਸੈਕਸ਼ਨ ਨੇ ਸੰਵਿਧਾਨ ਦੇ ਡਾਇਰੈਕਟਲੀ ਉੱਥੋਂ ਲਿਆਂਦੇ ਗਏ ਨੇ। ਆ ਜਿਹੜਾ ਗਵਰਨਰ ਸਿਸਟਮ ਆ ਕਿ ਸੂਬਿਆਂ ਦਾ ਗਵਰਨਰ ਹੋਊਗਾ, ਪਾਵਰ ਗਵਰਨਰ ਕੋਲ ਹੋਊਗੀ, ਇਹ ਵੀ ਗੋਰਿਆਂ ਵਾਲਾ ਹੀ ਸਿਸਟਮ ਆ, ਕਿਉਂਕਿ ਬ੍ਰਿਟਿਸ਼ ਰਾਜ ਦੇ ਵਿੱਚ ਵੀ 1935 ਤੋਂ ਬਾਅਦ ਇਲੈਕਸ਼ਨਾਂ ਹੋਣ ਲੱਗ ਗਈਆਂ ਸੀ। ਪੰਜਾਬ ਦੀ ਸਰਕਾਰ ਹੁੰਦੀ, ਇੱਥੇ ਯੂਨੀਅਨਿਸਟ ਗਵਰਨਮੈਂਟ ਬਣੀ ਸੀ। ਸਰ ਛੋਟੂ ਰਾਮ ਜੀ ਤੁਸੀਂ ਨਾਮ ਵੀ ਸੁਣਿਆ ਹੋਊਗਾ, ਪਰ ਸਿਸਟਮ ਉਹ ਵੀ ਸੀ ਗਵਰਨਰ ਪਾਵਰ ਗਵਰਨਰ ਕੋਲ। ਤੇ ਉਸ ਤਰੀਕੇ ਨਾਲ ਵੇਖੀਏ ਤੇ ਇਹ ਉੱਥੋਂ ਹੀ ਚੁੱਕਿਆ ਗਿਆ। ਤੇ ਜਿਹੜੇ ਤੁਹਾਡੇ ਪੀਨਲ ਕੋਡ ਵੀ ਹੋਰ ਵੀ ਕਾਫੀ ਕਾਨੂੰਨ ਜਿਹੜੇ ਅੱਜ ਵੀ ਯੂਜ਼ ਕੀਤੇ ਜਾਂਦੇ ਨੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਜਾਂ ਲੋਕਾਂ ਨੂੰ ਜਾਂ ਪ੍ਰੋਟੈਸਟ ਡੱਕਣ ਲਈ, ਇਹ ਉਸ ਵੇਲੇ ਦੇ ਹੀ ਕਾਨੂੰਨ ਨੇ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਅੱਛਾ, ਇਹ ਬਹੁਤ ਵਾਰ ਆਪਾਂ ਹੁਣ ਲੇਟਲੀ 2 ਮਹੀਨੇ ਦੇ ਟਾਕ ਸ਼ੋਅ 'ਚ ਸਰ ਛੋਟੂ ਰਾਮ ਦਾ ਬਹੁਤ ਨਾਂ ਆਉਂਦਾ ਵੀ ਉਹਨੇ ਰਿਫਾਰਮ ਕੀਤਾ। ਸਰ ਛੋਟੂ ਰਾਮ ਨੇ ਬਹੁਤ ਕੰਮ ਕੀਤਾ, ਕਿਸਾਨਾਂ ਨੂੰ ਜਿਹੜਾ ਉਹ ਹੱਕ ਦਿਵਾਏ। ਸਰ ਛੋਟੂ ਰਾਮ ਨੇ ਅਜਿਹਾ ਕੀ ਕੀਤਾ ਸੀ ਜਿਹਦੇ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ? ਸਰ ਛੋਟੂ ਰਾਮ ਦੀ ਹਿਸਟਰੀ ਬਾਰੇ ਜਾਂ ਰਿਫਾਰਮ ਬਾਰੇ ਉਹਦੇ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰ ਸਕਦਾ। ਤੁਹਾਨੂੰ ਬੰਦਾ ਉਹ ਸੱਦਣਾ ਪੈਣਾ ਜਿਹਨੂੰ ਪਤਾ ਹੋਵੇ, ਪਰ ਮੈਂ ਸੰਵਿਧਾਨ ਬਾਰੇ ਤੁਹਾਨੂੰ ਦੱਸ ਸਕਦਾ। ਕੋਈ ਸਵਾਲ ਹੋਵੇ? ਹਾਂ, ਸੰਵਿਧਾਨ ਬਾਰੇ ਮੈਂ ਕਹਿਣਾ ਇਹਦੇ ਬਾਰੇ। ਹਾਂਜੀ, ਓਕੇ, ਅੱਛਾ ਚਲੋ। ਅੱਛਾ, ਹੁਣ ਮੈਨੂੰ ਅਨਮੋਲ ਸਿੰਘ ਜੀ, ਕਿਉਂਕਿ ਮੈਂ ਤੁਹਾਨੂੰ ਵੱਧ ਤੋਂ ਵੱਧ ਤੁਹਾਡਾ ਫਾਇਦਾ ਲੈਣਾ ਚਾਹੁੰਦਾ ਵੀ ਮੈਂ ਜਿਹੜੇ ਸਵਾਲ ਨੇ ਤੁਹਾਡੇ ਤੱਕ ਪੁੱਛਾਂ। ਹੁਣ ਮੈਨੂੰ ਇਹ ਦੱਸਿਓ, ਜਿਹੜੀ ਆਹ ਦੇਸ਼ਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਅਸੀਂ ਕਰਦੇ ਹਾਂ, ਸਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਪਸੰਦ, ਸਾਨੂੰ ਮੇਰਾ ਮੰਤਰੀ ਨਹੀਂ ਪਸੰਦ, ਮੈਨੂੰ ਕੋਈ ਲੋਕਲ ਇਹੋ ਜਿਹਾ ਇਸ਼ੂ ਆ ਜਿਹਤੇ ਮੇਰੇ ਨਾਲ ਧੱਕਾ ਹੋਇਆ ਤਾਂ ਮੈਂ ਗੱਲ 'ਚ ਫੱਟੀ ਪਾ ਕੇ ਦਰਾਂ ਮੂਹਰੇ ਖੜ ਸਕਦਾ। ਉਹ ਜਿਹੜਾ ਫਰੀਡਮ ਆਫ ਸਪੀਚ ਤੇ ਐਕਸਪ੍ਰੈਸ਼ਨ ਆ ਭਾਰਤ ਦੇ ਸੰਵਿਧਾਨ ਦੇ ਵਿੱਚ, ਇਹਦੇ ਬਾਰੇ ਮੈਨੂੰ ਸਮਝਾਇਓ ਵੀ ਇਹ ਕਿੰਨਾ ਕੁ ਹੱਕ ਭਾਰਤ ਦੇ ਸ਼ਹਿਰੀਆਂ ਨੂੰ ਦਿੱਤਾ ਹੋਇਆ ਕਿ ਉਹ ਕੋਈ ਰੋਸ ਜਤਾ ਸਕਣ, ਕੋਈ ਮੁਜ਼ਾਹਰਾ ਕਰ ਸਕਣ, ਕੋਈ ਪ੍ਰੋਟੈਸਟ ਕਰ ਸਕਣ? ਉਹ ਕੀ ਹੈ? ਬਿਲਕੁਲ ਜੀ, ਬਿਲਕੁਲ ਬਹੁਤ ਵਧੀਆ ਸਵਾਲ ਆ। ਤੇ ਇਹਦੇ ਬਾਰੇ ਆਪਾਂ ਹੁਣ ਫੰਡਾਮੈਂਟਲ ਰਾਈਟਸ ਤੇ ਆ ਗਏ ਆ ਜਿਹੜਾ ਸਾਰਾ ਮੁੱਦਾ ਆਪਾਂ ਕਿਤਾਬ ਦੇ ਪਹਿਲੇ ਚੈਪਟਰ ਦੇ ਵਿੱਚ ਇਹਦੀ ਡਿਸਕਸ਼ਨ ਕੀਤੀ ਹੈ। ਪਹਿਲਾਂ ਫਰੀਡਮ ਆਫ ਸਪੀਚ ਤੋਂ ਸ਼ੁਰੂ ਕਰ ਲੈਂਦੇ ਆ। ਤੇ ਮੈਂ ਤੁਹਾਨੂੰ ਫਿਰ ਆਰਟੀਕਲ ਮੈਂ ਪੜ੍ਹ ਕੇ ਦੱਸਣਾ ਚਾਹੁੰਦਾ। ਇਹ ਆਰਟੀਕਲ 19 ਦੇ ਵਿੱਚ ਇਹਦਾ ਜ਼ਿਕਰ, ਆਰਟੀਕਲ 19 ਸੰਵਿਧਾਨ ਦਾ। ਤੇ ਮੈਂ ਪੜ੍ਹ ਕੇ ਦੱਸਦਾ। ਪਹਿਲਾਂ ਉਹ ਕਹਿੰਦਾ, all citizens shall have the right to freedom of speech and expression। ਪਹਿਲੀ ਸਟੇਟਮੈਂਟ ਆ। ਹੁਣ ਇਸੇ ਆਰਟੀਕਲ ਦਾ ਜਿਹੜਾ ਦੂਜਾ ਕਲਾਜ਼ ਆ ਉਹ ਕਹਿੰਦਾ, nothing in sub clause A shall affect the operation of any existing law or prevent the state from making any law insofar as such law imposes reasonable restrictions on the exercise of the right। ਤੇ ਬਾਅਦ ਚੋਂ ਦੱਸ ਰਿਹਾ ਵੀ restrictions ਕਾਹਦੀਆਂ ਨੇ। ਉਹ ਕਹਿੰਦਾ, restrictions in the interest of sovereignty and integrity of India, security of the state, friendly relations with foreign states, public order, decency, morality, or in relation to contempt of court। ਹੁਣ ਪੰਜਾਬੀ ਜਿਹੜੀ ਵਿਆਖਿਆ ਪਹਿਲੀ ਸਟੇਟਮੈਂਟ ਤੇ ਕਹਿ ਰਹੀ ਹੈ ਵੀ ਤੁਹਾਨੂੰ ਸਾਰਿਆਂ ਨੂੰ ਬੋਲਣ ਦਾ ਹੱਕ ਹੈਗਾ, ਤੁਸੀਂ ਜੋ ਮਰਜ਼ੀ ਸੋਚ ਸਕਦੇ ਜੇ, ਤੁਸੀਂ ਜੋ ਮਰਜ਼ੀ ਬੋਲ ਸਕਦੇ ਜੇ। ਤੇ ਉਹਦਾ ਸਭ ਕਲਾਸ ਕਹਿ ਰਿਹਾ ਵੀ ਭਾਵੇਂ ਤੁਹਾਨੂੰ ਇਹ ਹੱਕ ਦਿੱਤਾ ਹੈ, ਤੁਸੀਂ ਸਟੇਟ ਨੂੰ ਨਹੀਂ ਡੱਕ ਸਕਦੇ ਕੋਈ ਇਹੋ ਜਿਹਾ ਕਾਨੂੰਨ ਬਣਾਉਣ ਲਈ ਜਿਹੜਾ ਇਹਨਾਂ ਹੱਕਾਂ ਦੇ ਪਾਬੰਦੀ ਲਾਉਂਦਾ ਹੋਵੇ। ਜੇ ਉਹ ਪਾਬੰਦੀ ਜਾਂ ਤੇ ਭਾਰਤ ਦੀ ਏਕਤਾ ਲਈ ਹੈ, ਜਾਂ ਭਾਰਤ ਦੀ ਸਿਕਿਉਰਿਟੀ ਲਈ ਹੈ, ਜਾਂ ਇਹਨਾਂ ਨੇ ਪਬਲਿਕ ਆਰਡਰ ਵੀ ਵਿੱਚ ਪਾਇਆ, ਡੀਸੈਂਸੀ ਵਿੱਚ ਪਾਈ ਹੈ, ਜਾਂ ਮੋਰੈਲਿਟੀ ਲਈ। ਹੁਣ ਡੀਸੈਂਸੀ ਮੋਰੈਲਿਟੀ ਮਤਲਬ ਇਹਨਾਂ ਦਾ ਮਤਲਬ ਨਹੀਂ ਡਿਫਾਈਨ ਕਰਕੇ ਦੱਸਿਆ। ਇਹਨਾਂ ਦਾ ਮਤਲਬ ਤੇ ਹਰ ਬੰਦੇ ਵਾਸਤੇ ਵੱਖਰਾ ਹੋਊਗਾ। ਤੇ ਜਦੋਂ ਤੁਸੀਂ ਇਦਾਂ ਦੀਆਂ ਚੀਜ਼ਾਂ ਸੰਵਿਧਾਨ ਚ ਪਾਤੀਆਂ, ਮਤਲਬ ਇਹ ਹੀ ਆ ਵੀ ਇਹਨਾਂ ਸ਼ਬਦਾਂ ਦਾ ਮਤਲਬ ਉਹ ਆ ਜਿਹੜੇ ਜੋ ਲੋਕ ਪਾਵਰ ਚ ਨੇ ਉਹ ਦੱਸਣਗੇ। ਠੀਕ ਹੈ ਜੀ। ਤੇ ਇੱਕ ਬੰਨੇ ਤੁਹਾਨੂੰ ਹੱਕ ਦੇ ਰਹੇ ਨੇ, ਦੂਜੇ ਬੰਨੇ ਉਹਨਾਂ ਨੇ ਕੰਡੀਸ਼ਨਾਂ ਵਿੱਚ ਇੰਨੀਆਂ ਪਾਤੀਆਂ ਕਿ ਉਹ ਹੱਕ ਦੇ ਪੱਲੇ ਕੁਛ ਨਹੀਂ ਛੱਡਿਆ। ਅੱਛਾ, ਇੱਕ ਬੰਨੇ ਹੱਕ ਦੇਤਾ, ਦੂਸਰੇ ਬੰਨੇ ਉਹ ਹੱਕ ਵਾਪਸ ਲੈ ਲਿਆ ਅਗਲੀ ਮੱਦ ਚ।
ਵਾਪਸ ਲੈ ਲਿਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਇਹ ਏਦਾਂ ਮਤਲਬ ਜੇ ਕਹਿ ਲਓ ਵੀ ਹੱਕ ਦਿੱਤਾ ਹੀ ਨਹੀਂ, ਹੱਕ ਵਿਖਾਤਾ ਤੁਹਾਨੂੰ, ਬਸ ਆ ਵੇਖ ਲਓ, ਪਰ ਤੁਹਾਡੇ ਕੋਲ ਹੈਗਾ ਕੁਛ ਨਹੀਂ ਗਾ। ਐਗਜ਼ਾਮਪਲ ਹੁਣ ਦੇਣਾ ਹੋਏ ਵੀ ਇਹ ਕਿੱਥੇ ਹੱਕਾਂ ਦੀ ਉਲੰਘਣਾ ਹੁੰਦੀ ਹੈ। ਅੱਜ ਤੁਸੀਂ ਭਾਰਤ ਜਾ ਕੇ ਨਾਅਰਾ ਲਾ ਦਿਓ ਕਸ਼ਮੀਰ ਆਜ਼ਾਦ, ਹਨਾ, ਆਜ਼ਾਦ ਕਸ਼ਮੀਰ, ਤੇ ਉਹ ਯੂਆਪਾ ਕਾਨੂੰਨ ਦੇ ਥੱਲੇ ਉਹ ਜੁਰਮ ਹੈ ਇੱਕ, ਤੇ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਹੁਣ ਤੁਸੀਂ ਅਮਰੀਕਾ ਦੇ ਵਿੱਚ ਕੋਈ ਨਾਅਰਾ ਲਾ ਲਓ ਵੀ ਕੈਲੀਫੋਰਨੀਆ ਆਜ਼ਾਦ ਹੋਵੇ, ਕੈਲੀਫੋਰਨੀਆ ਇੱਕ ਸੂਬਾ ਅਮਰੀਕਾ ਦਾ, ਤੁਸੀਂ ਉੱਥੇ ਜੋ ਮਰਜ਼ੀ ਕਹਿ ਲਓ, ਤੁਹਾਨੂੰ ਕੋਈ ਸਜ਼ਾ ਨਹੀਂ ਗੀ, ਕਿਉਂਕਿ ਅਮਰੀਕਾ ਦਾ ਤੁਹਾਨੂੰ ਸੰਵਿਧਾਨ ਇਜਾਜ਼ਤ ਦਿੰਦਾ ਆ ਗੱਲ ਕਹਿਣ ਦੀ, ਤੇ ਬੋਲਣ ਦਾ ਹੱਕ ਕਹਿੰਦੇ ਇਹਨੂੰ ਨੇ। ਇੱਕ ਹੋਰ ਮੈਂ ਐਗਜ਼ਾਮਪਲ ਦਿੰਦਾ, ਤੁਸੀਂ ਇੱਥੇ ਉਦਾਂ ਕਾਨੂੰਨ ਤੇ ਖੈਰ ਹਰ ਧਰਮ ਵਾਸਤੇ ਬਣਿਆ, ਪਰ ਇਹ ਜ਼ਿਆਦਾ ਅਪਲਾਈ ਉੱਥੇ ਹੀ ਯੂਜ਼ ਹੁੰਦਾ ਜਿੱਥੇ ਹਿੰਦੂ ਧਰਮ ਦੀ ਗੱਲ ਆਵੇ। ਤੁਸੀਂ ਹਿੰਦੂ ਧਰਮ ਬਾਰੇ ਕੋਈ ਗੱਲ ਕਰਕੇ ਦੇਖੋ, ਤੁਹਾਡੀ ਗੱਲ ਭਾਵੇਂ ਸੱਚੀ ਹੋਵੇ, ਤੁਹਾਡੇ ਤੇ ਪਰਚਾ ਪੈ ਸਕਦਾ ਕਿ ਤੁਸੀਂ ਮੈਨੂੰ ਕਾਨੂੰਨ ਦਾ ਨਾਂ ਯਾਦ ਭੁੱਲ ਗਿਆ, ਇਹ ਪੀਨਲ ਕੋਡ ਦੇ ਵਿੱਚ, ਕਿ ਤੁਸੀਂ ਪਬਲਿਕ ਆਰਡਰ ਖਰਾਬ ਕਰ ਰਹੇ ਜੀ, ਤੁਸੀਂ ਲੋਕਾਂ ਦੇ ਰਿਲੀਜੀਅਸ ਸੈਂਟੀਮੈਂਟ ਹਰਟ ਕਰ ਰਹੇ ਜੀ। ਹੁਣ ਜੇ ਤੇ ਤੁਸੀਂ ਲੋਕਾਂ ਦੇ ਸੈਂਟੀਮੈਂਟ ਹਰਟ ਨਹੀਂ ਕਰ ਸਕਦੇ, ਤੇ ਫਿਰ ਇਹ ਹੱਕ ਦਾ ਮਤਲਬ ਹੀ ਕੀ ਹੈ? ਜੇ ਤੇ ਉਹੀ ਕੁਝ ਕਹਿਣਾ ਆ ਜੋ ਕੁਝ ਤੁਹਾਨੂੰ ਸਟੇਟ ਇਜਾਜ਼ਤ ਦਿੰਦਾ ਕਹਿਣ ਦੀ, ਫਿਰ ਇਹ ਹੱਕ ਤੇ ਸਾਨੂੰ ਗੋਰਿਆਂ ਦੇ ਟਾਈਮ ਤੇ ਵੀ ਹੈਗਾ ਸੀ। ਗੋਰਿਆਂ ਦੇ ਟਾਈਮ ਤੇ ਕੋਈ ਲੋਕਾਂ ਦੇ ਮੂੰਹ ਤੇ ਜਿੰਦੇ ਥੋੜਾ ਲੱਗੇ ਸੀ, ਤੁਸੀਂ ਗੱਲਾਂ ਕਰ ਸਕਦੇ, ਸਾਰਾ ਕੁਝ ਕਰ ਸਕਦੇ, ਬਸ ਐਮਪਾਇਰ ਦੇ ਖਿਲਾਫ ਨਹੀਂ ਕੁਝ ਬੋਲਣਾ, ਗੋਰਿਆਂ ਦੇ ਰਾਜ ਦੇ ਖਿਲਾਫ ਨਹੀਂ ਕੁਝ ਬੋਲਣਾ। ਜੋ ਤਾਂ ਗੋ ਤੁਸੀਂ ਕਰਦੇ ਜੇ, ਤੁਸੀਂ ਜੋ ਮਰਜ਼ੀ ਬੋਲੀ ਜਾਓ। ਤੇ ਪੁਆਇੰਟ ਮੇਰਾ ਇਹੋ ਆ ਵੀ ਇਹ ਹੱਕ ਦਾ ਕੋਈ ਮਤਲਬ ਨਹੀਂ ਗਾ। ਜਿਹੜਾ ਹੱਕ ਪਾਵਰ ਵਾਲੇ ਡਿਸਾਈਡ ਕਰਨ, ਉਹ ਹੱਕ ਨਿਕੰਮਾ ਆ। ਹੱਕ ਤੇ ਉਹ ਚਾਹੀਦਾ ਵੀ ਜਿਹੜਾ ਆਪਣੇ ਆਪ ਦੇ ਵਿੱਚ ਹੀ ਖੜਾ ਹੋਵੇ। ਜਿੱਦਾਂ ਹੁਣ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ, ਉਹ ਮੈਂ ਤੁਹਾਨੂੰ 2 ਮਿੰਟ ਚ ਪੜ੍ਹ ਕੇ ਸੁਣਾ ਦਿੰਦਾ। ਜੀ ਜੀ। ਅਮਰੀਕਾ ਦਾ ਸੰਵਿਧਾਨ ਕਹਿੰਦਾ, ਫਸਟ ਅਮੈਂਡਮੈਂਟ ਦੇ ਵਿੱਚ ਕਹਿੰਦਾ, ਕਾਂਗਰਸ ਸ਼ੈਲ ਮੇਕ ਨੋ ਲਾਅ ਰਿਸਪੈਕਟਿੰਗ ਐਨ ਐਸਟੈਬਲਿਸ਼ਮੈਂਟ ਆਫ ਰਿਲੀਜਨ or prohibiting the free exercise thereof or abridging the freedom of speech or of the press. Simple, ਮਤਲਬ ਕੋਈ ਕੰਡੀਸ਼ਨ ਨਹੀਂ, ਇੱਕ ਲਾਈਨ। ਉਹ ਕਹਿੰਦਾ ਵੀ ਕਾਂਗਰਸ ਜਿਹੜੀ ਸੈਂਟਰ ਦੀ ਕਾਂਗਰਸ ਆ, ਉਹ ਕਦੀ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਊਗੀ ਜਿਹੜੀ ਇੱਕ ਧਰਮ ਨੂੰ ਦੂਜੇ ਧਰਮਾਂ ਦੇ ਉੱਪਰ ਚੁੱਕਦੀ ਹੋਵੇ ਜਾਂ ਇੱਕ ਧਰਮ ਦੀ ਹੈਲਪ ਕਰਦੀ ਹੋਵੇ। ਕਦੀ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਾਊਗੀ ਜਿਹੜੀ ਤੁਹਾਡੀ ਸਪੀਚ ਦੀ ਉਲੰਘਣਾ ਕਰਦੀ ਹੋਵੇ। ਤੁਹਾਡੇ ਕੋਲ ਫ੍ਰੀ ਸਪੀਚ, ਹਾਂ ਕੁਝ ਚੀਜ਼ਾਂ ਤੇ ਲਿਮਿਟੇਸ਼ਨ ਹੈਗੀ ਆ, ਪਰ ਉਹ ਜੁਡੀਸ਼ਰੀ ਡਿਸਾਈਡ ਕਰਦੀ ਹੈ, ਤੇ ਉਹ ਉਦੋਂ ਡਿਸਾਈਡ ਕੀਤਾ ਜਾਂਦਾ ਜਦੋਂ ਉਹਦਾ ਬਹੁਤ ਸਹੀ ਕੋਈ ਕਾਰਨ ਹੋਵੇ। ਜਿੱਦਾਂ ਹੁਣ ਮੈਂ ਤੁਹਾਨੂੰ ਬੰਦੂਕ ਕੱਢ ਕੇ ਨਹੀਂ ਕਹਿ ਸਕਦਾ ਕਿ ਆਪਣੇ ਬਟੂਆ ਖਾਲੀ ਕਰਕੇ ਮੈਨੂੰ ਦਿਓ, ਆਬਵੀਅਸਲੀ ਮਤਲਬ ਇਹ ਫਰੀडम ਆਫ ਸਪੀਚ ਨਹੀਂਗਾ, ਇਹ ਜੁਰਮ, ਤੇ ਇਹ ਡਿਸਾਈਡ ਕੀਤਾ ਗਿਆ ਕਿ ਜੁਰਮ ਕਿਉਂ ਆ। ਪਰ ਇੰਡੀਆ ਦਾ ਸੰਵਿਧਾਨ ਕਹਿ ਰਿਹਾ ਕਿ ਤੁਹਾਡੇ ਤੇ ਰਿਸਟ੍ਰਿਕਸ਼ਨਸ ਨੇ ਡੀਸੈਂਸੀ ਦੀਆਂ, ਮੋਰਾਲਿਟੀ ਦੀਆਂ, ਵੀ ਜੋ ਤੁਸੀਂ ਗੱਲਾਂ ਕਹਿ ਰਹੇ ਜੇ ਉਹ ਡੀਸੈਂਟ ਹੋਣੀਆਂ ਚਾਹੀਦੀਆਂ ਨੇ, ਜਾਂ ਉਹ ਐਥੀਕਲ ਹੋਣੀਆਂ ਚਾਹੀਦੀਆਂ ਨੇ। ਐਥੀਕਲ ਹੈ ਕੀ ਹੈ, ਇਹ ਸਟੇਟ ਡਿਸਾਈਡ ਕਰੂਗੀ। ਸਟੇਟ ਵਾਸਤੇ ਆਜ਼ਾਦ ਕਸ਼ਮੀਰ ਕਹਿਣਾ ਅਨਐਥੀਕਲ ਆ, ਕਸ਼ਮੀਰੀਆਂ ਵਾਸਤੇ ਹੋ ਸਕਦਾ ਐਥੀਕਲ ਹੋਵੇ। ਤੇ ਪੰਗਾ ਪਰ ਇਹ ਆ ਵੀ ਪਾਵਰ ਸਟੇਟ ਕੋਲ ਸਾਰੀ। ਅੱਛਾ, ਇੱਕ ਲੇਟਲੀ ਜੇ ਕਸ਼ਮੀਰ ਦੀ ਉਹ ਗੱਲ ਕਰੀਏ, ਉਹਨਾਂ ਨੂੰ ਉਹਨਾਂ ਦਾ ਰਾਜ ਦਾ ਦਰਜਾ ਖਤਮ ਕਰਕੇ ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ। ਉਹ ਵੀ ਉਹ ਫਿਰ ਸੈਂਟਰ ਦੇ ਕੋਲ ਹੱਕ ਆ ਵੀ ਉਹ ਕਿਹਨੂੰ ਰਾਜ ਬਣਾ ਸਕਦੇ ਆ, ਕਿਹਨੂੰ ਰਾਜ ਨੂੰ ਢਾ ਸਕਦੀ ਹੈ। ਬਿਲਕੁਲ ਜੀ, ਬਿਲਕੁਲ। ਇਹ ਬਹੁਤ ਵਧੀਆ ਸਵਾਲ ਤੁਸੀਂ ਚੁੱਕਿਆ, ਔਰ ਇਹ ਵੀ ਇੱਕ ਪੁਆਇੰਟ ਆ ਫੈਡਰਲ ਵਰਸਸ ਯੂਨਿਟਰੀ ਦਾ, ਜਿਹੜਾ ਮੈਂ ਬ੍ਰਿੰਗ ਅਪ ਕਰਨਾ ਭੁੱਲ ਗਿਆ, ਤੁਸੀਂ ਮੈਨੂੰ ਯਾਦ ਕਰਾਤਾ। ਜਿਹੜਾ ਫੈਡਰਲ ਸਿਸਟਮ ਸੂਬਿਆਂ ਦੀ ਆਪਣੀ ਹੋਣ ਦਾ, ਸੈਂਟਰ ਸੂਬਿਆਂ ਨੂੰ ਤੋੜ ਨਹੀਂ ਸਕਦਾ ਨਾ ਜੋੜ ਸਕਦਾ, ਉਹ ਸੂਬਿਆਂ ਦੀ ਮਰਜ਼ੀ ਹੈ। ਪਰ ਇੰਡੀਆ ਦੇ ਵਿੱਚ ਜਿਵੇਂ ਕਿ ਤੁਸੀਂ ਵੇਖਿਆ ਸੀ ਹੁਣ, ਕਸ਼ਮੀਰ ਨੂੰ ਇਹਨਾਂ ਨੇ ਪਾਰਟੀਸ਼ਨ ਕੀਤਾ, ਇਸ ਤੋਂ ਪਹਿਲਾਂ ਪੰਜਾਬ ਨੂੰ ਵੀ ਸੈਂਟਰ ਨੇ ਹੀ ਪਾਰਟੀਸ਼ਨ ਕੀਤਾ ਸੀ। ਤੇ ਇਹ ਸੰਵਿਧਾਨ ਵਿੱਚ ਕਿੱਥੇ ਹੈ, ਮੈਂ ਤੁਹਾਨੂੰ ਹੁਣੇ ਦੱਸਦਾ। ਇਹਦਾ ਜਿਹੜਾ ਬੇਸਿਸ ਆ ਇਸ ਸੰਵਿਧਾਨ ਦੇ ਵਿੱਚ ਹੀ ਇਹਨਾਂ ਨੇ ਆਰਟੀਕਲ ਪਾਇਆ, ਤੇ ਮੈਂ ਤੁਹਾਨੂੰ ਥੋੜਾ ਪੜ੍ਹ ਕੇ ਸੁਣਾ ਦਿੰਦਾ। ਆਰਟੀਕਲ 3 ਆ ਜੀ, ਉਹ ਕਹਿੰਦਾ, ਪਾਰਲੀਮੈਂਟ ਮੇ ਬਾਈ ਲਾਅ form a new state by separation of territory from any state or by uniting 2 or more states। ਇਹ ਸੰਵਿਧਾਨ ਹੱਕ ਦੇ ਰਿਹਾ ਸੈਂਟਰ ਦੀ ਸਰਕਾਰ ਨੂੰ ਕਿ ਇਹ ਇੱਕ ਸੂਬੇ ਨੂੰ ਤੋੜ ਕੇ 2 ਸੂਬੇ ਬਣਾ ਸਕਦਾ, ਜਾਂ ਇੱਕ ਸੂਬੇ ਦਾ ਏਰੀਆ ਵੱਡਾ ਕਰ ਸਕਦਾ ਜਾਂ ਛੋਟਾ ਕਰ ਸਕਦਾ। ਤੇ ਇਹ ਵੀ ਇੱਕ ਪੁਆਇੰਟ ਹੈ ਜਿਹੜਾ ਜ਼ਾਹਿਰ ਕਰ ਦਿੰਦਾ ਕਿ ਇਹ ਯੂਨਿਟਰੀ ਸਿਸਟਮ ਹੈ, ਕਿਉਂਕਿ ਫੈਡਰਲ ਸਿਸਟਮ ਕਦੀ ਵੀ ਪੂਰੀ ਦੁਨੀਆ 'ਚ ਵੇਖ ਲਓ ਉਹ 'ਚ ਏਦਾਂ ਨਹੀਂ ਹੁੰਦਾ। ਅਮਰੀਕਾ ਦੀ ਸੈਂਟਰ ਦੀ ਸਰਕਾਰ
ਇੱਥੇ ਕਦੀ ਵੀ ਕੈਲੀਫੋਰਨੀਆ ਦੀ ਜ਼ਮੀਨ ਨੂੰ ਘਟਾ ਵਧਾ ਨਹੀਂ ਸਕਦੀ, ਕੈਨੇਡਾ ਵਿੱਚ ਵੀ ਨਹੀਂ। ਤੇ ਇਹ ਇੱਕ ਹੋਰ ਪੁਆਇੰਟ ਆ ਗਿਆ ਤੁਹਾਡਾ, ਇਹ ਯੂਨਿਟਰੀ ਸਿਸਟਮ। ਅੱਛਾ ਅਨਮੋਲ ਜੀ, ਫਿਰ ਉਹ ਯੂਨਿਟਰੀ ਸਿਸਟਮ ਹੀ ਕਿਉਂ ਨਹੀਂ ਮੰਨ ਲੈਂਦੇ? ਉਹ ਫੈਡਰਲ ਸੰਘੀ ਢਾਂਚਾ ਕਿਉਂ ਕਹਿੰਦਾ ਭਾਰਤ ਆਪਣੇ ਆਪ ਨੂੰ? ਇਹ ਫੈਡਰਲ ਢਾਂਚਾ ਜਦੋਂ ਤੁਸੀਂ ਕਹਿੰਦੇ ਜੇ, ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਦੁਨੀਆ ਦੇ ਵਿੱਚ ਥੋੜੀ ਗੁੱਡਵਿਲ ਮਿਲਦੀ ਹੈ ਬਾਕੀ ਮੁਲਕਾਂ ਤੋਂ ਜਾਂ ਬਾਕੀ ਮੁਲਕਾਂ ਦੇ ਲੋਕਾਂ ਤੋਂ, ਪਰ ਆਫੀਸ਼ੀਅਲੀ ਮਤਲਬ ਮੈਨੂੰ ਨਹੀਂ ਪਤਾ ਵੀ ਇਹਨਾਂ ਦੇ ਕਿਹੜੇ ਬਿਆਨ ਨੇ ਜਿਹਦੇ ਵਿੱਚ ਕਹਿੰਦੇ ਨੇ ਵੀ ਆਪਾਂ ਫੈਡਰਲ ਨੇ ਜੋ ਵੀ ਆ। ਜੇ ਤੁਸੀਂ ਅੰਦਰ ਇੰਟਰਨਲ ਵਰਕਿੰਗ ਵੇਖੋ ਸਟੇਟ ਕੰਮ ਕਿੱਦਾਂ ਕਰ ਰਹੀ ਹੈ, ਤੇ ਮਤਲਬ ਉਹ ਤਾਂ ਯੂਨਿਟਰੀ ਹੈ। ਮਤਲਬ ਇਹਦਾ ਜਵਾਬ ਮੇਰੇ ਕੋਲ ਵਧੀਆ ਹੈ ਨਹੀਂਗਾ, ਮਤਲਬ ਸ਼ਾਇਦ ਲੋਕਾਂ ਦੇ ਸਮਝ ਗਿਆ ਵੀ ਇੱਕਦਮ ਸਮਝ ਗਿਆ। ਮੈਂ ਹੁਣ ਦੋ ਮੇਰੀਆਂ ਬ੍ਰੇਕਸ ਇਕੱਠੀਆਂ ਹੋ ਗਈਆਂ ਜੀ, ਮੈਂ ਦੋਨੇ ਲੈ ਕੇ 5 ਜਾਂ 6 ਮਿੰਟ ਲੱਗਣਗੇ, ਉੱਥੋਂ ਹੀ ਦੁਬਾਰਾ ਤੋਰਦੇ ਆ। ਹੋਰ ਸਵਾਲ ਪੁੱਛਦਾ ਤੇ ਫਿਰ ਲੋਕਾਂ ਦੇ ਸਵਾਲ ਤੁਹਾਡੇ ਲਈ ਮੈਂ ਫੋਨ ਕਰਨਗੇ ਲਿਸਨਰਸ, ਤੁਸੀਂ ਉਹਨਾਂ ਦੇ ਜਵਾਬ ਦਿਓ। ਮੈਂ ਬੇਸਿਕ ਜਿਹੜੀਆਂ 5-4 ਸਵਾਲ ਨੇ ਅਗਲੇ ਘੰਟੇ 'ਚ ਪੁੱਛ ਕੇ ਨਾ ਫਿਰ ਆਪਾਂ ਲਿਸਨਰਸ ਦੇ ਨਾਲ ਆਪਾਂ ਲੈ ਕੇ ਆਵਾਂਗੇ, ਉਹ ਸਵਾਲ ਪੁੱਛੋ। ਹੋਲਡ ਕਰਿਓ। ਅਨਮੋਲ ਸਿੰਘ ਜਿਨ੍ਹਾਂ ਨੇ ਦ ਕੰਸਟੀਟਿਊਸ਼ਨ ਆਫ ਇੰਡੀਆ ਸਿੰਪਲੀਫਾਈਡ ਨਾਮ ਦੀ ਕਿਤਾਬ ਲਿਖੀ ਹੈ, ਤੇ ਨਾਲ ਜੀਵੀ ਸਿੰਘ ਨੇ ਇਹ ਕਿਤਾਬ ਐਮਾਜ਼ੋਨ ਤੇ ਹੈ, $14 ਦੀ ਕਿਤਾਬ ਹੈ, ਤੇ ਜਿਹਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਵੀ ਸੰਵਿਧਾਨ 'ਚ ਭਾਰਤ ਦੇ ਵਿੱਚ ਕੀ ਹੈ। ਕਿਉਂਕਿ ਇਹ ਗੱਲ ਜੇ ਕਰਨੀ ਬਈ ਆਹ ਨਹੀਂ ਹੈ ਤੇ ਉਸ ਬੇਸ ਤੇ ਲੜਨਾ ਜਿਹਦੇ 'ਚ ਹੱਕ ਹੈ ਨਹੀਂ, ਉਹ ਕਿੱਥੇ ਨੂੰ ਗੱਲ ਜਾਏਗੀ। ਹੁਣੇ ਪੱਤੀ ਉਹਨਾਂ ਨੇ ਮੈਸੇਜ ਕੀਤਾ ਜੀ ਮੈਨੂੰ, ਪੰਜਾਬ ਆਪਣੇ ਸਿੰਘੂ ਬਾਰਡਰ ਤੋਂ, ਉਹਨਾਂ ਨੇ ਕਿਹਾ ਵੀ ਨਿਹੰਗ ਸਿੰਘਾਂ ਨੇ ਕਬਜ਼ਾ ਕਰ ਲਿਆ ਆਪਣੇ ਮੇਨ ਸਟੇਜ ਤੇ। 32 ਕਿਸਾਨ ਜਿਹੜੇ ਇਕੱਠੇ 32 ਕਿਸਾਨ ਯੂਨੀਅਨ ਦੇ ਜਿਹੜੇ ਕਿਸਾਨੀ ਮੋਰਚੇ ਦੀ, ਉਹਦਾ ਕਬਜ਼ਾ ਜਿਹੜਾ ਹੁਣ ਨਿਹੰਗ ਸਿੰਘਾਂ ਕੋਲ ਆ। ਤੇ ਦੀਪ ਸਿੱਧੂ ਬਹੁਤ ਸਰਗਰਮ ਹੈ, ਜਿਹੜਾ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ, ਉਹੀ ਮੈਂ ਤੁਹਾਨੂੰ ਉਸੇ ਤਰ੍ਹਾਂ ਇਹ ਦੱਸ ਰਿਹਾ। ਅਨਮੋਲ ਸਿੰਘ ਜੀ, ਮੈਨੂੰ ਇਸ ਤਰ੍ਹਾਂ ਇੱਕ ਸਵਾਲ ਮਨ ਦੇ ਵਿੱਚ ਲੋਕਾਂ ਨੇ ਲਿਖ ਕੇ ਭੇਜਿਆ ਵੀ ਬਾਹਰੋਂ ਕੋਈ ਕਿਸੇ ਦੇਸ਼ ਦਾ, ਕੈਨੇਡਾ ਦਾ, ਇੰਗਲੈਂਡ ਦਾ, ਅਮਰੀਕਾ ਦਾ ਸਿਟੀਜ਼ਨ ਜਾ ਕੇ ਉਤਰਦਾ ਹੈ ਭਾਰਤ ਦੇ 에ਅਰਪੋਰਟ ਤੇ ਉਹਦੇ ਕੋਲ ਉਸਦੇ ਕੋਲ ਬਾਹਰਲੀ ਸਿਟੀਜ਼ਨ ਹੈ ਤੇ ਸਿਟੀਜ਼ਨਸ਼ਿਪ ਹੈ, ਉਹ ਚਾਹੇ ਪੰਜਾਬ ਤੋਂ ਵੱਡਾ ਹੋ ਕੇ ਆਇਆ ਜਾਂ ਨਹੀਂ ਆਇਆ, ਜਾਂ ਉਹ ਪੰਜਾਬ ਤੋਂ ਬਾਹਰ ਹੀ ਜੰਮਿਆ। ਮੰਨ ਲਓ ਕੋਈ ਸਿੱਖ ਨੌਜਵਾਨ ਹੈ ਤੇ ਉਹ ਕਿਸੇ ਤਰੀਕੇ ਦੇ ਨਾਲ 1984 ਦੇ ਬਾਰੇ ਜਾਂ ਨਵੰਬਰ 84 ਦੇ ਬਾਰੇ ਉਹਦੇ ਮਨ ਦੇ ਵਿੱਚ ਉਹਦੇ 'ਚ ਦੁੱਖ ਹੈ, ਤੇ ਉਹਦੇ ਬਾਰੇ ਉਹ ਜਦ ਉਹਨੂੰ ਸਮਾਂ ਮਿਲਦਾ ਉਹ ਗੱਲਬਾਤ ਕਰਦਾ ਰਹਿੰਦਾ। ਤੇ ਉਹ ਦਿੱਲੀ ਉਤਰਦਾ ਤੇ ਉਹਨੂੰ ਫੜ ਕੇ ਉੱਥੇ ਤਿਹਾੜ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਜਾਂਦਾ। ਮੈਂ ਇੱਕ ਐਗਜ਼ਾਮਪਲ ਸੈੱਟ ਕਰ ਰਿਹਾ। ਉਹਨੂੰ ਕਿਹੜੇ ਕਾਨੂੰਨ ਦੇ ਥੱਲੇ ਲੈ ਕੇ ਜਾਂਦੇ ਨੇ? ਜਦ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਚੱਲ ਰਹੀ ਹੈ ਤੇ ਉਹਨੂੰ ਕਿੱਥੇ ਲੈ ਜਾਂਦੇ ਆ ਜੀ? ਫਿਰ ਉਹਦੇ ਤੇ ਪਹਿਲਾਂ ਜਦ ਨੂੰ ਅਰੈਸਟ ਕਰਨਾ ਤਾਂ ਉਹ ਕੀ ਬੇਸ ਤੇ ਰੱਖਦੇ ਆ ਜੀ? ਉਹਨੂੰ ਕਿਵੇਂ ਫੜਦੇ? ਜ਼ਰੂਰ ਜੀ, ਇੱਥੇ ਦੋ ਇਹਦੇ ਪਹਿਲੂ ਨੇ। ਇੱਕ ਤੇ ਜਿਹੜੇ ਬਾਹਰਲੇ ਸਿਟੀਜ਼ਨ ਨੇ ਉਹਨਾਂ ਬਾਰੇ ਮੈਨੂੰ ਇਹ ਨਹੀਂ ਪਤਾ ਵੀ ਇਹ ਕਿੱਦਾਂ ਸਟੇਟਾਂ ਦੀ ਆਪਸ 'ਚ ਕੀ ਅਗਰੀਮੈਂਟ ਆ ਵੀ ਆਪਾਂ ਇੱਕ ਦੂਜੇ ਨਾਲ ਮਤਲਬ ਜਿਹੜੇ ਕ੍ਰਿਮੀਨਲ ਟ੍ਰੇਡ ਕਰਾਂਗੇ ਜਾਂ ਜੋ ਵੀ ਆ। ਹੁਣ ਜੱਗੀ ਜੌਲ ਦਾ ਇੱਕ ਮੇਨ ਕੇਸ ਸੀ, ਮਤਲਬ ਮੈਨੂੰ ਉਹਦੀਆਂ ਡਿਟੇਲਸ ਨਹੀਂ ਪਤਾ ਕਿ ਇੰਡੀਆ ਦੀ ਸਰਕਾਰ ਤੇ ਇੰਗਲੈਂਡ ਦੀ ਸਰਕਾਰ ਦੇ ਵਿੱਚ ਕੀ ਚੱਲਦਾ, ਪਰ ਉਦਾਂ ਦੱਸ ਦੇਣਾ ਕਿ ਜੇ ਉੱਥੇ ਕੋਈ ਬੰਦਾ ਅਰੈਸਟ ਹੁੰਦਾ ਤੇ ਉਹਦੇ ਕੋਲ ਕੀ ਹੱਕ ਨੇ। ਜਿਹੜੀ ਬੋਲਣ ਦੀ ਹੱਕ ਦੀ ਗੱਲ ਕੀਤੀ ਉਹਦੇ ਆਪਾਂ ਅੱਗੇ ਦੱਸਤਾ ਕਿ ਆਰਟੀਕਲ 19 ਤੁਹਾਡੇ ਕੋਲ ਹੱਕ ਦਿੰਦਾ ਹੀ ਨਹੀਂ ਤੁਹਾਨੂੰ ਕੋਈ, ਤੇ ਬੋਲਣ ਦੀ ਆਜ਼ਾਦੀ ਵੀ ਜੇ ਛੱਡੋ ਤੇ ਹੋਰ ਵੀ ਇੱਥੇ ਆਰਟੀਕਲ ਹੈਗੇ ਨੇ ਜਿਹੜੇ ਦੱਸਦੇ ਨੇ ਕਿ ਤੁਹਾਨੂੰ ਬਿਨਾਂ ਕਿਸੇ ਜੁਰਮ ਤੋਂ ਵੀ ਅਰੈਸਟ ਕੀਤਾ ਜਾ ਸਕਦਾ ਹੈ, ਜਿਹੜਾ ਕਿ ਗੋਰਿਆਂ ਦੇ ਸਮੇਂ ਕੀਤਾ ਜਾਂਦਾ ਹੈ। ਹੁਣ ਇਹ ਆਰਟੀਕਲ 22 ਦੇ ਵਿੱਚ ਆਰਟੀਕਲ 22 ਜਿੱਦਾਂ ਆਰਟੀਕਲ 19 ਲਿਖਿਆ ਵੀ ਤੁਹਾਨੂੰ ਹੱਕ ਪਹਿਲਾਂ ਵਿਖਾਉਣਾ ਤੇ ਬਾਅਦ ਚ ਵਾਪਸ ਲੈ ਲੈਣਾ, ਉਦਾਂ ਹੀ ਆਰਟੀਕਲ 22 ਆ। ਆਰਟੀਕਲ 22 ਦਾ ਪਹਿਲਾ ਕਲੌਜ਼ ਕਹਿੰਦਾ ਕਿ no person who is arrested shall be detained without being informed of the grounds for such arrest। ਕਹਿੰਦਾ ਵੀ ਜਿਹੜਾ ਵੀ ਬੰਦਾ ਗ੍ਰਿਫਤਾਰ ਹੁੰਦਾ ਹੈ ਉਹਨੂੰ ਛੇਤੀ ਤੋਂ ਛੇਤੀ ਦੱਸਿਆ ਜਾਊਗਾ ਕਿ ਕਿਉਂ ਗ੍ਰਿਫਤਾਰ ਕੀਤਾ ਗਿਆ। ਤੇ ਉਸ ਤੋਂ ਬਾਅਦ ਪਰ ਇਸੇ ਆਰਟੀਕਲ ਦੇ ਵਿੱਚ ਜਦੋਂ ਦੀ ਸਬ ਕਲੌਜ਼ 3 ਪੜੋ 4 ਪੜੋ, ਉਹ ਕਹਿੰਦਾ ਵੀ ਆਪਾਂ ਕੁਝ ਬੰਦਿਆਂ ਨੂੰ ਅਰੈਸਟ ਕਰ ਸਕਦੇ ਆ ਬਿਨਾਂ ਦੱਸਿਆ, ਤੇ ਪਾਰਲੀਮੈਂਟ ਉਹ ਕਾਨੂੰਨ ਬਣਾ ਸਕਦੀ ਹੈ
ਆਪਾਂ ਜਿੰਨਾ ਚਿਰ ਮਰਜ਼ੀ ਇਹਨਾਂ ਨੂੰ ਡਿਟੈਂਸ਼ਨ 'ਚ ਰੱਖ ਸਕਦੇ ਹਾਂ। ਤੇ ਮਤਲਬ ਇਹਦਾ ਇਹੀ ਕਹਿ ਲਓ ਵੀ ਇਹ ਹੱਕ ਦਾ ਕੋਈ ਮਤਲਬ ਨਹੀਂ ਗਾ, ਸਿਰ ਇਹ ਬੋਲਣ ਦੀ ਆਜ਼ਾਦੀ ਵਾਂਗੂ ਹੀ ਹੈ। ਇਹ ਆਰਟੀਕਲ 22 ਆ। ਹੁਣ ਆਰਟੀਕਲ 21 ਹੈਗਾ ਸੰਵਿਧਾਨ ਦੇ ਵਿੱਚ, ਜਿਹੜਾ ਤੁਹਾਡੇ ਕਹਿ ਲਓ ਵੀ ਜਿਹੜਾ ਤੁਹਾਡਾ ਜੀਣ ਦਾ ਹੱਕ ਆ ਉਹਨੂੰ ਵੀ ਏਦਾਂ ਹੀ ਵਿਖਾ ਕੇ ਵਾਪਸ ਰੱਖ ਲੈਂਦਾ ਹੈ। ਕਹਿੰਦਾ no one shall be deprived of his life unless according to procedure established by law। ਪਹਿਲਾਂ ਕਹਿ ਰਿਹਾ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਤੋਂ ਖੋਈ ਨਹੀਂ ਜਾਊਗੀ, ਬਾਅਦ ਚ ਕਹਿ ਰਿਹਾ ਵੀ ਅਨਲੈਸ ਕਿ ਕੋਈ ਕਾਨੂੰਨ ਬਣਿਆ ਹੋਵੇ ਜਿਹੜਾ ਦੱਸਦਾ ਹੈ। ਤੇ ਇਹ ਕਾਨੂੰਨ ਦਾ ਐਗਜ਼ਾਮਪਲ ਇੱਕ ਮੈਂ ਦੇ ਸਕਦਾ, ਜਿੱਦਾਂ ਪੰਜਾਬ ਡਿਸਟਰਬਡ ਏਰੀਆਜ਼ ਐਕਟ ਬਣਿਆ ਸੀ 1983 ਦੇ ਵਿੱਚ। ਤੇ ਉਹ ਕਾਨੂੰਨ ਦੇ ਵਿੱਚ ਲਿਖਿਆ ਸੀ, ਉਹ ਕਾਨੂੰਨ ਦਾ ਪਰਪਸ ਇਹ ਸੀ ਕਿ ਪੁਲਿਸ ਨੂੰ ਪਾਵਰਾਂ ਦਿੱਤੀਆਂ ਜਾਣ ਕਿ ਜਿਹਨੂੰ ਮਰਜ਼ੀ ਮਾਰ ਸਕਣ। ਔਰ ਉਹ ਕਾਨੂੰਨ ਦੇ ਵਿੱਚ ਇਹੀ ਲਿਖਿਆ ਸੀ ਕਿ ਪੁਲਿਸ ਵਾਲੇ ਮਾਰ ਸਕਦੇ ਨੇ ਬੰਦੇ ਨੂੰ, ਔਰ ਉਸ ਪੁਲਿਸ ਵਾਲੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੋ ਸਕਦਾ, ਉਹਨੂੰ ਤੁਸੀਂ ਕੋਰਟ ਦੇ ਵਿੱਚ ਵੀ ਨਹੀਂ ਲੈ ਕੇ ਜਾ ਸਕਦੇ। ਸੋ ਇਹ ਸਪੈਸ਼ਲ ਅਧਿਕਾਰ ਦਿੱਤੇ ਜਦ ਪੰਜਾਬ ਨੂੰ ਗੜਬੜਵਾਲਾ ਇਲਾਕਾ ਡਿਕਲੇਅਰ ਕੀਤਾ ਸੀ। ਹਾਂਜੀ, ਗੜਬੜਵਾਲਾ ਪੰਜਾਬ ਡਿਸਟਰਬਡ ਏਰੀਆਜ਼ ਐਕਟ। ਤੇ ਜਿਹੜੇ ਉਹਦੇ ਥੱਲੇ ਕੋਈ ਵੀ ਕਿਸੇ ਨੂੰ ਚੱਕ ਕੇ ਪੁਲਿਸ ਵਾਲਾ ਮਾਰ ਸਕਦਾ, ਤੇ ਕੋਈ ਕੇਸ ਨਹੀਂ ਚੱਲ ਸਕਦਾ। ਹਾਂਜੀ, ਉਹਦੇ ਵਿੱਚ ਲਿਖਿਆ ਕਿ ਪੁਲਿਸ ਵਾਲਾ ਆਪਣੇ ਅਨੁਸਾਰ ਕਿਸੇ ਨੂੰ ਵੀ ਚੱਕ ਕੇ ਮਾਰ ਸਕਦਾ ਹੈ, ਤੇ ਤੁਸੀਂ ਉਸ ਪੁਲਿਸ ਵਾਲੇ ਤੇ ਕਿਸੇ ਦੇ ਕਤਲ ਦਾ ਮੁਕੱਦਮਾ ਨਹੀਂ ਦਰਜ ਕਰਾ ਸਕਦੇ। ਪੰਜਾਬ ਡਿਸਟਰਬਡ ਏਰੀਆ ਸੈਕਸ਼ਨ ਜਿਹੜੀ ਪ੍ਰੈਕਟਿਸ ਅਨਮੋਲ ਸਿੰਘ ਜੀ ਹੁਣ ਸੈਣੀ ਦੇ ਖਿਲਾਫ ਚੱਲ ਰਹੀ ਹੈ, ਚਲੋ ਸਪੈਸਿਫਿਕ ਨਹੀਂ ਮੈਂ ਤੁਹਾਨੂੰ ਕਹਿਣਾ, ਤੁਹਾਨੂੰ ਪਤਾ ਨਹੀਂ, ਮਤਲਬ ਉਹਦੇ ਕੋਲ ਇਸ ਐਕਟ ਦੇ ਤਹਿਤ ਉਹ ਨਿਕਲ ਸਕਦਾ ਇਹਦੇ ਚੋਂ? ਬਿਲਕੁਲ ਜੀ ਨਿਕਲ ਸਕਦਾ। ਇਹ ਜਿਹੜਾ ਉਸ ਵੇਲੇ ਪੁਲਿਸ ਵਾਲਿਆਂ ਨੇ ਘਾਣ ਕੀਤਾ ਹੀ ਇਸ ਕਰਕੇ ਸੀ ਕਿਉਂਕਿ ਕਾਨੂੰਨ ਇਜਾਜ਼ਤ ਦੇ ਰਿਹਾ ਘਾਣ ਕਰਨ ਦੀ। ਮਤਲਬ ਤੁਸੀਂ ਸਮਝ ਲਓ, ਤੁਸੀਂ ਪੁਲਿਸ ਵਾਲੇ ਜੇ ਤੁਹਾਨੂੰ ਪਤਾ ਹੋਏ ਕਿ ਤੁਸੀਂ ਕੋਈ ਪੁੱਠਾ ਕੰਮ ਕਰੋ ਤੇ ਤੁਹਾਨੂੰ ਸਜ਼ਾ ਮਿਲ ਸਕਦੀ ਹੈ, ਤੁਹਾਡੇ ਮਨ 'ਚ ਹੋਊਗਾ ਵੀ ਮੈਂ ਨਾ ਕਰਾਂ। ਜਦੋਂ ਕਾਨੂੰਨ ਕਹਿ ਰਿਹਾ ਤੁਹਾਨੂੰ ਵੀ ਤੁਸੀਂ ਜਿਹਨੂੰ ਮਰਜ਼ੀ ਮਾਰੋ, ਅਗਲਾ ਮੁਜਰਮ ਆ ਨਹੀਂ ਮੁਜਰਮ, ਫਿਰ ਤੇ ਤੁਸੀਂ ਸਾਰਾ ਕੁਛ ਹੀ ਕਰੋਗੇ। ਤੁਸੀਂ ਲੁੱਟਾਂ ਵੀ ਕਰੋਗੇ, ਤੁਸੀਂ ਖੋਆ ਕਰੋਗੇ, ਤੁਸੀਂ ਆਪਣੇ ਦੁਸ਼ਮਣਾਂ ਨੂੰ ਵੀ ਮਾਰੋਗੇ, ਤੁਸੀਂ ਆਪਣੇ ਮਤਲਬ ਕੋਈ ਪੁੱਠਾ ਕੰਮ ਰਹਿ ਹੀ ਨਹੀਂ ਗਿਆ। ਜਦੋਂ ਤੁਹਾਨੂੰ ਕਿਸੇ ਨੂੰ ਮਾਰਨ ਦਾ ਹੱਕ ਮਿਲ ਗਿਆ ਤੇ ਪੁਲਿਸ ਤੇ ਤੁਹਾਡੀ ਚਲੋ ਵੀ ਆਵਾਮ ਹੋਣੀ ਹੈ। ਫਿਰ ਸੋ ਗੜਬੜ ਵਾਲੇ ਇਲਾਕੇ 'ਚ ਇੱਕ ਤਾਂ ਤੁਹਾਡਾ 84 ਸਮੇਂ ਲੱਗਿਆ ਟੈਰਰਿਸਟ ਐਂਡ ਡਿਸਟਰਕਟਿਵ ਐਕਟੀਵਿਟੀਜ਼, ਹੁਣ ਵਾਪਾ ਅਨਲੌਫੁਲ ਐਕਟੀਵਿਟੀਜ਼। ਇਹ ਮਤਲਬ ਇਹ ਦੋਨੇ ਕਾਨੂੰਨ ਨੇ ਜਿਹੜੇ, ਇਹਦਾ ਮਤਲਬ ਇਹ ਸਰਕਾਰ ਨੂੰ, ਰਾਜ ਸਰਕਾਰ ਨੂੰ ਜਾਂ ਕਿਤੇ ਵੀ ਇਹਨੂੰ ਵਰਤ ਕੇ ਇਹਨੂੰ ਤਾਕਤ ਦਿੰਦੇ ਆ ਜੀ, ਫਿਰ ਉਹ ਵੀ ਕਿਸੇ ਤੇ ਵੀ ਜ਼ੁਲਮ ਢਾ ਸਕਦੇ। ਹਾਂਜੀ, ਮਤਲਬ ਜਿਹੜਾ ਹੈਗਾ ਸੀ ਕਾਨੂੰਨ ਡਿਸਟਰਬਡ ਏਰੀਆਜ਼ ਐਕਟ ਗੜਬੜਵਾਲਾ ਇਲਾਕਾ, ਜਾਂ ਜਿਹੜਾ ਸਪੈਸ਼ਲ ਫੋਰਸਿਸ ਆਰਮ ਫੋਰਸਿਸ ਸਪੈਸ਼ਲ ਪਾਵਰਸ ਐਕਟ ਜਿਹੜਾ ਅੱਜ ਕਸ਼ਮੀਰ ਤੇ ਲੱਗਾ, ਇਹ ਕਾਨੂੰਨ ਕਹਿ ਰਹੇ ਨੇ ਕਿ ਪੁਲਿਸ ਵਾਲੇ ਜਾਂ ਸਿਕਿਉਰਿਟੀ ਵਾਲੇ ਕਿਸੇ ਨੂੰ ਮਾਰ ਸਕਦੇ ਨੇ। ਹੁਣ ਜਿਹੜਾ ਯੂਆਪਾ ਦੇ ਟਾਡਾ ਕਾਨੂੰਨ ਆ ਉਹ ਥੋੜਾ ਡਿਫਰੈਂਟ ਹੈ। ਉਹ ਕਹਿ ਰਿਹਾ ਵੀ ਜਿਹੜਾ ਵੀ ਬੰਦਾ ਕੋਈ ਇਦਾਂ ਦੇ ਬੋਲਦਾ ਆ ਜਿਹੜਾ ਸਟੇਟ ਦੀ ਅਖੰਡਤਾ ਦਾ ਖਤਰਾ ਹੋਵੇ, ਉਹਨੂੰ ਆਪਾਂ ਸਜ਼ਾ ਦੇ ਸਕਦੇ ਹਾਂ, ਉਹ ਮੁਜਰਮ ਆ, ਉਹ ਅੱਤਵਾਦੀ ਹੈ। ਯੂਆਪਾ ਇਹ ਕਹਿ ਰਿਹਾ। ਅੱਛਾ, ਇੱਕ ਮੈਨੂੰ ਇਹ ਦੱਸਿਓ, ਮੇਰੇ ਤੇ ਹੋਏ ਵਾਧੇ ਦੇ ਬਾਰੇ ਮੈਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ, ਜਾਂ ਕੌਮ ਗੱਲ ਕਰ ਰਹੀ ਆ ਵੀ ਤੁਸੀਂ ਕੋਈ ਸਾਡੇ ਤੇ ਜ਼ੁਲਮ ਕੀਤਾ, ਕੋਈ ਵੀ ਘੱਟ ਗਿਣਤੀ ਜਾਂ ਵੱਧ ਗਿਣਤੀ, ਕੋਈ ਉਹਨੂੰ ਜਦ ਦੇਸ਼ ਦੀ ਅਖੰਡਤਾ ਨੂੰ ਖਤਰਾ ਕਹਿ ਕੇ, ਮੰਨ ਲਓ ਹੁਣ ਦਿੱਲੀ ਦੇ ਵਿੱਚ 5 ਲੱਖ ਬੰਦਾ ਇਕੱਠਾ ਹੋਇਆ, ਉਹਨੂੰ ਕਿਹੜੀ ਕਾਨੂੰਨ ਦੇ ਥੱਲੇ ਉਹਨਾਂ ਨੂੰ ਉਹ ਫੜ ਸਕਦੇ ਆ, ਜਾਂ ਉਹਨੂੰ ਜਿਹੜਾ ਦੇਸ਼ ਦੀ ਅਖੰਡਤਾ ਨੂੰ ਖਤਰਾ, ਯੂਨਿਟੀ ਨੂੰ ਖਤਰਾ ਹੈ, ਉਹਨੂੰ ਕਦ ਲਾਗੂ ਕਰਦੀ ਹੈ ਸਰਕਾਰ? ਕਿਤੇ ਵੀ ਕਰ ਸਕਦੀ ਹੈ, ਕਿਸੇ ਤੇ ਉਹਨੂੰ ਕਿਤੇ ਵੀ ਕਰ ਸਕਦੀ। ਹਾਂਜੀ, ਇਹੀ ਮੇਨ ਪੁਆਇੰਟ ਕਿਤਾਬ ਦੇ ਵਿੱਚ ਆਪਾਂ ਮੇਕ ਕੀਤਾ, ਉਹਨੂੰ ਕਿਤੇ ਵੀ ਕਰ ਸਕਦੇ। ਉਹ ਇੱਕ ਕਾਨੂੰਨ ਨਹੀਂ, ਉਹਦੇ ਬੜੇ ਕਾਨੂੰਨ ਨੇ। ਜਿੱਦਾਂ ਯੂਆਪਾ ਇੱਕ ਕਾਨੂੰਨ ਆ ਕਿ ਕੋਈ ਏਦਾਂ ਦੀ ਗੱਲ ਕਹਿੰਦਾ ਵੀ ਦੇਸ਼ ਦੀ ਅਖੰਡਤਾ ਨੂੰ ਖਤਰਾ, ਉਹ ਹੋ ਸਕਦਾ ਉੱਥੇ ਵੀ ਮਤਲਬ। ਔਰ ਮੇਨ ਚੀਜ਼ ਇਹ ਆ ਵੀ ਡਿਸਾਈਡ ਇਹ ਕਰਦੇ ਆ ਕਿ ਤੁਸੀਂ ਜਿਹੜੀ ਗੱਲ ਆਖੀ ਹੈ ਕਿ ਇਹ ਦੇਸ਼ ਨੂੰ ਵਾਕਈ ਖਤਰਾ ਹੈ ਕਿ ਨਹੀਂ, ਉਹ ਡਿਸਾਈਡ ਕੌਣ ਕਰਦਾ? ਉਹ ਸਟੇਟ ਡਿਸਾਈਡ ਕਰਦੀ ਹੈ, ਇਹ ਕੋਰਟ ਨਹੀਂ ਦੱਸਦੀ। ਔਰ ਇਹ ਯੂਆਪਾ ਇੱਕ ਐਗਜ਼ਾਮਪਲ ਆ। ਪੀਨਲ ਕੋਡ ਦੇ ਵਿੱਚ ਵੀ ਕੁਝ ਧਾਰਾਵਾਂ ਹੈਗੀਆਂ ਨੇ, ਔਰ ਇਹਨਾਂ ਧਾਰਾਵਾਂ ਤਹਿਤ ਮੇਰੇ ਖਿਆਲ ਨਾਲ ਕੁਝ ਸਾਲ ਪਹਿਲਾਂ ਕੁਝ ਸਿੱਖ ਨੌਜਵਾਨ ਵੀ ਅਰੈਸਟ ਕੀਤੇ ਗਏ ਸੀ। ਇਹ ਫਰਵਰੀ 2019 ਦੀ ਗੱਲ ਆ ਮੇਰੇ ਖਿਆਲ ਨਾਲ, ਜਾਂ 2018 ਦੀ, ਜਦੋਂ ਕੁਝ ਨੌਜਵਾਨਾਂ ਕੋਲ ਲਿਟਰੇਚਰ ਸੀ ਭਿੰਡਰਾਂ ਵਾਲੇ ਬਾਰੇ,
ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿ ਇਹ ਸਟੇਟ ਦੇ ਖਿਲਾਫ ਲੜਾਈ ਲੜ ਰਹੇ ਨੇ। ਤੇ ਮਤਲਬ ਉਹਨਾਂ ਕੋਲ ਧਾਰਾ, ਉਹਨਾਂ ਕੋਲ ਕਾਨੂੰਨ ਕਾਫੀ ਨੇ, ਸੰਵਿਧਾਨਕ ਨੇ, ਸਾਰੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਉਹ ਕਾਨੂੰਨ ਬਣੇ ਨੇ, ਔਰ ਉਹ ਕਾਨੂੰਨ ਉਹਨਾਂ ਨੂੰ ਹੱਕ ਦਿੰਦੇ ਨੇ ਵੀ ਤੁਸੀਂ ਇੰਟਰਪ੍ਰੀਟ ਕਰੋ ਤੇ ਤੁਸੀਂ ਆਪੇ ਵੇਖੋ ਕਿਹਨੂੰ ਫੜਨਾ। ਹੋ ਸਕਦਾ ਜਿਹੜੀ ਸਾਡੀ ਗੱਲਬਾਤ ਚੱਲ ਰਹੀ ਹੈ ਇਹ ਵੀ ਉਹਨਾਂ ਨੂੰ ਲੱਗੇ ਕਿ ਇਹ ਦੇਸ਼ ਦੀ ਅਖੰਡਤਾ ਨੂੰ ਖਤਰਾ ਹੈ ਜਾਂ ਇਹ ਸਟੇਟ ਦੀ ਸਿਕਿਉਰਿਟੀ ਨੂੰ ਖਤਰਾ ਹੈ, ਤੇ ਸਾਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਜੇ ਇਹ ਗੱਲ ਇੰਡੀਆ ਦੇ ਵਿੱਚ ਹੋ ਰਹੀ ਹੁੰਦੀ। ਅੱਛਾ ਅਨਮੋਲ ਸਿੰਘ ਜੀ, ਇੱਕ ਇਹਦੇ ਚ ਆਪਾਂ ਇਹਨੂੰ ਸਿੰਪਲ ਕਰ ਰਹੇ ਹਾਂ, ਖੈਰ ਆਪਾਂ ਕੋਈ ਕਿਸੇ ਦੀ ਯੂਨਿਟੀ ਜਾਂ ਕਿਸੇ ਅਖੰਡਤਾ ਨੂੰ ਖਤਰਾ ਨਹੀਂ, ਆਪਾਂ ਤਾਂ ਗੱਲ ਕਰ ਰਹੇ ਹਾਂ, ਕਿਤਾਬ ਤੁਸੀਂ ਲਿਖੀ ਆ ਉਹਦੀ ਗੱਲ ਹੋ ਰਹੀ ਹੈ ਐਨੀਵੇਜ਼। ਬਾਕੀ ਜਦ ਜਿਹਨਾਂ ਨੇ ਕੁਝ ਕਰਨਾ ਉਹਨੂੰ ਆਪਾਂ ਰੋਕ ਨਹੀਂ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਨਹੀਂ ਮੈਂ ਉਹੀ ਕਹਿ ਰਿਹਾ, ਮਤਲਬ ਉਹ ਤੁਸੀਂ, ਹਾਂ ਮੈਂ ਸਮਝ ਗਿਆ ਗੱਲ, ਮੈਂ ਬਸ ਇਹ ਕਹਿ ਰਿਹਾ ਕਿ ਡਿਸਾਈਡ ਉਹ ਕਰਦੇ ਨੇ, ਮਤਲਬ ਉਹ ਸਾਡੇ ਅੱਛਾ ਜੀ ਅਨੁਸਾਰ ਨਹੀਂ ਗਾ। ਹਾਂਜੀ ਹੁਣ ਜੇ ਆਪਾਂ ਮੈਂ ਦੇਖਾਂ ਵੀ ਉਹਨਾਂ ਨੇ ਬਣਾਇਆ ਜਿਹਦੇ ਚ ਐਮਐਸਪੀ ਕੰਟਰੈਕਟ ਫਾਰਮਿੰਗ ਤੇ ਇਹ ਤੇ ਉਹ ਉਹਨਾਂ ਨੇ ਵੱਡਿਆਂ ਘਰਾਣਿਆਂ ਥੱਲੇ ਉਹ ਲੈ ਕੇ ਜਾਣਾ ਚਾਹੁੰਦੇ ਸੀ ਜੱਟਾਂ ਨੂੰ, ਜ਼ਮੀਨਦਾਰ ਨੂੰ, ਵੀ ਤੁਹਾਨੂੰ ਫਾਇਦਾ ਹੋ ਜਾਊ। ਲੋਕਾਂ ਨੇ ਪਸੰਦ ਨਾ ਕੀਤਾ, ਲੋਕ ਧਰਨੇ ਤੇ ਆ ਕੇ ਬਹਿ ਗਏ। ਸਰਕਾਰ ਦੇ ਕੋਲ ਇਹ ਜਿਹੜੀ ਗੱਲ ਚੱਲਦੀ ਆ ਮੁੜ ਮੁੜ ਕੇ ਵੀ ਨਾ ਇਹ ਤਾਂ ਸੈਂਟਰ ਦੀ ਸਰਕਾਰ ਦੇ ਕੋਲ ਹੱਕ ਇਹ ਨਹੀਂ ਹੈ, ਇਹ ਤਾਂ ਰਾਜ ਸਰਕਾਰ ਕੋਲ। ਇਹ ਕਿਹਦੇ ਕੋਲ ਹੱਕ ਸੀ ਇਹ ਕਾਨੂੰਨ ਬਣਾਉਂਦਾ, ਰਾਜ ਸਰਕਾਰ ਕੋਲ ਜਾਂ ਸੈਂਟਰ ਦੀ ਸਰਕਾਰ? ਹਾਂਜੀ, ਜਿੱਦਾਂ ਇੰਟਰਵਿਊ ਦੇ ਸ਼ੁਰੂ 'ਚ ਦੱਸਿਆ, ਜਿਹੜਾ ਐਗਰੀਕਲਚਰ ਦਾ ਮੁੱਦਾ ਹੈ ਤੇ ਉਹ ਸਟੇਟ ਲਿਸਟ ਦੇ ਵਿੱਚ ਕੋਈ ਸ਼ੱਕ ਨਹੀਂ, ਪਰ ਕੀ ਇਹ ਸੱਚ ਹੈ ਕਿ ਸੈਂਟਰ ਸਟੇਟ ਲਿਸਟ ਨੂੰ ਹੱਥ ਨਹੀਂ ਪਾ ਸਕਦਾ? ਇਹ ਸੱਚ ਨਹੀਂ ਗਾ, ਕਿਉਂਕਿ ਜਿੱਦਾਂ ਆਰਟੀਕਲ 258 ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ ਸੀ, ਕਹਿ ਰਿਹਾ ਜਿਹੜਾ ਗਵਰਨਰ ਉਹ ਕੋਈ ਵੀ ਪਾਵਰ ਚੁੱਕ ਕੇ ਦੇ ਸਕਦਾ ਸੈਂਟਰ ਨੂੰ, ਤੇ ਉਹ ਕੱਲ ਨੂੰ ਤੁਹਾਨੂੰ ਸਟੇਟਮੈਂਟ ਕਢਾ ਕੇ ਦੇ ਦੇਣਗੇ ਗਵਰਨਰ ਦੀ, ਆਹ ਦੇਖੋ ਆਹ ਗਵਰਨਰ ਨੇ ਸਾਨੂੰ ਦਿੱਤਾ, ਕਿਉਂਕਿ ਗਵਰਨਰ ਉਹਨਾਂ ਦਾ ਹੀ ਹੈ। ਗਵਰਨਰ ਪ੍ਰਾਈਮ ਮਿਨਿਸਟਰ ਜਿੱਦਣ ਮਰਜ਼ੀ ਗਵਰਨਰ ਲਾ ਸਕਦਾ, ਜਿੱਦਣ ਮਰਜ਼ੀ ਟਾ ਸਕਦਾ, ਤੇ ਗਵਰਨਰ ਨੇ ਉਹ ਕਰਨਾ ਜੋ ਪ੍ਰਾਈਮ ਮਿਨਿਸਟਰ ਕਹਿੰਦਾ, ਉਹਨੂੰ ਤੁਸੀਂ ਵੋਟਾਂ ਪਾ ਕੇ ਨਹੀਂ ਬਣਾਇਆ। ਸੰਵਿਧਾਨਕ ਇਹਦੇ ਨਾਲ ਹੀ ਇੱਕ ਸਵਾਲ ਪਾਣੀਆਂ ਦਾ ਆਉਂਦਾ, ਰਿਪੇਰੀਅਨ ਲਾ ਜੀ, ਉਹ ਇੰਟਰਨੈਸ਼ਨਲ ਲਾ ਜੀ, ਜਿਹੜੀ ਧਰਤੀ ਤੋਂ ਪਾਣੀ ਵਗਦਾ ਹੈ ਉਹ ਧਰਤੀ ਦਾ ਹੀ ਹੱਕ ਹੈ ਪਾਣੀਆਂ ਤੇ। ਪੰਜਾਬ ਦੇ ਪਾਣੀਆਂ ਨੂੰ ਜਿਹੜਾ ਲੈ ਕੇ ਗਏ ਨੇ ਉਹ ਕਿਹਦੇ ਥੱਲੇ ਲੈ ਕੇ ਗਏ ਨੇ ਜੀ? ਉਹ ਵੀ ਰਾਜ ਸਰਕਾਰ ਦਾ ਸੀ ਜਾਂ ਉਹ ਸੈਂਟਰ ਦੀ ਸਰਕਾਰ ਦਾ ਸੀ? ਨਹੀਂ, ਉਹ ਸ਼ੁਰੂ ਤੋਂ ਪਾਣੀ ਸ਼ੁਰੂ ਤੋਂ ਸੈਂਟਰ ਤੇ। ਇਹ ਪਾਣੀ ਦਾ ਜਿਹੜਾ ਰਿਵਰ ਵਾਟਰ ਹੈ ਹੀ ਯੂਨੀਅਨ ਦੀ ਲਿਸਟ ਆ, ਤੇ ਇੱਕ ਹੋਰ ਸੰਵਿਧਾਨ ਦੇ ਵਿੱਚ ਆਰਟੀਕਲ ਆ, ਇਸ ਵੇਲੇ ਮੇਰੇ ਕੋਲ ਨੋਟਸ ਮੇਰੇ ਸਾਹਮਣੇ ਨਹੀਂ ਹੈਗੇ, ਉਹ ਕਹਿੰਦਾ ਵੀ ਜੇ ਦੋ ਸੂਬਿਆਂ ਦੇ ਵਿੱਚ ਕੋਈ ਡਿਸਪਿਊਟ ਹੋਵੇ ਉਹ ਵੀ ਸੈਂਟਰ ਦੀ ਸਰਕਾਰ ਤੈਅ ਕਰੂਗੀ। ਜਿੱਦਾਂ ਹਰਿਆਣੇ ਪੰਜਾਬ 'ਚ ਡਿਸਪਿਊਟ ਆ ਪਾਣੀ ਦੀ, ਉਹ ਸੈਂਟਰ ਦੀ ਸਰਕਾਰ ਤੈਅ ਕਰੂਗੀ ਕਿ ਉਹ ਪਾਣੀ ਕਿੱਥੇ ਜਾਊਗਾ, ਕਿੱਦਾਂ ਜਾਊਗਾ। ਜਿਹੜੀ ਰਿਪੇਰੀਅਨ ਲਾਅ ਦੀ ਜਾਂ ਤੁਸੀਂ ਰਿਪੇਰੀਅਨ ਰਾਈਟਸ ਦੀ ਗੱਲ ਕਰਦੇ ਜੇ, ਉਹ ਇੱਕ ਕਹਿ ਲਓ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਇੱਕ ਐਗਰੀਮੈਂਟ ਆ ਵੀ ਏਦਾਂ ਚੀਜ਼ ਹੋਣੀ ਚਾਹੀਦੀ ਹੈ। ਜਿੱਦਾਂ ਸਾਨੂੰ ਇੰਟਰਨੈਸ਼ਨਲ ਕਮਿਊਨਿਟੀ 'ਚ ਐਗਰੀਮੈਂਟ ਆ ਵੀ ਫਰੀਡਮ ਆਫ ਸਪੀਚ ਵੀ ਇੱਕ ਰਾਈਟ ਆ, ਇੱਦਾਂ ਰਿਪੇਰੀਅਨ ਰਾਈਟਸ ਨੇ ਕਿ ਜਿਹੜੇ ਸੂਬੇ ਨੂੰ ਉਹਦੇ ਹੜ੍ਹਾਂ ਦੀ ਮਾਰ ਪੈਂਦੀ ਪਾਣੀ ਉਹਨਾਂ ਦਾ, ਪਰ ਉਹ ਕੋਈ ਕਾਨੂੰਨ ਨਹੀਂ ਗਾ ਜਿਹੜਾ ਇੰਡੀਆ ਦੇ ਕਿਸੇ ਨੇ ਲਾਗੂ ਕੀਤਾ, ਕਿਉਂਕਿ ਇਹ ਸਾਰੇ ਸੋਵਰਨ ਮੁਲਕ ਨੇ, ਇਹਨਾਂ ਦੀ ਆਪਸ 'ਚ ਅਗਰੀਮੈਂਟ ਹੋ ਸਕਦੀ ਹੈ, ਪਰ ਐਟ ਦੀ ਐਂਡ ਆਫ ਦ ਡੇ ਹੋਣਾ ਉਹੀ ਹੈ ਜੋ ਸਰਕਾਰ ਕਹਿੰਦੀ ਹੈ। ਕੋਈ ਅਮਰੀਕਾ ਨਹੀਂ ਕਹਿ ਸਕਦਾ ਇੰਡੀਆ ਨੂੰ, ਨਾ UN ਕਹਿ ਸਕਦੀ ਕਿ ਤੁਸੀਂ ਏਦਾਂ ਕਰੋ। ਉਹ ਅੰਦਰ ਇੰਡੀਆ ਦੇ ਕੀ ਹੁੰਦਾ ਉਹ ਇੰਡੀਆ ਦੀ ਆਪਣੀ ਮਰਜ਼ੀ ਹੈ, ਤੇ ਸੰਵਿਧਾਨ ਸਾਨੂੰ ਦੱਸਦਾ ਕਿ ਇਹ ਪਾਵਰ ਸਾਰੀ ਸੈਂਟਰ ਕੋਲ। ਸਾਨੂੰ ਪਤਾ ਵੀ ਇਹ ਪਾਵਰ ਸਾਰੀ ਸੈਂਟਰ ਕੋਲ, ਕਿਉਂਕਿ ਜਿਹੜਾ ਪਾਣੀ ਪੰਜਾਬ ਦਾ ਦਿੱਤਾ ਜਾਂਦਾ ਦਿੱਲੀ ਨੂੰ, ਰਾਜਸਥਾਨ ਨੂੰ, ਇਹ ਆਪਣੇ ਲੋਕਾਂ ਨੇ ਤੇ ਨਹੀਂ ਦਿੱਤਾ, ਇਹ ਸੈਂਟਰ ਨੇ ਤੈਅ ਕੀਤਾ। ਅੱਛਾ, ਇਹਦੇ ਵਿੱਚ ਇੱਕ ਹੋਰ ਸੰਵਿਧਾਨ ਬਣਾਉਣ ਵੇਲੇ ਬਹੁਤ ਕਿਹਾ ਜਾਂਦਾ ਜੀ, ਫੋਟੋ ਦਿਖਾ ਕੇ ਹੱਥ ਦੇ ਵਿੱਚ ਅੰਬੇਦਕਰ ਜੀ ਦੇ ਫੜੀ ਹੈ ਸੰਵਿਧਾਨ ਦੀ ਕਾਪੀ, ਤੇ ਉਹਦੇ ਬੁੱਤਾਂ ਨੂੰ ਮੱਥਾ ਟੇਕੀ ਜਾਂਦੇ ਨੇ। ਦਲਿਤ ਹੋਣੀ ਕਹਿੰਦੇ ਨੇ, ਦਲਿਤ ਸਮਾਜ ਸਾਡਾ ਕਹਿੰਦਾ ਸਾਡੇ ਬਾਬਾ ਅੰਬੇਦਕਰ ਨੇ ਬਣਾਇਆ। ਅੰਬੇਦਕਰ ਜੀ ਉਹਨਾਂ ਨੇ ਸੰਵਿਧਾਨ ਬਣਾਉਣ ਦੇ ਵਿੱਚ ਕੋਈ ਭੂਮਿਕਾ ਨਿਭਾਈ ਆ? ਤੁਹਾਡੀ ਕਿਤਾਬ ਦੇ ਪਿੱਛੇ ਕੁਝ ਹੋਰ ਲਿਖਿਆ ਹੋਇਆ ਅੰਬੇਦਕਰ ਉਹਨਾਂ ਦਾ? ਹਾਂਜੀ ਬਿਲਕੁਲ ਜੀ, ਬਿਲਕੁਲ। ਬੜਾ ਵਧੀਆ ਸਵਾਲ ਆ ਜੀ। ਮੈਂ ਥੋੜੀ ਜਿਹੀ ਪਹਿਲਾਂ ਬੈਕਗਰਾਉਂਡ ਦੇਣਾ ਚਾਹੁੰਦਾ ਵੀ ਸੰਵਿਧਾਨ ਬਣਿਆ ਕਿੱਦਾਂ, ਕਿਉਂਕਿ ਬਹੁਤ ਲੋਕਾਂ ਨੂੰ ਇਹਦੇ ਬਾਰੇ ਵੀ ਗਲਤ ਜਾਣਕਾਰੀ ਹੈ। ਪਹਿਲੀ ਦੇਖੋ ਗੱਲ, ਇੱਕ ਬੰਦਾ ਕਦੀ ਵੀ ਸੰਵਿਧਾਨ ਨਹੀਂ ਬਣਾਉਂਦਾ। ਜੇ ਆਖੀਏ ਵੀ ਆ ਪੂਰਾ ਕੋਈ ਕਿਤਾਬ ਇੱਕ ਬੰਦੇ ਨੇ ਤਿਆਰ ਕੀਤੀ ਹੈ
ਸਾਨੂੰ ਉੱਥੇ ਸਮਝ ਆਉਣਾ ਚਾਹੀਦਾ ਵੀ ਇਹ ਸਹੀ ਨਹੀਂ ਜੀ। ਇਹ ਕਾਂਗਰਸ ਦਾ ਇੱਕ ਬੰਦਾ ਸੀ BN ਰਾਓ RAU, ਉਹਨੇ ਤਿਆਰ ਕੀਤਾ ਸੀ ਇਹਦਾ ਪਹਿਲਾ ਡਰਾਫਟ ਸੰਵਿਧਾਨ ਦਾ, ਔਰ ਉਹਨੇ ਕੁਝ ਆਪਣੀ ਮਤ ਨਾਲ ਕੀਤਾ ਬਹੁਤਾ। ਉਹਨੇ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਸੀ ਗੋਰਿਆਂ ਵਾਲਾ, ਜਿਹੜਾ ਗੋਰਿਆਂ ਦਾ ਸੰਵਿਧਾਨ ਸੀ ਉਸ ਵੇਲੇ ਇੰਡੀਆ ਦੇ ਵਿੱਚ, ਬਹੁਤਾ ਉਹਨੇ ਉਸ ਤੋਂ ਚੁੱਕਿਆ। ਉਹਨੇ ਉਹ ਡਾਕੂਮੈਂਟ ਤਿਆਰ ਕਰਕੇ ਦਿੱਤੀ ਡਰਾਫਟਿੰਗ ਕਮੇਟੀ ਨੂੰ। ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸੀ ਡਾਕਟਰ ਅੰਬੇਡਕਰ ਸਾਹਿਬ, ਕੁਝ ਹੋਰ ਵੀ ਕੁਝ ਬੰਦੇ ਸੀ। ਡਰਾਫਟਿੰਗ ਕਮੇਟੀ ਨੇ ਕੁਝ ਸੋਧਾਂ ਕੀਤੀਆਂ। ਉਸ ਤੋਂ ਬਾਅਦ ਇਹ ਸੰਵਿਧਾਨ ਦਿੱਤਾ ਗਿਆ ਕੰਸਟੀਚੂਐਂਟ ਅਸੈਂਬਲੀ ਨੂੰ, ਜਿਹੜੀ ਉਹ 350 ਮੈਂਬਰੀ ਕਮੇਟੀ ਸੀ। ਉਹਨਾਂ ਨੇ ਕੁਝ ਸੋਧਾਂ ਕੀਤੀਆਂ ਤੇ ਉੱਥੇ 3 ਰੀਡਿੰਗਸ ਹੋਈਆਂ। ਉਸ ਤੋਂ ਬਾਅਦ ਜਿਹੜਾ ਐਂਡ ਤੇ ਸੰਵਿਧਾਨ ਬਣਿਆ ਉਹ ਫੜ ਕੇ ਲਾਗੂ ਕਰ ਦਿੱਤਾ ਗਿਆ। ਹੁਣ ਬਣਾਇਆ BN ਰਾਓ ਸਾਹਿਬ ਨੇ, ਚਲੋ ਉਸ ਤੋਂ ਬਾਅਦ ਅੰਬੇਡਕਰ ਸਾਹਿਬ ਨੇ ਸੋਧਾਂ ਕੀਤੀਆਂ ਹੋਣਗੀਆਂ, ਪਰ ਉਹ ਜਿਹੜੀ ਕੰਸਟੀਚੂਐਂਟ ਅਸੈਂਬਲੀ ਸੀ ਉਹ ਕਾਂਗਰਸ ਡੋਮੀਨੇਟਡ ਸੀ। ਉਹ ਜੋ ਮਰਜ਼ੀ ਇੱਥੇ ਬਹਿਸ ਬਸਈਆ ਹੋਵੇ, ਐਂਡ ਤੇ ਹੋਣਾ ਉਹ ਸੀ ਜੋ ਕਾਂਗਰਸ ਕਹਿੰਦੀ, ਕਿਉਂਕਿ ਗਿਣਤੀ ਉਹਨਾਂ ਕੋਲ ਸੀ ਤੇ ਗਿਣਤੀ ਦੀ ਵੀ ਗੱਲ ਕੀ, ਮਤਲਬ ਸਟੇਟ ਹੀ ਉਹਨਾਂ ਕੋਲ ਸੀ, ਉਹ ਕਰ ਸਕਦੇ ਸੀ ਜੋ ਮਰਜ਼ੀ। ਤੇ ਪਰ ਸਾਨੂੰ ਇਹ ਪਤਾ ਅੰਬੇਡਕਰ ਸਾਹਿਬ ਨੇ ਬਾਅਦ ਚ ਸੰਵਿਧਾਨ ਬਾਰੇ ਕੀ ਆਖਿਆ, ਔਰ ਇਹ ਸਟੇਟਮੈਂਟ ਕਿਤਾਬ ਦੇ ਵਿੱਚ, ਇਹ ਰਾਜ ਸਭਾ ਦੇ ਵਿੱਚ 1953 2 ਸਤੰਬਰ ਦੀ ਸਟੇਟਮੈਂਟ ਹੈ। ਉਹ ਕਹਿੰਦੇ ਨੇ ਕਿ ਸਰ ਮਾਈ ਫਰੈਂਡਸ ਟੈਲ ਮੀ ਦੈਟ ਆਈ ਹੈਵ ਮੇਡ ਦ ਕਨਸਟੀਟਿਊਸ਼ਨ but I'm quite prepared to say that I shall be the first person to burn it out. I do not want it. It does not suit anybody. ਉਹਦੇ ਵੀ ਲੋਕੀ ਮੈਨੂੰ ਕਹਿ ਰਹੇ ਕਿ ਮੈਂ ਸੰਵਿਧਾਨ ਬਣਾਇਆ, ਮੈਂ ਸਭ ਤੋਂ ਪਹਿਲਾ ਬੰਦਾ ਹੋਊਂਗਾ ਇਹਨੂੰ ਅੱਗ ਲਾਉਣ ਵਾਲਾ। ਇਹ ਮੈਨੂੰ ਨਹੀਂ ਚਾਹੀਦਾ, ਇਹ ਕਿਸੇ ਦੇ ਫਾਇਦੇ ਦਾ ਨਹੀਂਗਾ। ਇਹ ਅੰਬੇਦਕਰ ਸਾਹਿਬ ਦੀ ਸਟੇਟਮੈਂਟ ਆ ਸੰਵਿਧਾਨ ਬਾਰੇ। ਹੁਣ ਇੱਥੋਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਅੰਬੇਦਕਰ ਸਾਹਿਬ ਦੇ ਹੱਥ 'ਚ ਸੰਵਿਧਾਨ ਬੜੇ ਬੁੱਤ ਬਣਾਉਣਾ ਸਹੀ ਹੈ ਕਿ ਨਹੀਂ। ਮੇਰੇ ਖਿਆਲ ਨਾਲ ਤਾਂ ਨਹੀਂ ਸਹੀ, ਕਿਉਂਕਿ ਉਹ ਬੰਦਾ ਖੁਦ ਕਹਿ ਰਿਹਾ ਵੀ ਇਹ ਸੰਵਿਧਾਨ ਸਹੀ ਨਹੀਂ। ਪਰ ਆਹ ਜਿਹੜੀ ਸਟੇਟਮੈਂਟ ਹੈ, ਇਹ ਜਿਹੜੀਆਂ ਲੋਕ ਸਭਾ ਜਾਂ ਰਾਜ ਸਭਾ 'ਚ ਕੋਈ ਵੀ ਗੱਲ ਹੁੰਦੀ ਆ, ਇਹ ਰਿਕਾਰਡ ਕੀਤੀ ਜਾਂਦੀ ਹੈ, ਔਰ ਇਹ ਗਵਰਨਮੈਂਟ ਆਫ ਇੰਡੀਆ ਦੀ ਵੈਬਸਾਈਟ ਤੋਂ ਹੀ ਇਹ ਸਟੇਟਮੈਂਟ ਕੱਢੀ ਹੈ। ਇਹ ਰਿਕਾਰਡਡ ਸਟੇਟਮੈਂਟ ਹੈ, ਤੇ ਤੁਸੀਂ ਆਨਲਾਈਨ ਇਹ ਸਟੇਟਮੈਂਟ ਪਾਓ, ਤੁਸੀਂ ਦੇਖ ਸਕਦੇ ਜੀ। ਅੱਛਾ ਅਨਮੋਲ ਸਿੰਘ, ਫਿਰ ਇਸ ਤੋਂ ਜਿਵੇਂ ਸਿੰਪਲੀਫਾਈਡ ਤੁਸੀਂ ਦੱਸਿਆ ਕੀਤਾ ਹੈ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਫਿਰ ਆਮ ਜਨ ਸਧਾਰਨ ਦੇ ਕੋਲ ਤਾਂ ਉੱਥੇ ਜੇ ਦੇਖਿਆ ਜਾਵੇ ਫਿਰ ਕੋਈ ਵੀ ਹੱਕ ਹਕੂਕ ਨਹੀਂ ਹੈ। ਫਿਰ ਇਸ ਨਾਲ ਤਾਂ ਜੰਗਲ ਦਾ ਰਾਜ ਹੋਊਗਾ ਜੇ ਇਸ ਨੂੰ ਇੰਪਲੀਮੈਂਟ ਕਰਨ ਲੱਗ ਜਾਣ ਉਹ, ਜਿਹਨੂੰ ਮਰਜ਼ੀ ਫੜ ਕੇ ਠੋਕਣਾ ਹੈ ਵੀ ਦੇਸ਼ ਦੀ ਅਖੰਡਤਾ ਨੂੰ ਖਤਰਾ, ਚੱਲ ਅੰਦਰ, ਤੇ ਕੋਈ ਤੇਰੇ ਕੋਲ ਤੇਰੀ ਦਾਦ ਨਹੀਂ, ਕੋਈ ਫਰਿਆਦ ਨਹੀਂ, ਕਿੱਥੋਂ ਗਿਆ ਬੰਦਾ, ਕਿਵੇਂ ਫੜ ਲਿਆ ਤੇ ਉਹਨੂੰ ਦੱਸਤਾ ਵੀ ਸਾਡੇ ਦੇਸ਼ ਦੇ ਵਿੱਚ ਗੜਬੜੀ ਫਲਾਉਣ ਆਇਆ ਸੀ ਤੇ ਉਹਨੂੰ ਅੰਦਰ ਕਰ ਦਿੱਤਾ ਹੈ। ਪਰ ਕੁਛ ਨਾ ਕੁਛ ਹੈ ਜਿਹੜਾ ਲੋਕਾਂ ਨੂੰ ਬਚਾਉਂਦਾ, ਉਹ ਕੀ ਹੈ ਫਿਰ? ਜ਼ਰੂਰ ਜੀ, ਇਹ ਵਧੀਆ ਸਵਾਲ ਆ ਤੁਹਾਡਾ, ਔਰ ਮੈਂ ਇਹ ਕਹਿਣਾ ਚਾਹੂੰਗਾ ਵੀ ਉੱਥੇ ਇਹੀ ਇੰਪਲੀਮੈਂਟ ਹੈ ਜੀ, ਉੱਥੇ ਜੰਗਲ ਰਾਜ ਹੀ ਹੈ। ਔਰ ਸਾਨੂੰ ਮਤਲਬ ਸਿੱਖਾਂ ਨੂੰ ਤਾਂ ਖਾਸ ਕਰ ਚੰਗੀ ਤਰ੍ਹਾਂ ਪਤਾ ਕਿ ਬੰਦਾ ਮਾਰਨ ਲਈ ਜਾਂ ਬੰਦਾ ਗ੍ਰਿਫਤਾਰ ਕਰਨ ਲਈ ਉਹਨਾਂ ਨੂੰ ਕੋਈ ਜ਼ਿਆਦਾ ਸੋਚਣਾ ਨਹੀਂ ਪੈਂਦਾ। ਸਾਡੇ ਕੋਲ ਬੜੀਆਂ ਉਦਾਹਰਨਾਂ ਜੀ। ਖਾਲੜਾ ਸਾਹਿਬ ਨੂੰ ਕਿਡਨੈਪ ਕਰਕੇ ਮਾਰ ਦਿੱਤਾ ਗਿਆ। ਖਾਲੜਾ ਸਾਹਿਬ ਦਾ ਨਾਂ ਇਸ ਕਰਕੇ ਲੈ ਰਹੇ ਹਾਂ ਵੀ ਹੋਰ ਉੱਥੇ ਬੜੇ ਬੰਦੇ ਇਹਨਾਂ ਨੇ ਸ਼ਹੀਦ ਕੀਤੇ ਨੇ। ਸਾਡੇ ਪਿੰਡ ਦੇ ਵਿੱਚੋਂ ਵੀ ਕਾਫੀ ਸੀ ਜਿਨ੍ਹਾਂ ਦੀ ਇਨਵੋਲਵਮੈਂਟ ਕੋਈ ਨਹੀਂ, ਪਰ ਖਾਲੜਾ ਸਾਹਿਬ ਇੱਕ ਮਸ਼ਹੂਰ ਫਿਗਰ ਸੀ। ਜੇ ਖਾਲੜਾ ਸਾਹਿਬ ਨੇ ਏਦਾਂ ਹੋ ਸਕਦਾ, ਆਮ ਬੰਦੇ ਦੀ ਉੱਥੇ ਕੀ ਪਛਤਾਈ ਹੈ। ਤੇ ਕੁਛ ਗੱਲਾਂ ਸਾਨੂੰ ਐਕਸਪੀਰੀਅੰਸ ਤੋਂ ਵੀ ਪਤਾ ਹੈ। ਸਾਨੂੰ ਉੱਥੇ ਜੇ ਪੁਲਿਸ ਵਾਲਾ ਸਾਡੇ ਨਾਲ ਕੋਈ ਧੱਕਾ ਕਰੇ, ਤੁਸੀਂ ਦੱਸੋ ਤੁਹਾਡੇ ਕੋਲ ਕੋਈ ਰੀਕੋਰਸ ਹੈ? ਜੇ ਤੁਹਾਡੀ ਲੀਡਰਾਂ ਨਾਲ ਜਾਣ ਪਛਾਣ ਨਹੀਂ ਗੀ ਜਾਂ ਤੁਹਾਡੀ ਵੱਡੇ ਅਫਸਰਾਂ ਨਾਲ ਜਾਣ ਪਛਾਣ ਨਹੀਂ ਗੀ, ਕੁਛ ਪਾਟਾ ਤੁਹਾਨੂੰ ਤੰਗ ਕਰਦਾ ਕਿ ਤੁਸੀਂ ਕੁਛ ਕਰ ਸਕਦੇ ਜੇ। ਜੇ ਮੇਰੇ ਕੋਲ ਪੁੱਛਣਾ ਹੈ, ਮੈਂ ਤੇ ਕੁਛ ਨਹੀਂ ਕਰ ਸਕਦਾ। ਮੈਨੂੰ ਪਤਾ ਮੈਂ ਅਦਾਲਤਾਂ 'ਚ ਜਾਊਂਗਾ, ਉੱਥੇ ਧੱਕੇ ਖਾਊਂਗਾ, ਅਦਾਲਤਾਂ ਨੇ ਕੁਛ ਨਹੀਂ ਕਰਨਾ। ਤੇ ਮੈਂ ਆਖੂੰਗਾ ਜੰਗਲ ਰਾਜ ਤੇ ਅੱਗੇ ਹੀ ਹੈਗਾ। ਉਹ ਜਿਹਨੂੰ ਮਰਜ਼ੀ ਫੜ ਸਕਦੇ ਨੇ, ਉਹ ਬੰਦੇ ਫੜਦੇ ਵੀ ਨੇ। ਉਹ ਘੱਟ ਗਿਣਤੀ ਦੇ ਵਿੱਚੋਂ ਬੰਦੇ ਫੜ ਸਕਦੇ ਨੇ, ਵੱਧ ਗਿਣਤੀ ਦੇ ਫੜ ਸਕਦੇ ਨੇ। ਕੁਝ ਸਾਲ ਪਹਿਲਾਂ ਇੱਕ IPS ਅਫਸਰ ਬੜਾ ਮਸ਼ਹੂਰ ਉਹਨਾਂ ਨੇ ਗ੍ਰਿਫਤਾਰ ਕੀਤਾ। ਜੇ ਯੂਆਪਾ ਦੀ 2020 ਦੀ ਲਿਸਟ ਕੱਢੋ ਕਿਹੜੇ ਕਿਹੜੇ ਬੰਦੇ ਅਰੈਸਟ ਹੋਏ ਨੇ, ਕਾਫੀ ਬੰਦੇ ਉਹਨਾਂ 'ਚ ਹਿੰਦੂ ਵੀ ਨੇ। ਜਿਹੜੇ ਬੰਦੇ ਵਕਾਲਤ ਕਰਦੇ ਉਹਨਾਂ ਬੰਦਿਆਂ ਦੀ ਜਿਨ੍ਹਾਂ ਦੇ ਅੱਤਵਾਦੀ ਦਾ ਕੇਸ ਪੈਂਦਾ, ਉਹਨਾਂ ਦੇ ਉੱਤੇ ਵਕੀਲਾਂ ਦੇ ਉੱਤੇ ਵੀ ਅੱਤਵਾਦੀ ਦਾ ਕੇਸ ਪਾ ਦਿੰਦੇ ਨੇ ਕਿ ਵਕਾਲਤ ਵੀ ਨਾ ਕਰਨ ਵਾਲਾ ਵੀ ਹੋਵੇ ਉਹਨਾਂ ਦੀ। ਤੇ ਜੰਗਲ ਰਾਜ ਹੈਗਾ। ਬਾਕੀ ਹੁਣ ਇਹ ਗੱਲ ਆ ਵੀ ਉਹ ਸਾਰਿਆਂ ਨੇ ਕਿਉਂ ਨਹੀਂ ਕਰਦੇ। ਦੇਖੋ ਉਹਨਾਂ ਨੇ ਰਾਜ ਚਲਾਉਣਾ, ਰਾਜ ਤੁਸੀਂ ਕਦੀ ਵੀ ਸਾਰੇ ਬੰਦਿਆਂ ਨੂੰ ਖਤਮ ਕਰਕੇ ਚਲਾ ਨਹੀਂ ਸਕਦੇ।
ਕਿਉਂਕਿ ਰਾਜ ਹੋਣਾ ਲੋਕਾਂ ਦੇ ਉੱਤੇ ਹੀ ਹੈ, ਜਿਹੜਾ ਦੇਸ਼ ਦਾ ਆਊਟਪੁੱਟ ਹੈ ਲੋਕਾਂ ਨੇ ਪੈਦਾ ਕਰਨਾ। ਪਰ ਉਹਨਾਂ ਦੇ ਹੱਥ 'ਚ ਔਜ਼ਾਰ ਹੈਗੇ ਨੇ ਜਿਹੜੇ ਵਰਤ ਸਕਦੇ ਨੇ ਜੇ ਉਹਨਾਂ ਨੂੰ ਲੋੜ ਪਵੇ। ਗੋਰਿਆਂ ਦੇ ਸਮੇਂ ਵੀ ਇਦਾਂ ਹੀ, ਗੋਰਿਆਂ ਕੋ ਪੂਰਾ ਹੱਕ ਸੀ ਸਰਕਾਰ ਕੋ, ਜਿਹਨੂੰ ਮਰਜ਼ੀ ਗ੍ਰਿਫਤਾਰ ਕਰੋ, ਜਿਹਨੂੰ ਮਰਜ਼ੀ ਮਾਰੋ, ਪਰ ਉਹਨਾਂ ਸਾਰਿਆਂ ਨੂੰ ਨਹੀਂ ਮਾਰਿਆ। ਆਬਵੀਅਸਲੀ ਉਹਨਾਂ ਨੂੰ ਚੁੱਕਦੇ ਸੀ ਜਿਹੜੇ ਉਹਨਾਂ ਦੇ ਕਹਿ ਲਓ ਕਿ ਸਕੀਮ ਦੇ ਵਿੱਚ ਫਿੱਟ ਨਹੀਂ ਸੀ ਬੈਠੇ। ਜਿੱਦਾਂ ਕੁਝ ਬੰਦੇ ਜਿਨ੍ਹਾਂ ਨੂੰ ਆਜ਼ਾਦੀ ਦਾ ਆਈਡੀਆ ਪਸੰਦ ਸੀ ਉਹਨਾਂ ਨੂੰ ਫੜਨਾ ਉਹਨਾਂ ਨੇ ਜਾ ਕੇ, ਉਹਨਾਂ ਨੂੰ ਨਹੀਂ ਫੜਨਾ ਵੀ ਜਿਹੜੇ ਅੱਗੇ ਫਿੱਟ ਨੇ ਵੀ ਚਲੋ ਗੋਰੇ ਰਾਜ ਕਰੀ ਜਾਣ, ਠੀਕ ਆ ਸਭ ਕੁਛ। ਤੇ ਬਹੁਤੇ ਬੰਦੇ ਉਸ ਕਹਿ ਲਓ ਕਿ ਰੁਝਾਨ ਵਾਲੇ ਹੁੰਦੇ ਨੇ ਕਿ ਜੋ ਹੈਗਾ ਚੱਲੀ ਜਾਣ ਦੋ, ਉਹ ਨਹੀਂ ਸੋਚਦੇ ਵੀ ਸ਼ਾਇਦ ਇਸ ਤੋਂ ਵੀ ਬਿਹਤਰ ਚੀਜ਼ਾਂ ਹੋ ਸਕਦੀਆਂ ਨੇ, ਤੁਸੀਂ ਇਸ ਤੋਂ ਵਧੀਆ ਰੋਟੀ ਖਾ ਸਕਦੇ ਜੇ ਤੁਹਾਡੇ ਕੋਲ ਹੋਰ ਹੱਕ ਹੋ ਸਕਦਾ। ਬਹੁਤੇ ਬੰਦੇ ਏਦਾਂ ਨਹੀਂ ਸੋਚਦੇ, ਜਿਹੜੇ ਸੋਚਦੇ ਨੇ ਉਹਨਾਂ ਦੇ ਖਿਲਾਫ ਇਹ ਔਜ਼ਾਰ ਯੂਜ਼ ਕੀਤੇ ਜਾਂਦੇ ਆ। ਵਪਾਰਕ ਸੰਦੇਸ਼ਾਂ ਤੋਂ ਬਾਅਦ 1844 247 1550 ਅਨਮੋਲ ਸਿੰਘ ਉਹਨਾਂ ਤੋਂ ਭਾਰਤ ਦੇ ਸੰਵਿਧਾਨ ਦੇ ਬਾਰੇ ਜਿਹਨਾਂ ਉਹਨਾਂ ਨੇ ਕਿਤਾਬ ਲਿਖੀ ਹੈ, ਮੈਂ ਚਾਹੁੰਦਾ ਤੁਸੀਂ ਪੜ੍ਹੋ ਵੀ, ਕਿਉਂਕਿ ਕੋਈ ਚੀਜ਼ ਦਾ ਜਦ ਪਤਾ ਹੀ ਹੈ ਨਹੀਂ ਆਪਾਂ ਨੂੰ, ਅਸੀਂ ਉਹਦੇ ਤੇ ਜਿਹੜਾ ਜ਼ੋਰ ਕਰਦੇ ਆ, ਆਹ ਹੋ ਗਿਆ, ਇੱਥੇ ਹੋ ਗਿਆ, ਆਹ ਹੋ ਗਿਆ, ਜਦ ਬੇਸਿਕ ਤੁਹਾਡੇ ਕੋਲ ਹੱਕ ਨਹੀਂ ਕਿਸੇ ਚੀਜ਼ ਦਾ ਡਿਫੈਂਡ ਕਰਨ ਲਈ, ਤਾਂ ਤੁਸੀਂ ਤੁਹਾਡੇ ਕੋਲ ਇਹਦਾ ਮਤਲਬ ਕੁਛ ਨਹੀਂ। ਇਹਦਾ ਇਹ ਵੀ ਮਤਲਬ ਨਹੀਂ, ਜਿਵੇਂ ਮੈਂ ਸਵਾਲ ਉਹਨਾਂ ਨੂੰ ਪੁੱਛਿਆ ਵੀ ਉੱਥੇ ਫੜ ਕੇ ਚੁੰਨੀ ਜਾਂਦੇ, ਉਹਦੇ 'ਚ ਇਹ ਹੈ ਜੇ ਉਹਨਾਂ ਨੇ ਟਾਰਗੇਟ ਕਰਨਾ ਕੋਈ ਵੀ ਕਿਸੇ ਨੇ ਫੜਨਾ। ਬਾਕੀ ਦੇਸ਼ਾਂ 'ਚ ਵੀ ਪੁਤਨ ਨੇ ਹੁਣ ਨਵੈਲਨੀ ਉਹਨੂੰ ਫਿੱਟ ਨਹੀਂ ਆਉਂਦਾ, ਪੁਤਨ ਨੇ ਨਵੈਲਨੀ ਉੱਤਰ ਦਾ ਪਹਿਲਾਂ ਪੋਇਜ਼ਨ ਕਰਵਾਇਆ ਤੇ ਜਦ ਮੁੜ ਕੇ ਗਿਆ ਜਰਮਨੋਂ ਫੜ ਲਿਆ, ਉਹਨੂੰ ਠੋਕਤਾ। ਸੇਮ ਟੋਕਨ ਤੇ ਲੋਕ ਗਰੀਬ ਅਰਬ ਡਾਲਰ ਦਾ 1.5 ਬਿਲੀਅਨ ਡਾਲਰ ਦਾ ਇੱਕ ਬਲੈਕ ਸੀ ਦੇ ਕੰਢੇ ਉਹਨੇ ਪੈਲਸ ਬਣਾਇਆ। ਪਿਛਲੇ 4 ਦਿਨ YouTube ਤੇ ਉਹਦੀ ਵੀਡੀਓ ਫਿਰ ਰਹੀ ਹੈ। ਪੈਲਸ ਨਹੀਂ ਮਤਲਬ ਪੁਤਨ ਦੇ ਬਾਰੇ ਮੈਂ ਗੱਲ ਕਰਦਾ। ਤਾਂ ਇਸ ਤਰ੍ਹਾਂ ਹੀ ਹੋਰ ਦੇਸ਼ਾਂ 'ਚ ਵੀ ਲੈਟਿਨ ਅਮਰੀਕਾ 'ਚ ਦੇਖ ਲਓ, ਜਿਹਨੂੰ ਟੰਗਣਾ ਉਹਨਾਂ ਨੇ ਟੰਗ ਦੇਣਾ। ਇਕੱਲਾ ਭਾਰਤ ਨਹੀਂ, ਦੁਨੀਆ ਦੇ ਵਿੱਚ ਆਹ ਜਿਹਨਾਂ 'ਚ ਦੇਸ਼ਾਂ 'ਚ ਬੈਠੇ ਆ ਜਿੱਥੇ ਗੱਲ ਕਰਦੇ ਆ, ਇੱਥੇ ਨਹੀਂ ਹੈ ਵੀ ਤੁਹਾਡਾ ਦਰਵਾਜ਼ਾ ਫੜਾ ਕਰਕੇ ਤੁਹਾਨੂੰ ਫੜ ਕੇ ਮੁਸ਼ਕਾਂ ਬੰਨ੍ਹ ਕੇ ਲੈ ਜਾਣਗੇ। ਹੋਰ ਯੂਰਪ ਦੇ ਕੁਝ ਦੇਸ਼ ਦੇਖ ਲਓ। ਪਰ ਤੁਹਾਡੇ ਸਵਾਲ ਅਨਮੋਲ ਸਿੰਘ ਹੋਣਾ ਨੂੰ ਕੋਈ ਭਾਰਤ ਦੇ ਸੰਵਿਧਾਨ ਦੇ ਬਾਰੇ ਕੋਈ ਗੱਲਬਾਤ ਦੇ ਵਿੱਚੋਂ ਤੁਸੀਂ ਕੋਈ ਗੱਲ ਵੇਖੀ ਹੋਵੇ ਜਿਹੜੀ ਤੁਸੀਂ ਪੁੱਛਣਾ ਚਾਹੋ, ਹੁਣ ਤੋਂ ਆਪਾਂ 20-25 ਮਿੰਟ ਉਹਨਾਂ ਨੂੰ ਸਵਾਲ ਵੀ ਪੁੱਛਾਂਗੇ, ਮੈਂ ਵੀ ਪੁੱਛਾਂਗਾ, ਤੁਸੀਂ ਵਪਾਰਕ ਸੰਦੇਸ਼ ਮੁੜ ਕੇ ਆਉਣਾ ਹੋਣਾ। 2 ਸਵਾਲ ਜਿਹੜੇ ਨੇ ਉਹ ਪਹਿਲਾਂ ਮੈਂ ਲਾਈਨਾਂ ਖਾਲੀ ਕਰਵਾ ਦੇਵਾਂ ਤੇ ਦੂਸਰੇ ਹੋਰ ਲੋਕ ਜਿਹੜੇ ਲਿਸਨਰ ਨੇ ਉਹ ਗੱਲਬਾਤ ਸੁਣ ਸਕਦੇ ਆ, ਸਵਾਲ ਪੁੱਛ ਸਕਦੇ ਆ। ਸੈਮ ਜੀ ਤੁਹਾਡਾ ਪਹਿਲਾ ਸਵਾਲ ਲਾਈਨ ਨੰਬਰ 3। ਸੈਮ ਜੀ ਤੁਹਾਡਾ ਰਾਜਪਾਲ ਸਿੰਘ ਜੀ ਤੁਹਾਡਾ ਲਾਈਨ ਨੰਬਰ 4। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵੈਸੇ ਤਾਂ ਤੁਸੀਂ ਗੱਲ ਕੀਤੀ ਸੀ ਸੈਣੀ ਸਾਹਿਬ ਦੀ, ਜਿੱਦਾਂ ਉਹ ਜਿਹੜਾ ਸੈਣੀ ਸਾਹਿਬ ਵਾਲਾ ਆ ਉਹ ਇੱਕ ਜਿੱਦਾਂ ਇਹਨਾਂ ਦੇ ਦੱਸਣ ਅਨੁਸਾਰ ਇੱਕ ਸਿਰਫ ਡਰਾਮਾ ਆ ਵੀ ਲੋਕ ਜਿਹੜੇ ਨਾ ਭੜਕਣ, ਤੇ ਜਿੱਦਾਂ ਆਪਣੇ ਪੈਂਕੀ ਕੈਟ ਤੇ ਇੱਕ ਸਰਜੀਤ ਸਿੰਘ ਜਿਹੜਾ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਆ ਵੀ ਉਹਨਾਂ ਨੂੰ ਪ੍ਰੋਟੈਕਸ਼ਨ ਹੈਗੀ ਆ, ਇਸੇ ਕਰਕੇ ਉਹ ਬੱਬਰ ਸ਼ੇਰ ਬਣ ਕੇ ਦੱਸਦੇ ਆ ਵੀ ਅਸੀਂ ਸੱਚ ਮੋਹਰੇ ਉਗਲ ਰਹੇ ਆ। ਅਸਲੀਅਤ ਵਿੱਚ ਉਹ ਆਪਣਾ ਕੀ ਐਡਵਾਂਟੇਜ ਲੈਣਾ ਚਾਹੁੰਦੇ ਆ। ਤੇ ਦੂਸਰਾ ਜਿਹੜਾ ਛੋਟਾ ਜਿਹਾ ਸਵਾਲ ਆ ਵੀ ਕੀ ਜਿਹੜਾ ਬੇਸਿਕਲੀ ਨਟਸ਼ਲ ਉੱਥੇ ਜਿਹੜੇ ਲੋਕ ਹੈਗੇ ਆ ਉਹਨਾਂ ਕੋਲ ਬਿਲਕੁਲ ਕੋਈ ਹੱਕ ਨਹੀਂ ਹੈਗਾ, ਸਿਰਫ ਤੇ ਸਿਰਫ ਹੱਕ ਉਹਦੇ ਕੋਲ ਹੀ ਆ ਜਿਹੜਾ ਨੀਵੀਂ ਪਾ ਕੇ ਖੋਪੇ ਲਾ ਕੇ ਰਹਿ ਜਾਂਦਾ, ਜਿਹੜਾ ਮਾੜਾ ਜਿਹਾ ਵੀ ਹੱਥ ਚੁੱਕਦਾ ਆ ਉਹਨੂੰ ਜਦੋਂ ਮਰਜ਼ੀ ਦੱਬ ਸਕਦੇ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਰ ਤੁਹਾਡਾ ਸਵਾਲ ਜੀ ਲਾਈਨ ਨੰਬਰ 5। ਹਾਂਜੀ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਕਾਫੀ ਤੁਸੀਂ ਸਵਾਲ ਕਾਫੀ ਦੱਸਦੇ ਹੋ ਆਪਣੇ ਵੀਰ ਅਨਮੋਲ ਸਿੰਘ ਨੇ, ਤੇ ਮੈਂ 2 ਛੋਟੇ ਤਾਂ ਇੱਕ ਤਾਂ ਕਮੈਂਟ ਮੈਂ ਜਿਹੜੀ ਕਲੈਰਿਟੀ ਅਸੀਂ ਦੇਖਦੇ ਹੈਗੇ, ਇੱਕ ਤਾਂ ਕਿਸਾਨੀ ਬਿੱਲਾਂ ਰੀਸੈਂਟਲੀ ਮੈਂ ਇਹ ਕਹਿੰਦਾ ਵੀ ਜਿਹੜਾ ਰਾਜੇਵਾਲ ਸਾਹਿਬ ਜਾਂ ਆਮ ਲੋਕਾਂ ਦੀ ਇਹ ਸੋਚ ਆ ਵੀ ਇਹ ਗੈਰ ਸੰਵਿਧਾਨਿਕ ਆ, ਤੇ ਮਤਲਬ ਸੰਵਿਧਾਨ ਦੇ ਅਕੋਰਡਿੰਗ ਇਹ ਗੈਰ ਸੰਵਿਧਾਨਿਕ ਨਹੀਂ ਹੈਗੇ, ਇਹ ਸੰਵਿਧਾਨਿਕ ਹੈ, ਸਪਸ਼ਟ ਤੌਰ ਤੇ ਆ ਜਿਹੜਾ ਮੈਂ ਮੰਨਦਾ ਆ। ਤੇ ਕਿਉਂਕਿ ਇਹ ਨਾ ਸਟੇਟ ਨੇ ਕਦੇ ਕਿਹਾ ਨਾ ਕੋਰਟ ਨੇ ਕਦੇ ਕਿਹਾ ਇਹ ਗੈਰ ਸੰਵਿਧਾਨਿਕ ਆ, ਕਿਉਂਕਿ ਉਹ ਕਦੇ ਇਦਾਂ ਦਾ ਕੰਮ ਸਟੇਟ ਕਰੇ ਹੀ ਨਹੀਂ ਸਕਦੀ ਜਿਹਨੂੰ ਕੋਈ ਕੋਰਟ ਦੇ ਵਿੱਚ ਜਾ ਕੇ ਚੈਲੰਜ ਕਰੇ। ਇਹ ਜੋ ਸਾਰਾ ਕੁਝ ਚੱਲ ਰਿਹਾ ਵਰਤਾਰਾ ਸਿਰਫ ਜਿਹੜੀ ਦੁਰਵਰਤੋਂ ਰੋਕੀ ਜਾ ਰਹੀ ਆ ਕਿਸੇ ਕਾਨੂੰਨਾਂ ਦੀ, ਜਿੱਦਾਂ ਇਹਨਾਂ ਦੀ ਵੀ, ਉਹ ਇੱਕ ਲੋਕ ਰੋਹ ਕਰਕੇ ਟੈਂਪਰੇਰੀ ਤੌਰ ਤੇ ਉਹਨਾਂ ਨੂੰ
ਅਮੈਂਡਮੈਂਟ ਕਰ ਲਓ ਜਾਂ ਉਹਨਾਂ ਨੂੰ ਵਿਦਡਰਾ ਕਰ ਲਓ ਜਾਂ ਕੁਝ ਕਰ ਲਓ, ਉਹ ਲੋਕ ਰੋਹ ਕਰਕੇ ਆ, ਨਾ ਕਿ ਉਹ ਸੰਵਿਧਾਨ ਦੇ ਵਿੱਚ ਉਹਦਾ ਕੋਈ ਹੱਕ ਆ। ਤੇ ਦੂਜੀ ਗੱਲ ਇੱਕ ਮੈਂ ਹੋ ਰਹੀ ਹੈ ਵੀ ਜੇ ਇੱਕ ਇਹਨਾਂ ਨੇ ਅੰਬੇਦਕਰ ਸਾਹਿਬ ਵਾਲੀ ਬੜੀ ਵਧੀਆ ਗੱਲ ਕਰ ਦਿੱਤੀ, ਬਹੁਤ ਲੋਕਾਂ ਦਾ ਬਹਿਸ ਸੀਗਾ, ਤੇ ਇੱਕ ਮੈਂ ਤਾਂ ਇਹਨੂੰ ਵੀ ਕਾਪੀ ਪੇਸਟ ਹੀ ਮੰਨੂਗਾ ਅੰਗਰੇਜ਼ ਦਾ ਜਿਹੜਾ ਸੰਵਿਧਾਨ ਹੈਗਾ। ਇੱਕ ਹੋਰ ਵੀ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਵੀ ਜਿੱਦਾਂ ਆਮ ਲੋਕਾਂ ਦੀ ਸਾਡੀ ਮੈਨੂੰ ਲੱਗਦਾ ਵੀ ਜਿਹੜੀ ਫੈਡਰਲ ਸਟਰਕਚਰ ਲਈ ਜਿਹੜੀ ਸੰਤ ਜਰਨੈਲ ਸਿੰਘ ਨੇ ਫਾਈਟ ਅਨੰਦਪੁਰ ਸਾਹਿਬ ਦੇ ਮਤੇ ਦੀ ਕੀਤੀ ਸੀਗੀ, ਮੈਨੂੰ ਲੱਗਦਾ ਉਹ ਇੱਕੋ ਇੱਕ ਵਧੀਆ ਲੋਕਾਂ ਦੀ ਆਜ਼ਾਦੀ ਦਾ ਸੀਗਾ ਮਤਲਬ ਸੰਘਰਸ਼। ਉਸ ਤੋਂ ਬਾਅਦ ਕੋਈ ਵੀ ਉਦਾਂ ਦਾ ਸੰਘਰਸ਼ ਉਹਦੇ ਨੇੜੇ ਤੇੜੇ ਵੀ ਹੈ ਨਹੀਂ। ਮੈਨੂੰ ਲੱਗਦਾ ਉਹ ਤੋਂ ਘੱਟ ਜੇ ਕੋਈ ਵੀ ਸੰਘਰਸ਼ ਲੜਿਆ ਜਾਊਗਾ, ਉਹ ਚਲੋ ਉਹਨਾਂ ਨੇ ਹਥਿਆਰਬੰਦ ਸੰਘਰਸ਼ ਲੜਿਆ, ਪਹਿਲਾਂ ਧਰਮ ਯੁੱਧ ਸ਼ਾਂਤ ਲੋ, ਉਹ ਅਲੱਗ ਗੱਲ ਆ। ਪਰ ਕਹਿਣ ਤੋਂ ਭਾਵ ਵੀ ਜੇ ਤੁਸੀਂ ਫੈਡਰਲ ਸਟਰਕਚਰ ਤੋਂ ਘੱਟ ਕੋਈ ਵੀ ਸੰਘਰਸ਼ ਲੜੋਗੇ, ਜਿੱਦਾਂ ਅੱਜ ਕਿਸਾਨੀ ਮਸਲਾ ਆ, ਉਹ ਜਿਹੜਾ ਨਿਸ਼ਾਨਾ ਨੇ ਤੁਹਾਨੂੰ ਗੁਲਾਮ ਬਣਾਇਆ, ਮੰਨ ਲਓ ਸੰਵਿਧਾਨ ਨੇ ਤੇ ਤਿਰੰਗੇ ਨੇ, ਤੁਸੀਂ ਉਹਨਾਂ ਨਿਸ਼ਾਨਾ ਅਧੀਨ ਹੀ ਫੇਰ ਲੜ ਰਹੇ ਆ। ਮੇਰੇ ਖਿਆਲ ਨਾਲ ਵੀ ਸਭ ਤੋਂ ਵੱਡੀ ਗੁਲਾਮੀ ਉਹ ਇੱਕ ਜਿਹੜਾ ਤੁਹਾਡੀ ਫੈਡਰਲ ਹੱਕ ਖੋਹਦਾ, ਇੱਕ ਤਿਰੰਗਾ ਤੇ ਦੂਜਾ ਸੰਵਿਧਾਨ। ਮੋਦੀ ਮਾੜਾ ਹੋ ਸਕਦਾ, ਇੰਦਰਾ ਮਾੜੀ ਹੋ ਸਕਦੀ, ABC ਕੋਈ ਵੀ ਮਾੜਾ ਹੋ ਸਕਦਾ, ਕੇਜਰੀਵਾਲ, ਪਰ ਜਿੰਨਾ ਚਿਰ ਤੁਸੀਂ ਬੰਦੇ ਬਦਲਣ ਤੋਂ ਇਲਾਵਾ ਮੰਨ ਲਓ ਸੰਵਿਧਾਨ ਨੂੰ ਨਹੀਂ ਬਦਲਦੇ, ਮੰਨ ਲਓ ਇਹਦੇ ਵੱਲ ਨਹੀਂ ਧਿਆਨ ਦਿੰਦੇ, ਮੈਨੂੰ ਲੱਗਦਾ ਉਹਨਾਂ ਚਿਰ ਨਹੀਂ ਕੁਝ ਵੀ ਚੇਂਜ ਹੋਣਾ। ਤੇ ਜਿਹੜੇ ਮੇਰੇ ਦੋ ਸਵਾਲ, ਇੱਕ ਇਹਨਾਂ ਦੀ ਬੁੱਕ ਦੇ ਵਿੱਚ ਹੀ ਆ ਮੇਰੇ ਕੋਲ ਹੈਗੀ, ਤੇ ਉਹਦੇ ਵਿੱਚ ਜਿਹੜੇ ਇਹ ਗੁਰੂ ਗੋਬਿੰਦ ਸਿੰਘ ਹੁਣਾਂ ਦਾ ਤੇ ਸ਼ਿਵਾ ਜੀ ਦਾ ਇੱਕ ਪੋਸਟਰ ਬਣਾ ਕੇ ਉਹਦੇ ਵਿੱਚ ਮੰਨ ਲਓ ਉਹਨੂੰ ਧਾਰਮਿਕ ਆਪਾਂ ਕਹਿੰਦੇ ਨੇ ਇੱਕ ਸੈਕੂਲਰ ਸੰਵਿਧਾਨ ਹੈ, ਕਿੱਦਾਂ ਝੂਠ ਬੋਲਿਆ ਕਿ ਉਹਨੂੰ ਕਿੱਦਾਂ ਦੀ ਰੰਗਤ ਦਿੱਤੀ ਗਈ ਆ, ਉਹਦੇ ਬਾਰੇ ਇਹ ਜ਼ਰੂਰ ਦੱਸਣ। ਤੇ ਬਾਕੀ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਹ ਦੱਸਣ ਵੀ ਜਿਹੜੇ ਸਾਡੇ ਇੰਟੈਲੈਕਚੁਅਲ ਹੈ ਇੰਡੀਆ ਦੇ, ਖਾਸ ਕਰ ਜਾਣੇ ਇੱਥੇ ਅਸੀਂ ਵੀ ਕਹਿੰਦੇ ਨੇ ਅਸੀਂ ਬਹੁਤ ਹੀ ਪੜ੍ਹਿਆ, ਸਾਨੂੰ ਅਸੀਂ ਮੰਨ ਲਓ ਆਪਣੇ ਧਾਰਮਿਕ ਸੰਸਥਾਵਾਂ ਨਿੰਦਰੇ ਰਹਿੰਦੇ ਹਾਂ, ਮੰਨ ਲਓ ਦਿਨ ਰਾਤ ਵੀ ਸਾਡਾ ਧਰਮ ਮਾੜਾ ਹੀ ਲੋਕ ਏਦਾਂ, ਜਦੋਂ ਕਿ ਜਿਹੜੇ ਕੋਈ ਵੀ ਇੰਟੈਲੈਕਚੁਅਲ ਉਹ ਸੰਵਿਧਾਨ ਬਾਰੇ ਨਹੀਂ ਬੋਲਣਾ ਚਾਹੁੰਦਾ, ਉਹ ਇਹ ਬਿਲਕੁਲ ਨਹੀਂ ਗੱਲ ਕਰਦਾ, ਨਾ ਇੰਡੀਆ ਦਾ ਨਾ ਇੱਥੇ ਬੈਠੇ ਆ ਵੀ ਸੰਵਿਧਾਨ ਦੀ ਸਮੱਸਿਆ ਲੋਕਾਂ ਸਿਰ ਮੜੀ ਜਾਂਦੀ ਹੈ, ਫਿਰ ਉਹਨਾਂ ਨੂੰ ਕੱਟੜ ਦੱਸਿਆ ਜਾਂਦਾ, ਉਹਨਾਂ ਨੂੰ ਧੂਤੇ ਕਿਹਾ ਜਾਂਦਾ, ਫਲਾਨਾ ਧਮਕਾਨਾ ਕਿਹਾ ਜਾਂਦਾ। ਅੱਜ ਵੀ ਜੇ ਕੋਈ ਅਸੀਂ ਕੋਈ ਗੱਲ ਕਰਦੇ ਹਾਂ RS ਜਾਂ ਮੋਦੀ ਦੇ ਬੰਦੇ ਕਿਹਾ ਜਾਂਦੇ ਸੀ ਜਦੋਂ ਕਿਸਾਨੀ ਸੰਘਰਸ਼ ਸਹੀ ਗੱਲ ਕਰਦੇ ਆ। ਇਹਨਾਂ ਦੋ ਗੱਲਾਂ ਬਾਰੇ, ਤੇ ਇੱਕ ਸ਼ਿਵਾਜੀ ਵਾਲੀ ਤਾਂ ਗੁਰੂ ਗੋਬਿੰਦ ਸਿੰਘ ਦੀ ਜਿਹੜੀ, ਤੇ ਇੱਕ ਖਾਸ ਕਰਕੇ ਇੰਟੈਲੈਕਚੁਅਲ ਕਿਉਂ ਐਡੇ ਵੱਡੇ ਮੁਖੌਟੇ ਪਾ ਕੇ ਸੱਚ ਨਹੀਂ ਬੋਲ ਰਹੇ, ਇਹਨਾਂ ਦੋ ਗੱਲਾਂ ਦੀ ਵਿਆਖਿਆ ਕਰਨ ਪਲੀਜ਼। ਜੀ ਥੈਂਕ ਯੂ ਸਰ। ਜੋਗਾ ਸਿੰਘ ਜੀ, ਅੱਛਾ ਜੀ, ਮੈਂ ਸਵਾਲ ਲਿਖ ਲਿਆ, ਮੈਂ ਪੁੱਛ ਲੈਣੇ ਨੇ ਬਾਅਦ ਚ। ਜੋਗਾ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਤਾਂ ਇਹ ਇੱਕ ਛੋਟਾ ਜਿਹਾ ਸਵਾਲ ਹੈ, ਇੱਕ ਸਧਾਰਨ ਬੰਦਾ ਤੇ ਇੱਕ ਲੀਡਰ ਦਾ ਕੀ ਦੋਨਾਂ ਦੇ ਹੱਕ ਇੱਕੋ ਜਿਹੇ ਹੁੰਦੇ ਆ? ਜੇ ਕੋਈ ਲੀਡਰ ਆ ਉਹਦੇ ਹੱਕ ਮਤਲਬ ਡਿਫਰੈਂਟ ਹੋ ਸਕਦੇ ਆ, ਤੇ ਦੂਸਰਾ ਕੋਈ ਜੇ ਲੀਡਰ ਜਿਹੜਾ ਇੱਕ ਸਧਾਰਨ ਬੰਦਾ ਮਤਲਬ ਕਿਸੇ ਚੀਜ਼ ਦੇ ਹੁਕਮ ਕਰ ਰਿਹਾ, ਕੋਈ ਆਪਣੇ ਰੱਖ ਲਾ ਬਈ ਅੰਦੋਲਨਕਾਰੀ ਕਰ ਰਿਹਾ, ਜੇ ਉਹ ਲੀਡਰ ਕਰੇ ਉਹਦੇ ਤੇ ਵੀ ਮਤਲਬ ਆਇਆ ਵੀ ਉਹਦੇ ਤੇ ਕੇਸ ਚੱਲੂ। ਮੈਂ ਤਾਂ ਜਦ ਇੰਡੀਆ ਹੁੰਦਾ ਸੀ, ਇੱਕ ਮੇਰਾ ਇਹ ਸਵਾਲ ਆ ਛੋਟਾ ਜਿਹਾ, ਕਹਿੰਦੇ ਸੀ ਵੀ ਜਿਹੜਾ ਅਸਲੀ ਸੰਵਿਧਾਨ ਆ ਉਹ ਤਾਂ ਇੰਡੀਆ 'ਚ ਹੈ ਹੀ ਨਹੀਂ, ਉਹ ਤਾਂ ਬਾਹਰ ਕਿਸੇ ਕੰਟਰੀ 'ਚ ਪਿਆ, ਜਾਂ ਇੰਗਲੈਂਡ ਜਾਂ ਕੈਨੇਡਾ, ਬਸ ਇੰਨਾ ਹੀ ਆ। ਥੈਂਕ ਯੂ ਜੀ। ਪ੍ਰਤਾਪ ਸਿੰਘ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ। ਮੇਰੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਹੈਗੀ ਹੈ ਗਿੱਲ ਸਾਹਿਬ। ਉਹਦੇ ਪਹਿਲੇ ਪੇਜ ਤੇ ਲਿਖਿਆ ਦੀ ਕਨਸਟੀਟਿਊਸ਼ਨ ਆਫ ਇੰਡੀਆ, ਵੀ ਦਾ ਪੀਪਲ ਆਫ ਇੰਡੀਆ ਹੈਵ a solemn resolve institute India into sovereign socialist secular democratic republic। ਦੇਖੋ, ਜਿੱਥੇ ਸੋਸ਼ਲਿਸਟ ਸੈਕੂਲਰ ਡੈਮੋਕ੍ਰੇਟ ਰਿਪਬਲਿਕ ਪਹਿਲੇ ਪੇਜ ਦੇ ਉੱਤੇ ਲਿਖਿਆ ਹੋਇਆ ਹੈ, ਤਾਂ ਆ ਤਿੰਨ ਕਾਨੂੰਨ ਲਿਆ ਕੇ ਕੈਪੀਟਲਿਸਟ ਕਿਵੇਂ ਬਣ ਗਏ ਇੰਡੀਅਨ? ਕੀ ਸੰਵਿਧਾਨ ਪੂਰਾ ਦਾ ਪੂਰਾ ਇਹਨਾਂ ਨੇ ਸਿੱਕੇ ਟੰਗ ਕੇ ਇਹ ਤਿੰਨ ਕਾਨੂੰਨ ਲਿਆ ਕੇ ਔਰ ਕੈਪੀਟਲਿਸਟ ਪਾਲਿਸੀਜ਼ ਨੂੰ ਅਡਾਪਟ ਕਰ ਰਹੇ ਨੇ, ਚਾਹੇ ਉਹਨਾਂ ਨੇ ਹਾਈਵੇ ਤੇ ਟੋਲ ਲਾਇਆ, ਹੋਰ ਪ੍ਰਾਈਵੇਟਾਈਜੇਸ਼ਨ ਕੀਤੀ ਹਸਪੀਟਲ ਦੀ, ਹੈਲਥ ਸਿਸਟਮ ਦੀ, ਸਕੂਲ ਸਿਸਟਮ ਦੀ। ਕੀ ਸੰਵਿਧਾਨ ਦੀਆਂ ਪੂਰੀਆਂ ਧੱਜੀਆਂ ਉਡਾ ਦਿੱਤੀਆਂ ਗਿਆ, ਜਿਹੜਾ ਕਿ ਸਾਨੂੰ ਐਜ਼ ਏ ਸੋਸ਼ਲਿਸਟ ਕੰਟਰੀ ਮਤਲਬ ਕਿ ਆਜ਼ਾਦ ਕੀਤਾ ਗਿਆ ਸੀਗਾ, ਔਰ ਅਸੀਂ ਇਹਨੂੰ ਫਾਰਮੇਸ਼ਨ ਐਜ਼ ਏ ਸੋਸ਼ਲਿਸਟ ਸੈਕੂਲਰ ਕੰਟਰੀ ਕੀਤਾ ਸੀ। ਜੋ ਹੋ ਰਿਹਾ ਹੈ ਕਿ ਇਹ ਸੰਵਿਧਾਨ ਦੀ ਮਾਨਤਾ ਜਿਹੜੀ ਹੈਗੀ ਹੈ, ਪਹਿਲੇ ਪੇਜ ਤੇ ਜੋ ਸਾਡੇ ਨਾਲ ਪ੍ਰੋਮਿਸ ਕੀਤਾ ਗਿਆ ਸੀ, ਉਹਦੀਆਂ ਧੱਜੀਆਂ ਨਹੀਂ ਉਡਾਈਆਂ ਜਾ ਰਹੀਆਂ। ਇਹਦੇ ਬਾਰੇ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਕੋਲ, ਇਹਦੇ ਬਾਰੇ ਕਲੀਅਰ ਕਰ ਕਿ ਅਸੀਂ ਸੋਸ਼ਲਿਸਟ ਆ ਕਿ ਅਸੀਂ ਕੈਪੀਟਲਿਸਟ ਆ, ਇਹ ਚੀਜ਼ ਨੂੰ ਕਲੀਅਰ ਹੁਣੇ ਪੁੱਛਣਾ ਜੀ। ਹੁਣੇ ਇਸ ਵੇਲੇ ਤਿੰਨ ਬਿੱਲ ਨੇ, ਉਹ ਕੈਪੀਟਲਿਸਟ ਸਿਸਟਮ ਦੇ ਨੇ, ਸੋਸ਼ਲਿਸਟ ਸਿਸਟਮ ਦੇ ਨਹੀਂ ਹੈਗੇ। ਸਾਡਾ ਸੰਵਿਧਾਨ ਜਿਹੜਾ ਪੁੱਛਦਾ ਜੀ ਮੈਂ ਸੇਖੋ ਸਾਹਿਬ, ਪੁੱਛਦਾ ਸਰ ਜਗਮੇਲ ਸਿੰਘ, ਲਾਈਨ ਨੰਬਰ 5। ਜਗਮੇਲ ਸਿੰਘ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਹਾਂਜੀ, ਅਰਜ਼ ਇਹ ਹੈ ਬਈ ਡੈਮੋਕ੍ਰੇਸੀ ਦਾ ਬੁਰਕਾ ਪਹਿਨ ਕੇ
ਕੀ ਡਿਕਟੇਟਰਸ਼ਿਪ ਨਹੀਂ ਮੁੜ ਤੋਂ ਹੀ ਲੈ ਕੇ ਸ਼ੁਰੂ ਕੀਤੀ ਹੋਈ, ਇਹ ਦੱਸਿਓ। ਥੈਂਕ ਯੂ ਜੀ ਸਾਹਿਬ। ਮਨਦੀਪ ਲਾਈਨ ਨੰਬਰ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਮੈਂ ਤਾਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਹੁਣ ਸੇਖੋਂ ਸਾਹਿਬ ਨੇ ਸੰਵਿਧਾਨ ਦੀ ਗੱਲ ਕੀਤੀ ਆ, ਜੇ ਹੁਣ ਇੱਕ ਕਿਤਾਬ ਨਿਕਲੀ ਆ ਆਪਣੇ USA ਤੋਂ, ਸਾਡੇ ਵੀਰ ਅਨਮੋਲ ਸਿੰਘ ਨੇ ਕੱਢੀ ਹੈ ਕਿਤਾਬ, Amazon 'ਚ ਵੀ ਉਪਲਬਧ ਹੈਗੀ, Amazon.ca, 13 ਡਾਲਰ ਦੀ ਕਿਤਾਬ ਹੈ ਜੀ। ਮੈਂ ਉਹਨਾਂ ਨਾਲ ਹੀ ਗੱਲ ਕਰ ਰਿਹਾ ਜੀ, ਅਨਮੋਲ ਸਿੰਘ ਨਾਲ 1 ਘੰਟਾ ਦਾ ਗੱਲ ਕਰ ਰਿਹਾ ਜੀ, ਨਾਲ ਹੀ ਨੇ ਮੇਰੇ। ਉਹ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਅਨਮੋਲ ਸਿੰਘ ਜੀ, ਇੱਕ ਸਵਾਲ ਜਿਹੜਾ ਹਰਮੇਲ ਸਿੰਘ ਉਹਨਾਂ ਨੇ ਕੀਤਾ ਵਿਨੀਪੈਗ ਤੋਂ, ਉਹ ਕਹਿੰਦੇ ਵੀ ਜਦ ਕਿਸੇ ਨਾਲ ਹੋ ਰਿਹਾ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਜਾਂ ਹਿਊਮਨ ਰਾਈਟਸ ਦੀ ਕੋਈ ਗੱਲ ਜਿਹੜੀ ਵਿਆਨਾ ਦੇ ਵਿੱਚ, ਜਿਹਨੂੰ ਕਹਿੰਦੇ ਨੇ ਸਾਡੇ ਵੀ UNO 'ਚ ਲੈ ਕੇ ਜਾਵਾਂਗੇ ਜੀ, ਅਸੀਂ ਇਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਵਾਂਗੇ, ਕੀ ਉਹ ਯੂਨਾਈਟਿਡ ਨੇਸ਼ਨ ਦੇ ਜਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕਿਤੇ ਦਖਲਅੰਦਾਜ਼ੀ ਕਰ ਸਕਦੀ ਹੈ ਵੀ ਕੋਈ ਬੰਦਾ ਤੁਸੀਂ ਅੰਦਰ ਫੜਿਆ, ਇਹਨੂੰ ਕਹੋ ਅਸੀਂ ਇਹਨੂੰ ਕੱਢੋ, ਤੁਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬੜੀ ਗੱਲ ਹੇਗ 'ਚ ਚੱਲੇ ਆ ਜੀ, ਅਸੀਂ ਉੱਥੇ ਜਾਵਾਂਗੇ, ਅਸੀਂ ਇਹ ਕੇਸ ਕਰਾਂਗੇ, ਕੀ ਉਹਦੇ ਨਾਲ ਕੋਈ ਫਰਕ ਪੈ ਸਕਦਾ? ਉਹਦੇ ਨਾਲ ਥੋੜਾ ਜਿਹਾ ਪ੍ਰੈਸ਼ਰ ਜ਼ਰੂਰ ਤੁਸੀਂ ਪਾ ਸਕਦੇ ਜੇ, ਪਰ ਜੇ ਆਖੋ ਵੀ ਉਹ ਕੋਰਟ ਜਾਂ ਕੋਈ UN ਦੇ ਬੰਦੇ ਕੋਈ ਡਾਇਰੈਕਸ਼ਨ ਦੇਣ ਇੰਡੀਆ ਦੀ ਗਵਰਨਮੈਂਟ ਨੂੰ, ਇਦਾਂ ਨਹੀਂ ਕਦੀ ਹੁੰਦਾ। ਇਹ ਇੱਕ ਸੋਵਰਨ ਸਟੇਟ ਆ, ਇਹਦੇ ਅੰਦਰ ਆਪਣਾ ਇਹਦਾ ਕਾਨੂੰਨ ਆ, ਇਹਨਾਂ ਨੇ ਆਪਣੇ ਕਾਨੂੰਨ ਦੇ ਅਨੁਸਾਰ ਚੱਲਣਾ। ਤੁਸੀਂ ਇੰਟਰਨੈਸ਼ਨਲ ਲੀਡਰਾਂ ਤੋਂ ਜਾਂ ਇੰਟਰਨੈਸ਼ਨਲ ਕਮਿਊਨਿਟੀ ਤੋਂ ਪ੍ਰੈਸ਼ਰ ਹੀ ਪਵਾ ਸਕਦੇ ਜੇ, ਡਾਇਰੈਕਟਲੀ ਕੋਈ ਕੰਮ ਨਹੀਂ ਕਰਾ ਸਕਦੇ। ਅਨਮੋਲ ਸਿੰਘ ਜੀ, ਜਿਹੜਾ ਇਹ ਬਹੁਤ ਵੱਡਾ ਵਹਿਮ ਹੈ ਲੋਕਾਂ ਨੂੰ, ਮੇਰਾ ਕੈਨੇਡੀਅਨ ਪਾਸਪੋਰਟ ਹੈ ਮੇਰੇ ਕੋਲ, ਜਾਂ ਮੈਨੂੰ ਲੋਕਲ ਪੁਲਿਸ ਫੜਨ ਆਊ, ਪਹਿਲਾਂ ਸਾਡੀ ਅੰਬੈਸੀ ਨੂੰ ਕਹਿਣਗੇ, ਦਿੱਲੀ ਅੰਬੈਸੀ ਕਹੂਗੀ ਤਾਂ ਬੰਦਾ ਫੜ ਹੋਊ, ਨਹੀਂ ਬੰਦਾ ਨਹੀਂ ਫੜ ਸਕਦੇ। ਇਹਦਾ ਮਤਲਬ ਤੁਸੀਂ ਉਸ ਧਰਤੀ ਤੇ ਗਏ ਹੋ, ਉੱਥੇ ਤੁਸੀਂ ਕੁਝ ਅਜਿਹਾ ਕੀਤਾ ਜਿਹੜਾ ਉਸ ਧਰਤੀ ਦੇ ਹਿਸਾਬ ਦੇ ਨਾਲ ਗੈਰ ਕਾਨੂੰਨੀ ਹੈ, ਤੁਸੀਂ ਅੰਦਰ ਹੋਵੋਗੇ। ਹਾਂਜੀ, ਮਤਲਬ ਹੁਣ ਵੱਖਰੇ ਵੱਖਰੇ ਦੇਸ਼ਾਂ ਨਾਲ ਵੱਖਰੀਆਂ ਅਗਰੀਮੈਂਟਸ ਨੇ। ਮੈਨੂੰ ਅਮਰੀਕਾ ਦੇ ਕੁਝ ਬੰਦੇ ਪਤਾ ਜਿਹੜੇ ਇੱਥੋਂ ਦੇ ਸਿਟੀਜ਼ਨ ਉੱਥੇ ਗਏ ਸੀ, ਉਹਨਾਂ ਨੂੰ ਤੰਗ ਕੀਤਾ ਗਿਆ। ਤੇ ਅਰੈਸਟ ਦੀ ਗੱਲ ਛੱਡੋ, ਅਰੈਸਟ ਹੋਣਾ ਗੱਲ ਹੋਰ ਆ ਵੀ ਤੁਹਾਨੂੰ ਅਰੈਸਟ ਕੀਤਾ ਗਿਆ ਕਿਸੇ ਚਾਰਜਸ ਤੇ, ਮਤਲਬ ਉੱਥੇ ਬੰਦਾ ਗਾਇਬ ਹੋ ਸਕਦਾ ਹੈ ਤੇ ਬਾਅਦ ਚ ਬੰਦਾ ਲੱਭਦੇ ਰਹੋ ਬੰਦਾ ਕਿੱਥੇ। ਤੇ ਉਹ ਮਤਲਬ ਜ਼ਰੂਰੀ ਵੀ ਨਹੀਂ ਕਿ ਉਹ ਪੁਲਿਸ ਕੋ ਕਰਾਉਣਾ, ਹੋਰ ਵੀ ਬੰਦੇ ਹੈਗੇ ਨੇ ਜਿਹੜੇ ਕਰ ਸਕਦੇ ਨੇ, ਸਰਕਾਰ ਦੇ ਬੰਦੇ। ਜਿੱਦਾਂ ਹੁਣ ਤੁਹਾਨੂੰ ਉਦਾਂ ਹੀ ਉਹ ਬੰਦੇ ਚੁੱਕ ਕੇ ਲੈ ਜਾਣ ਕਾਲੀ ਵਰਦੀ ਵਾਲੇ, ਤੇ ਕਿੱਦਾਂ ਤੁਸੀਂ ਸ਼ੋਅ ਕਰੋਗੇ ਇੰਟਰਨੈਸ਼ਨਲੀ ਵੀ ਤੁਹਾਨੂੰ ਮਤਲਬ ਸਟੇਟ ਨੇ ਅਰੈਸਟ ਕਰਾਇਆ, ਸਵਾਲ ਹੀ ਨਹੀਂ ਖੜਾ ਹੋਣ ਦੇਣਾ। ਹਾਂਜੀ। ਤੇ ਇੱਕ ਪਿੱਛੇ ਵੀ ਰੀਡਰ ਤੇ ਕੁਝ ਵਧੀਆ ਸਵਾਲ ਆਏ ਸੀ, ਮੈਂ ਉਹਨਾਂ ਨੂੰ ਵੀ ਐਡਰੈਸ ਕਰਨਾ ਚਾਹੂੰਗਾ। ਇੱਕ ਸ਼ਾਇਦ ਇੱਕ ਜਿਹੜਾ ਦਿਓਲ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ਼ਿਵਾਜੀ ਦੀ ਕੋਈ ਫੋਟੋ ਆ ਕਿਤਾਬ 'ਚ ਤੁਹਾਡੇ, ਮੈਂ ਮਾਫੀ ਚਾਹੁੰਦਾ, ਮੈਨੂੰ ਪਹਿਲਾਂ ਕਿਤਾਬ ਪੜ੍ਹਨੀ ਚਾਹੀਦੀ ਸੀ, ਪਰ ਮੈਂ ਉਹਦਾ ਪੜ੍ਹ ਲਿਆ ਸੀ ਸਾਰਾ ਕੁਝ ਬੇਸਿਕਲੀ ਕੀ ਹੈ, ਤਾਂ ਹੀ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ, ਮੇਰਾ ਆਰਡਰ ਕੀਤੀ ਹੋਈ ਹੈ। ਉਹ ਕਿਹੜੀ ਪਿਕਚਰ ਆ ਜੀ, ਉਹ 'ਚ ਕੀ ਦਰਸਾਇਆ ਤੁਸੀਂ? ਜ਼ਰੂਰ ਜੀ, ਉਹ ਇੱਕ ਹੋਰ ਦੂਜੇ ਸਵਾਲ ਨਾਲ ਰਿਲੇਟਡ ਆ। ਜਿਹੜਾ ਓਰੀਜਨਲ ਸੰਵਿਧਾਨ ਆ ਉਹ ਇੰਡੀਆ ਦੇ ਵਿੱਚ ਹੀ ਪਿਆ ਆ, ਤੇ ਜਦੋਂ ਇਹਨਾਂ ਨੇ 1949 ਨਵੰਬਰ 'ਚ ਸੰਵਿਧਾਨ ਤਿਆਰ ਕੀਤਾ, ਸਾਇੰਸ ਹੋਣ ਤੋਂ ਬਾਅਦ ਇਹਨਾਂ ਨੇ ਇਸ ਸੰਵਿਧਾਨ ਦੇ ਉੱਤੇ ਚਿੱਤਰ ਬਣਾਏ ਸੀ। ਇੱਕ ਬੰਗਾਲੀ ਇਹਨਾਂ ਨੇ ਆਰਟਿਸਟ ਹਾਇਰ ਕੀਤਾ ਸੀ ਚਿੱਤਰ ਬਣਾਉਣ ਲਈ, ਤੇ ਉਹ ਜਿਹੜਾ ਓਰੀਜਨਲ ਸੰਵਿਧਾਨ ਆ ਉਹਦੇ ਹਰ ਚੈਪਟਰ ਦੇ ਉੱਤੇ ਉਹ ਇਹਨਾਂ ਨੇ ਏਦਾਂ ਚਿੱਤਰ ਬਣਾਇਆ, ਤੇ ਐਂਡ 'ਚ ਲਿਸਟ ਦਿੱਤੀ ਵੀ ਉਹ ਚਿੱਤਰਾਂ ਸਾਰਿਆਂ ਦੀ। ਉਹ ਸ਼ੁਰੂ ਹੁੰਦਾ ਇਹਨਾਂ ਦੀ ਕੋਈ, ਮੈਂ ਤੁਹਾਨੂੰ ਹੁਣੇ ਖੋਲ ਕੇ ਵਿਖਾਉਣਾ, ਜਿਹੜਾ ਪਹਿਲੇ ਚੈਪਟਰ ਦੇ ਸੰਵਿਧਾਨ ਦੇ ਚਿੱਤਰ ਆ ਉਹ ਕੋਈ ਗਾਂ ਦਾ ਚਿੱਤਰ ਬਣਾਇਆ ਇਹਨਾਂ ਨੇ, ਗਾਂ ਦਾ। ਤੇ ਇਹ ਇੱਕ ਹਿੰਦੂ ਧਰਮ ਦੇ ਵਿੱਚ ਇੱਕ ਜ਼ਰੂਰੀ ਥਾਂ ਹੈ ਗਾਂ ਦੀ, ਉਹਦੇ ਕਰਕੇ ਜਿਹੜਾ ਅਗਲਾ ਚੈਪਟਰ ਆ ਉਹ ਪੁਰਾਣਾ ਸੀਨ ਹੈ ਇੰਡੀਆ ਦਾ। ਉਸ ਤੋਂ ਬਾਅਦ ਫੰਡਾਮੈਂਟਲ ਰਾਈਟਸ ਤੇ ਰਾਮਚੰਦਰ ਦਾ ਚਰਿੱਤਰ ਬਣਿਆ। ਕਰਦੇ ਮਤਲਬ ਸ਼੍ਰੀ ਕ੍ਰਿਸ਼ਨ ਦਾ ਚਿਕਨ, ਗੌਤਮ ਬੁੱਧ ਦਾ ਚਿੱਤਰ, ਕਰਦੇ ਨਟਰਾਜ, ਇਹਨਾਂ ਦੇ ਦੇਵੀ ਦੇਵਤੇ ਜੋ ਵੀ ਹੈ, ਤੇ ਵਿਚਕਾਰ ਇਹਨਾਂ ਨੇ ਇੱਕ ਚਿੱਤਰ ਬਣਾਇਆ ਸ਼ਿਵਾਜੀ ਛਤਰਪਤੀ ਜਿਹੜਾ ਮਰਾਠਾ ਲੀਡਰ ਸੀ, ਤੇ ਗੁਰੂ ਗੋਬਿੰਦ ਸਿੰਘ ਦਾ, ਦੋਵਾਂ ਨੂੰ ਬਰਾਬਰ ਕਰਕੇ। ਤੇ ਇਹ ਚਿੱਤਰ ਦੀ ਜਿੱਥੇ ਲਿਸਟ ਦਿੱਤੀ ਐਂਡ 'ਚ ਇਹਨੂੰ ਮੁਸਲਿਮ ਪੀਰੀਅਡ ਦੇ ਥੱਲੇ ਪਾਇਆ। ਤੇ ਇਹਨੂੰ ਹੁਣ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਚਿੱਤਰਾਂ ਦਾ ਮਤਲਬ ਕੀ ਹੈ, ਕਿਉਂਕਿ
ਉਦਾਂ ਇਹ ਕਹਿੰਦੇ ਨੇ ਕਿ ਅਸੀਂ ਸੈਕੂਲਰ ਆ। ਸੈਕੂਲਰ ਦਾ ਵੀ ਇਹਨਾਂ ਨੂੰ ਸਹੀ ਮਤਲਬ ਨਹੀਂ ਪਤਾ। ਸੰਵਿਧਾਨ ਦੇ ਵਿੱਚ ਵੀ ਲਿਖਿਆ ਸੈਕੂਲਰ, ਤੇ ਦੂਜੇ ਬੰਨੇ ਤੁਹਾਡੇ ਸੰਵਿਧਾਨ ਦੇ ਉੱਤੇ ਧਾਰਮਿਕ ਚਿੱਤਰ ਨੇ, ਤੇ ਸਿਰਫ ਤੁਸੀਂ ਆਪਣੇ ਧਰਮ ਦੇ ਨਹੀਂ, ਤੁਸੀਂ ਦੂਜੇ ਧਰਮ ਦੇ ਫਿਗਰਸ ਨੂੰ ਵੀ ਅਪਰੋਪਰੀਏਟ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦਾ ਛਤਰਪਤੀ ਸ਼ਿਵਾਜੀ ਦੇ ਨਾਲ ਫੋਟੋ ਬਰਾਬਰ ਕਰਕੇ ਪਾਉਣ ਦਾ ਇੱਕੋ ਇੱਕ ਮਕਸਦ ਆ ਕਿ ਇਹ ਦੋਵੇਂ ਹਿੰਦੂ ਯੋਧੇ ਸੀ ਜਿਨ੍ਹਾਂ ਨੇ ਇਸਲਾਮ ਦਾ ਵਿਰੋਧ ਕੀਤਾ ਤੇ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਕੀਤੀ। ਬਸ ਉਹ ਇਸ ਆਈਡੀਆ ਨੂੰ ਪ੍ਰਮੋਟ ਕਰ ਰਹੇ ਨੇ, ਇਹਦਾ ਹੋਰ ਕੋਈ ਮਤਲਬ ਨਹੀਂ। ਇਹਨਾਂ ਨੇ ਪਾਇਆ ਵੀ ਮੁਸਲਿਮ ਪੀਰੀਅਡ ਥੱਲੇ ਆ ਤੇ ਆਪਣਾ। ਅੱਛਾ ਅਨਮੋਲ ਸਿੰਘ ਜੀ, ਇੱਕ ਸਵਾਲ ਹੋਰ ਆਇਆ ਟੋਰਾਂਟੋ ਤੋਂ। ਉਹ ਕਹਿੰਦੇ ਇੱਕ ਪਾਸੜ ਤੁਹਾਡੀ ਗੱਲਬਾਤ ਆ, ਹਰ ਰੋਜ਼ ਦਿੱਲੀ 에ਅਰਪੋਰਟ ਤੇ 50 ਜਹਾਜ਼ ਉਤਰਦੇ ਨੇ ਦੁਨੀਆ ਤੋਂ, ਜਿਹ 'ਚ ਸਿੱਖ ਜਾਂਦੇ ਨੇ, ਜਿਹਦੇ 'ਚ 200 ਸਿੱਖ ਆ। ਹਰ ਰੋਜ਼ ਲੱਖਾਂ ਹੀ ਬੰਦਾ ਚੜ੍ਹਦਾ ਤੇ ਉਤਰਦਾ, ਸਾਰਿਆਂ ਨੂੰ ਨਹੀਂ ਫੜਦੇ, ਕਿਸੇ ਨੂੰ ਨਹੀਂ ਫੜਦੇ। ਉਹ ਬੰਦਿਆਂ ਨੂੰ ਫੜਦੇ ਜਿਹੜੇ ਉਹ ਦੇਸ਼ 'ਚ ਗੜਬੜ ਕਰਦੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਤਲਬ ਆਬਵੀਅਸਲੀ ਇੱਕ ਲਿਮਿਟ ਆ ਵੀ ਤੁਸੀਂ ਕਿੰਨੇ ਬੰਦਿਆਂ ਨੂੰ ਫੜ ਸਕਦੇ। ਹੁਣ ਜੇ ਸਾਰੇ ਜੇ ਆਖੋ ਵੀ 100 ਜਹਾਜ਼ ਉੱਤੇ ਜਾਂਦਾ, 100 ਦਾ 100 ਫੜ ਕੇ ਜੇਲ੍ਹ 'ਚ ਪਾ ਦੇਣ ਤੇ ਉਹ ਬੜੇ ਪ੍ਰੋਬਲਮਸ ਨੇ ਉੱਥੇ। ਇੱਕ ਤੇ ਮਤਲਬ ਉਹ ਗੱਲ ਬਹੁਤ ਮਸ਼ਹੂਰ ਹੋ ਜੂਗੀ, ਮਤਲਬ ਇੰਟਰਨੈਸ਼ਨਲ ਕਮਿਊਨਿਟੀ ਨੂੰ ਦਖਲ ਦੇਣਾ ਹੀ ਪਊਗਾ। ਤੇ ਦੂਜੀ ਗੱਲ ਵੀ ਕਿੰਨੀਆਂ ਕਿ ਤੁਸੀਂ ਜੇਲ੍ਹਾਂ ਭਰ ਲਓਗੇ। ਆਬਵੀਅਸਲੀ ਉਹਨਾਂ ਨੇ ਟਾਰਗੇਟਡ ਅਪਰੋਚ ਲੈਣੀ ਆ। ਉਹਨਾਂ ਉਹਨੂੰ ਫੜਨਾ ਜ਼ਿਆਦਾ ਨਹੀਂ ਫੜਨੇ, ਉਹਨਾਂ ਇੱਕ ਦੋ ਨੂੰ ਫੜਨਾ ਜਿਹੜੇ ਜ਼ਰੂਰੀ ਨੇ ਤੇ ਉਹਨਾਂ ਨੇ ਯੂਜ਼ ਕਰਨਾ ਬਾਕੀਆਂ 'ਚ ਡਰ ਪਾਉਣ ਲਈ। ਤੁਸੀਂ ਬੰਦੇ ਬਣ ਕੇ ਯਾਦਵਿੰਦਰ ਸਿੰਘ ਜੀ, ਲਾਈਨ ਨੰਬਰ 3 ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ, ਭਾਈ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ, ਜਿਹੜਾ ਇਹ ਆਪਣਾ ਇੰਡੀਅਨ ਕਨਸਟੀਟਿਊਸ਼ਨ ਬਣਿਆ ਜੀ, ਇਹ ਡਾਕਟਰ ਅੰਬੇਦਕਰ ਨੇ ਨਹੀਂ ਬਣਾਇਆ। ਐਕਚੁਅਲੀ ਇਹਨਾਂ ਦੀ ਬੜੀ ਵੱਡੀ ਟੀਮ ਸੀਗੀ, ਹਾਂ, ਜਿਨ੍ਹਾਂ ਦੇ ਵਿੱਚ 5 ICS ਆਪਣੇ ਅਫਸਰ ਸੀਗੇ। ਇਹ BN ਰਾਓ 1910 ਦਾ ਸੀਗਾ, 16 ਦਾ ਆ ਗਿਆ ਹੈਗਾ ਆਪਣਾ ਚੰਦੂ ਲਾਲ ਕਹਿ ਲੋ ਤ੍ਰਿਵੇਦੀ, ਉਹਦੇ ਵਿੱਚ ਇਹ ਕਹਿ ਲੋ ਇੱਕ ਸਤ ਬੋਸ ਸੀਗਾ, ਤੇ ਇਸੇ ਤਰ੍ਹਾਂ ਆਪਣਾ ਇੱਕ ਸਰਦਾਰ ਸੀਗਾ 1970 ਤਰਲੋਕ ਸਿੰਘ, ਜਿਹਨੇ ਇੰਡੀਆ ਦੇ ਪਹਿਲੀ 5 year ਪਲਾਨ ਬਣਾਈ ਸੀਗੀ। ਸੋ ਇਹਦੇ ਵਿੱਚ KM ਮੁਨਸ਼ੀ ਸੀਗਾ। ਹੋਰ ਇਹਨਾਂ ਸਾਰਿਆਂ ਨੇ ਡਰਾਫਟਿੰਗ ਕਰਕੇ ਜਦੋਂ ਦਿੱਤੀ, ਉਹ ਕੰਸਟੀਚਿਊਂਟ ਅਸੈਂਬਲੀ ਦੇ ਵਿੱਚ ਆਇਆ। ਉਹਦੇ ਵਿੱਚ ਇਹਨਾਂ ਨੇ 7500 ਤੋਂ ਵੱਧ ਇਹਨਾਂ ਨੇ ਸੋਧਾਂ ਕਰਨ ਦੇ ਬਾਰੇ ਕੀਤਾ ਸੀ, ਜਿਹਦੇ ਵਿੱਚੋਂ ਤਕਰੀਬਨ ਕੋਈ ਪੌਣੇ 2500 ਸੋਧਾਂ ਕੀਤੀਆਂ ਗਈਆਂ। ਪਰ ਸਿਰਫ ਅੰਬੇਦਕਰ ਦਾ ਨਾਂ ਇਸ ਕਰਕੇ ਆ ਗਿਆ ਵੀ ਹੀ ਵਾਜ਼ ਅ ਪੋਲੀਟੀਸ਼ੀਅਨ। ਦੂਸਰਾ ਇਹਨਾਂ 'ਚ ਇਕੱਲਾ ਪੋਲੀਟੀਸ਼ੀਅਨ ਇਹ SN ਮੁਖਰਜੀ ਸੀਗਾ। ਔਰ BN ਰਾਓ ਇੰਟਰਨੈਸ਼ਨਲ ਜਿਹੜੀ ਕੋਰਟ ਆਫ ਜਸਟਿਸ ਦਾ ਪਹਿਲਾ ਕੇਸ ਦੇ ਵਿੱਚ ਇਹ ਉਹਦਾ ਜਸਟਿਸ ਰਿਹਾ, ਔਰ ਇਹਦੀ ਡੈਥ ਉੱਥੇ ਹੋ ਗਈ ਸੀ ਬਿਮਾਰੀ ਦੇ ਨਾਲ। ਐਕਚੁਅਲੀ ਇਹ ਸੈਕਟਰੀ ਜਨਰਲ ਆਫ ਯੂਨਾਈਟਿਡ ਨੇਸ਼ਨ ਬਣਨਾ ਸੀ ਤੇ ਬੰਦਾ ਸਭ ਤੋਂ ਲੈਕ ਸੀਗਾ। ਹਾਂ, ਸੋ ਇਹ ਗੱਲ ਹੈਗੀ ਹੈ ਵੀ ਅੰਬੇਦਕਰ ਇਕੱਲੇ ਦਾ ਕੋਈ ਰੋਲ ਨਹੀਂ, ਉਹਦੇ ਵਿੱਚ ਰਜਿੰਦਰ ਪ੍ਰਸਾਦ ਦਾ ਬਹੁਤ ਵੱਡੀ ਟੀਮ ਜਿੰਨੇ ਆਪਣੇ ਪੁਰਾਣੇ ਬੰਦੇ ਪੜ੍ਹੇ ਲਿਖੇ, ਪਰ ਸਿਰਫ ਅੰਬੇਦਕਰ ਨੇ ਲੰਡਨ ਸਕੂਲ ਆਫ ਇਕਨੋਮਿਕਸ ਚੋਂ ਪੋਲੀਟੀਸ਼ੀਅਨ ਹੋ ਕੇ ਇਹਦਾ ਨਾਂ ਉੱਤੇ ਆ ਗਿਆ। ਹੋਰ ਕਈ ਬੰਦਿਆਂ ਦਾ ਅਜੇ ਤੱਕ ਨਾਂ ਨਹੀਂ ਆਇਆ। ਮੇਰੇ ਫਾਦਰ ਦੀ ਕਾਫੀ ਸਟੱਡੀ ਸੀ ਇਹਨਾਂ ਗੱਲਾਂ ਦੇ ਵਿੱਚ, ਉਹ ਇਸ ਤਰ੍ਹਾਂ ਦੱਸਦੇ ਹੈ ਕਿ ਬਹੁਤ ਬੰਦਿਆਂ ਦਾ ਕੰਸਟੀਟਿਊਸ਼ਨ ਬਹੁਤ ਸੋਹਣਾ ਬਣਿਆ ਸੀਗਾ। ਅੱਗੇ ਲਹਿਦਾ ਗੱਲ ਹੈਗੀ ਵੀ ਇਹਨਾਂ ਨੇ 104 ਅਮੈਂਡਮੈਂਟਸ ਕਰਕੇ ਤੇ ਸਤਿਆਨਾਸ਼ ਕਰਤਾ ਹੈਗਾ। ਐਗਰੀਕਲਚਰ ਦੇ ਬਾਰੇ ਵੀ ਮੈਂ ਦੱਸੂਗਾ। ਆਪਣੇ ਸਰਦਾਰ ਦਾ ਰੋਲ ਆਪਣਿਆਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੀ ਉਸ ਬੰਦੇ ਦਾ ਰੋਲ ਆ। ਉਹ ਆਲਮੋਸਟ ਨੋਬਲ ਪ੍ਰਾਈਜ਼ ਦੇ ਨੇੜੇ ਸੀ। ਜਿਵੇਂ ਆਪਾਂ ਕੰਪਨੀ ਨੂੰ ਆਨੇ, ਨਰਿੰਦਰ ਸਿੰਘ ਕੰਪਨੀ ਨੂੰ ਨਾ, NPS ਗਿੱਲ, ਜਿਹੜੇ 3 ਬੰਦੇ ਆ ਆਪਣੇ ਸਿੱਖ ਕੌਮ ਨੂੰ ਪਤਾ ਹੀ ਨਹੀਂ ਇਹ ਕੌਣ ਹੈਗੇ। ਥੈਂਕ ਯੂ ਸਰ। ਧੰਨਵਾਦ ਜੀ। ਅੱਛਾ ਅਨਮੋਲ ਸਿੰਘ ਜੀ, ਅਖੀਰਲੇ ਵਿੱਚ ਮੇਰੇ ਕੋਲ ਕੁਝ ਬ੍ਰੇਕਸ ਰਹਿੰਦੀਆਂ ਨੇ, ਮੈਂ ਤੁਹਾਨੂੰ ਵੀ ਫ੍ਰੀ ਕਰਾਂ। ਇੱਕ ਗੱਲ ਤੇ ਅਸੀਂ ਰੌਲਾ ਫਿਰ ਪਾਉਂਦੇ ਆ ਵੀ ਮਨੁੱਖੀ ਹੱਕਾਂ ਦਾ ਜਿਹੜਾ ਅਧਿਕਾਰ, ਮਨੁੱਖੀ ਅਧਿਕਾਰ ਨੇ ਕੀ ਨੇ, ਮਨੁੱਖੀ ਹੱਕਾਂ ਦਾ ਕੀ ਅਧਿਕਾਰ ਹੈ? ਇਹਦਾ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਇਹਦੀ ਕੋਈ ਉਹਦੇ 'ਚ ਹੈ ਪ੍ਰਵੇਲ ਕਰਦਾ ਕਿਤੇ ਤੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਨੂੰ ਅਸੀਂ ਬਚਾ ਸਕਦੇ ਆ ਵੀ ਇਹ ਦੇਸ਼ ਦੀ ਅਖੰਡਤਾ ਨਹੀਂ, ਇਹ ਮਨੁੱਖੀ ਹੱਕਾਂ ਦੀ, ਮਨੁੱਖੀ ਅਧਿਕਾਰਾਂ ਦੀ ਗੱਲ ਕਰ, ਉਹ ਕੀ ਹੈ? ਨਹੀਂ, ਇਹੋ ਜੀ ਵਿੱਚ ਕੋਈ ਚੀਜ਼ ਨਹੀਂ ਹੈ। ਹੁਣੇ ਵੀ ਜਿਹੜੇ ਭਾਈ ਸਾਹਿਬ ਨੇ ਸਵਾਲ ਪੁੱਛਿਆ, ਉਹਨਾਂ ਨੇ ਸਹੀ ਦੱਸਿਆ ਵੀ ਅੰਬੇਦਕਰ ਸਾਹਿਬ ਨੇ ਨਹੀਂ ਬਣਾਇਆ, ਇਹਨਾਂ ਨੇ ਯੂਜ਼ ਕੀਤਾ ਗਿਆ। ਪਰ ਗਲਤੀ ਉਹਨਾਂ ਨੇ ਉਹ ਕੀਤੀ ਜਿਹੜੇ ਕਹਿੰਦੇ ਕਿ ਸੰਵਿਧਾਨ ਬੜਾ ਸੋਹਣਾ ਬਣਿਆ ਸੀ ਤੇ ਸੋਧਾਂ ਕਰਕੇ ਇਹਦਾ ਸਤਿਆਨਾਸ਼ ਹੋਇਆ। ਮੈਂ ਤੁਹਾਨੂੰ ਜਿੰਨੇ ਆਰਟੀਕਲ ਅੱਜ ਪੜ੍ਹ ਕੇ ਸੁਣਾਏ ਨੇ, ਆਰਟੀਕਲ 19 ਜਿਹੜਾ ਬੋਲਣ ਦਾ ਹੱਕ ਖਤਮ ਕਰਦਾ, ਆਰਟੀਕਲ 22 ਜਿਹੜਾ ਤੁਹਾਨੂੰ ਅਰੈਸਟ ਦੀ ਇਜਾਜ਼ਤ ਦਿੰਦਾ ਸਟੇਟ ਨੂੰ ਬਿਨਾਂ ਕਾਰਨ ਤੋਂ, ਆਰਟੀਕਲ 258A ਜਿਹੜਾ ਸੈਂਟਰ ਨੂੰ ਪਾਵਰ ਦਿੰਦਾ ਵੀ ਸਟੇਟ ਦੇ ਹੱਕ ਖੋਏ,
ਇਹ ਸਾਰੇ ਆਰਟੀਕਲ ਸ਼ੁਰੂ ਤੋਂ ਹੀ ਹੈਗੇ ਸੀ, ਇਹ ਸੋਧਾਂ ਕਰਕੇ ਨਹੀਂ ਪਾਏ ਉਹਨਾਂ ਨੇ। ਤੇ ਜੇ ਸੋਧਾਂ ਕਰਕੇ ਪਾਏ ਹੋਣ ਤੇ ਹਾਂਜੀ ਸ਼ੁਰੂ ਤੋਂ ਹੀ ਸੀ, ਜੇ ਸੋਧਾਂ ਕਰਕੇ ਪਾਏ, ਜੇ ਸੰਵਿਧਾਨ ਇਹੋ ਜਿਹਾ ਜਿਹੜਾ ਇਦਾਂ ਦੀਆਂ ਸੋਧਾਂ ਹੋਣ ਦਿੰਦਾ ਤੇ ਫਿਰ ਮਤਲਬ ਮੈਂ ਉਹਨੂੰ ਏਡਾ ਸੋਹਣਾ ਤਾਂ ਨਹੀਂ ਕਹਿ ਸਕਦਾ। ਜਿਹੜੀ ਤੁਸੀਂ ਹੱਕਾਂ ਦੀ ਗੱਲ ਕੀਤੀ ਹੈ, ਇਹ 'ਚ ਕੋਈ ਚੀਜ਼ ਨਹੀਂ ਹੈਗੀ ਮਨੁੱਖੀ ਹੱਕਾਂ ਵਾਲੀ, ਤੁਸੀਂ ਇਹਨੂੰ ਯੂਜ਼ ਨਹੀਂ ਕਰ ਸਕਦੇ। ਸਾਰੀ ਪਾਵਰ ਸਟੇਟ ਕੋ ਆ, ਸਟੇਟ ਡਿਸਾਈਡ ਕਰੂਗੀ ਵੀ ਕਿਹੜੀ ਗੱਲ ਆਪਾਂ ਹੋਣ ਦੇਣੀ, ਕਿਹੜੀ ਨਹੀਂ ਹੋਣ ਦੇਣੀ, ਕਿੱਥੇ ਹੋਣ ਦੇਣੀ, ਕਿੱਦਾਂ ਨਹੀਂ, ਮਤਲਬ ਉਹ ਸਟੇਟ ਦੇ ਹੱਥ ਦੇ ਵਿੱਚ ਹੈ। ਜੀ ਆਖਰ 'ਚ ਆਪਣੀ ਕਿਤਾਬ ਦੇ ਬਾਰੇ ਵੀ ਦੱਸਿਓ ਜੀ, ਕਿੱਥੋਂ ਮਿਲਦੀ ਆ ਉਹ, ਤੇ ਸਮਾਂ ਇਸ ਨੂੰ ਕਰਿਓ 2 ਮਿੰਟ ਦੇ ਵਿੱਚ ਕੁਝ ਹੋਰ ਅਖੀਰ 'ਚ ਕਹਿਣਾ ਚਾਹੋ ਜਿਹੜਾ ਮੈਂ ਪੁੱਛ ਨਾ ਸਕਿਆ ਹੋਵਾਂ। ਹਾਂਜੀ, ਮੈਂ ਸੇਖੋਂ ਸਾਹਿਬ ਦਾ ਇੱਕ ਸਵਾਲ ਸੀ ਜਿਹੜਾ ਰੀਡਰਾਂ ਵੱਲੋਂ ਮਤਲਬ ਲਿਸਨਰਸ ਵੱਲੋਂ ਜੈਨੂਇਨ ਸਵਾਲ ਆਇਆ, ਮੈਂ ਉਹਦੇ 2 ਮਿੰਟ ਲੈਣਾ ਚਾਹੁੰਦਾ ਬਸ। ਹਾਂਜੀ ਜ਼ਰੂਰ। ਪ੍ਰੀਐਮਬਲ ਦੇ ਵਿੱਚ ਲਿਖਿਆ ਕਿ ਵੀ ਦ ਪੀਪਲ ਆਫ ਇੰਡੀਆ constitute India into a socialist republic, ਹਨਾ। ਪਹਿਲੀ ਦੀ ਗੱਲ ਵੀ ਜਿਹੜਾ ਪ੍ਰੀਐਮਬਲ ਆ ਇਹ ਸੰਵਿਧਾਨ ਦਾ ਹਿੱਸਾ, ਮਤਲਬ ਐਜ਼ ਅ ਬਾਈਂਡਿੰਗ ਹਿੱਸਾ ਨਹੀਂ ਹੈਗਾ। ਇਹ ਪ੍ਰੀਐਮਬਲ ਦੇ ਵਿੱਚ ਬੜਾ ਕੁਝ ਲਿਖਿਆ ਜਿਹਦੀ ਸੰਵਿਧਾਨ ਅਗਵਾਈ ਨਹੀਂ ਭਰਦਾ। ਇਹਦੇ ਵਿੱਚ ਸੋਸ਼ਲਿਸਟ ਲਿਖਿਆ ਵਾ, ਇਹਦੇ ਵਿੱਚ ਸੈਕੂਲਰ ਲਿਖਿਆ। ਜਦੋਂ ਤੁਸੀਂ ਆਰਟੀਕਲ ਪੜ੍ਹੋ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਸੈਕੂਲਰ ਨਹੀਂ ਹੈ। ਇਹਦੇ ਵਿੱਚ ਜਸਟਿਸ ਲਿਖਿਆ ਵੀ ਤੁਹਾਨੂੰ ਜਸਟਿਸ ਦਊਗਾ, ਜਸਟਿਸ ਇਹਦੇ ਵਿੱਚ ਪੜ੍ਹੋ, ਇਹ 'ਚ ਨਹੀਂਗਾ। ਇਹਨਾਂ ਸ਼ਬਦਾਂ ਨੂੰ ਤੁਸੀਂ ਇਦਾਂ ਯੂਜ਼ ਨਹੀਂ ਕਰ ਸਕਦੇ। ਇਹਨਾਂ ਸ਼ਬਦਾਂ ਦੇ ਵੱਖਰੇ ਵੱਖਰੇ ਬੰਦਿਆਂ ਵਾਸਤੇ ਵੱਖਰੇ ਵੱਖਰੇ ਮਤਲਬ ਨੇ। ਤੁਸੀਂ ਸੰਵਿਧਾਨ ਰਿਐਲਿਟੀ 'ਚ ਪੜ੍ਹੋ, ਉਹ ਆਰਟੀਕਲ 1 ਤੋਂ ਲੈ ਕੇ ਐਂਡ ਤੱਕ ਉਹ ਕਹਿ ਰਿਹਾ ਕਿ ਸੈਂਟਰ ਕੁਝ ਵੀ ਕਰ ਸਕਦਾ, ਸੈਂਟਰ ਕਿਸੇ ਵੀ ਟਾਈਪ ਦਾ ਕਾਨੂੰਨ ਬਣਾ ਸਕਦਾ, ਤੇ ਐਜ਼ ਲੌਂਗ ਕਿ ਉਸ ਦਾਇਰੇ ਦੇ ਵਿੱਚ ਸਟੇਟ ਕੰਮ ਕਰ ਰਹੀ ਹੈ ਉਹ ਕਾਨੂੰਨ ਸੰਵਿਧਾਨਕ ਹੋਊਗਾ। ਆਹ ਤੁਸੀਂ ਪ੍ਰੀਐਮਬਲ ਵਾਲਾ ਸੋਸ਼ਲਿਸਟ ਲੈ ਕੇ ਇਹਨਾਂ ਤੇ ਚਲੋ ਕਿ ਮੁਕੱਦਮਾ ਨਹੀਂ ਦਰਜ ਕਰ ਸਕਦੇ, ਇਹ ਪ੍ਰੀਐਮਬਲ ਦਾ ਕੋਈ ਮਤਲਬ ਨਹੀਂਗਾ। ਜੇ ਪ੍ਰੀਐਮਬਲ ਨਹੀਂ ਸਰਦਾ ਹੁੰਦਾ ਸੰਵਿਧਾਨ ਦੀ ਲੋੜ ਨਹੀਂ ਸੀ ਪੈਣੀ। ਆੜੇ ਪ੍ਰੀਐਮਬਲ ਦੇ ਵਿੱਚ ਸਾਰੇ ਸ਼ਬਦ ਨੇ, ਹਰ ਇੱਕ ਦੀ ਇਹਦੇ ਮਤਲਬ ਵੱਖਰੇ ਵੱਖਰੇ ਨੇ। ਜਸਟਿਸ ਦਾ ਮਤਲਬ ਲਿਬਰਟੀ ਦਾ ਮਤਲਬ ਹੋ ਸਕਦਾ ਮੇਰੇ ਮਨ 'ਚ ਹੋਰ ਹੋਵੇ, ਮੋਦੀ ਦੇ ਮਨ 'ਚ ਹੋਰ ਹੋਵੇ। ਇਸੇ ਕਰਕੇ ਸੰਵਿਧਾਨ ਚਾਹੀਦਾ ਵੀ ਉਹਦੀ ਡਿਟੇਲ ਡੈਫੀਨੇਸ਼ਨ ਦਊਗਾ। ਤੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਸਾਨੂੰ ਪਤਾ ਹੈ। ਸੰਵਿਧਾਨ ਦੇ ਵਿੱਚ ਕਿਹਦੇ ਨਹੀਂ ਹੈਗਾ ਕਿ ਸਟੇਟ ਜਿਹੜੀ ਹੈ ਸੋਸ਼ਲਿਸਟ ਪ੍ਰਿੰਸੀਪਲਸ ਨੂੰ ਅਡੇਅਰ ਕਰੂਗੀ, ਜਾਂ ਉਹ ਸੋਸ਼ਲਿਸਟ ਪ੍ਰਿੰਸੀਪਲਸ ਕਿਹੜੇ ਨੇ, ਇਹ ਕਿਤੇ ਡੈਫੀਨੇਸ਼ਨ ਨਹੀਂ ਦਿੱਤੀ ਗਈ ਇਸ ਚੀਜ਼ ਦੀ। ਬਸ ਇਹੀ ਮੈਂ ਕਹਿਣਾ ਚਾਹੂੰਗਾ ਕਿ ਇਹ ਸੰਵਿਧਾਨ ਦੀ ਧੱਜੀਆਂ ਨਹੀਂ ਉਡਾਈਆਂ, ਇਹ ਪ੍ਰੀਐਮਬਲ ਦਾ ਕੋਈ ਮਤਲਬ ਨਹੀਂਗਾ, ਮਤਲਬ ਸਿਰਫ ਸੰਵਿਧਾਨ ਦਾ। ਸੰਵਿਧਾਨ ਪੜ੍ਹੋ, ਮੈਂ ਇਹ ਦਰਖਾਸਤ ਕਰੂੰਗਾ। ਬਾਕੀ ਕਿਤਾਬ ਦੀ ਗੱਲ, ਕਿਤਾਬ ਐਮਾਜ਼ੋਨ ਅਮਰੀਕਾ 'ਚ ਅਵੇਲੇਬਲ ਆ, ਕੈਨੇਡਾ 'ਚ ਅਵੇਲੇਬਲ ਆ, UK ਦੇ ਵਿੱਚ ਵੀ ਹੈ। ਤੁਸੀਂ ਐਮਾਜ਼ੋਨ ਦੇ ਵਿੱਚ ਪਾਓ ਕਨਸਟੀਟਿਊਸ਼ਨ ਆਫ ਇੰਡੀਆ ਸਿੰਪਲੀਫਾਈਡ, ਤੇ amazon.in ਤੇ ਵੀ ਹੈਗੀ ਆ। ਤੇ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਇਹ ਦਰਖਾਸਤ ਕਰੂੰਗਾ ਵੀ ਸੰਵਿਧਾਨ ਬਾਰੇ ਜ਼ਰੂਰ ਪੜ੍ਹੋ, ਸੰਵਿਧਾਨ ਨੂੰ ਜਾਣੋ, ਕਿਉਂਕਿ ਮੈਨੂੰ ਲੱਗਦਾ ਇੱਕ ਲੌਂਗ ਟਰਮ ਸੋਲੂਸ਼ਨ ਜਿਹੜਾ ਸਿੱਖਾਂ ਦੀ ਪ੍ਰੋਬਲਮ ਤੇ ਹੋਰ ਵੀ ਬੜੇ ਲੋਕਾਂ ਦੀ ਪ੍ਰੋਬਲਮ ਦਾ, ਉਹ ਸੰਵਿਧਾਨ ਦੇ ਰਾਹੀਂ ਹੀ ਹੋਊਗਾ। ਹੋਰ ਬੜੀਆਂ ਗੱਲਾਂ ਲੋਕਾਂ ਨੇ ਸੁਣੀਆਂ ਨੇ, ਆ ਇੱਕ ਐਕਸ਼ਨੇਬਲ ਚੀਜ਼ ਹੈ ਕਿ ਤੁਹਾਡਾ ਸੰਵਿਧਾਨ ਗਲਤ ਆ, ਜੇ ਇਹਨੂੰ ਤੁਸੀਂ ਸੁਧਾਰ ਸਕਦੇ ਜੇ ਇੱਥੇ ਨਵਾਂ ਸੰਵਿਧਾਨ ਜਿਹੜਾ ਜੈਨੂਇਨਲੀ ਤੁਹਾਨੂੰ ਹੱਕ ਦਿੰਦਾ ਹੋਏ, ਤੁਹਾਨੂੰ ਫੈਡਰਲ ਢਾਂਚਾ ਦਿੰਦਾ ਹੋਏ, ਤੇ ਤੁਹਾਡੀਆਂ ਬੜੀਆਂ ਪ੍ਰੋਬਲਮਾਂ ਹੱਲ ਹੋ ਜਾਣਗੀਆਂ। ਇਹ ਕਿਸਾਨਾਂ ਨੂੰ ਕਦੀ ਏਡਾ ਲੰਬਾ ਸੰਘਰਸ਼ ਕਰਨਾ ਹੀ ਨਹੀਂ ਸੀ ਪੈਣਾ ਜੇ ਫੈਡਰਲ ਢਾਂਚਾ ਹੁੰਦਾ। ਸਿੱਖਾਂ ਨੂੰ ਕਦੀ ਇੰਨੀ ਮਾਰ ਸਹਿਣੀ ਨਹੀਂ ਸੀ ਪੈਣੀ ਜੇ ਹੱਕ ਤੁਹਾਨੂੰ, ਜੇ ਸੰਵਿਧਾਨ ਤੁਹਾਨੂੰ ਹੱਕ ਦਿੰਦਾ ਹੁੰਦਾ ਜੀਣ ਦਾ, ਬੋਲਣ ਦਾ, ਜਿਹੜਾ ਇਹਨਾਂ ਧੱਕਾ ਸਿੱਖਾਂ ਨਾਲ ਤੇ ਹੋਰ ਕੌਮਾਂ ਨਾਲ ਵੀ ਭਾਰਤ ਦੇ ਵਿੱਚ। ਇਹ ਸੰਵਿਧਾਨ ਨੂੰ ਪੜ੍ਹੋ, ਇਹਦੇ ਬਾਰੇ ਜਾਣੋ, ਇੱਥੋਂ ਚੇਂਜ ਲਿਆਈਏ ਤੇ ਆਪਾਂ ਆਪਣੀ ਕੌਮ ਦਾ ਵੀ ਭਲਾ ਕਰਾਂਗੇ, ਬਾਕੀਆਂ ਦਾ ਵੀ ਕਰਾਂਗੇ। ਤੇ ਗੋਲਡੀ ਭਾਈ ਦੀ ਵੀ ਗੱਲ, ਜਿਹੜੀ ਗੋਲਡੀ ਭਾਈ ਕਹਿੰਦੇ, ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਲਾ ਨੇ ਮੋਰਚਾ ਲਾਇਆ ਸੀ, ਆਪਾਂ ਬਹੁਤ ਲੋਕੀ ਲਿਮਿਟਡ ਤਰੀਕੇ ਨਾਲ ਵੇਖਦੇ ਨੇ, ਉਹ ਇਕੱਲਾ ਸਿੱਖਾਂ ਦਾ ਮੋਰਚਾ ਨਹੀਂ ਸੀ। ਇੱਕ ਵਾਰੀ ਫੈਡਰਲ ਢਾਂਚਾ ਇੱਥੇ ਆ ਜਾਏ, ਇਹ ਹਰ ਇੱਕ ਦਾ ਫਾਇਦਾ ਹੋਊਗਾ, ਇਹਦੇ ਵਿੱਚ ਬਹੁਤ ਗਿਣਤੀ ਦਾ ਵੀ ਫਾਇਦਾ ਹੋਊਗਾ, ਹਿੰਦੂਆਂ ਦਾ ਵੀ ਫਾਇਦਾ ਹੋਊਗਾ। ਫੈਡਰਲ ਢਾਂਚਾ ਵਧੀਆ ਹੀ ਆ, ਇੱਕ ਵਧੀਆ ਤਰੀਕਾ ਵੀ ਬਹੁਤਾਂਤ ਕੌਮਾਂ ਇੱਕ ਸਟੇਟ ਦੇ ਵਿੱਚ ਰਹਿ ਸਕਦੀਆਂ ਨੇ ਆਪਸ 'ਚ, ਚਲੋ ਵੀ ਪੀਸ ਤੇ ਹਾਰਮੋਨੀ ਦੇ ਨਾਲ। ਉਹ ਫੈਡਰਲ ਢਾਂਚੇ ਦੇ ਰਾਹੀਂ ਹੀ ਹੋ ਸਕਦਾ। ਜਿੰਨੇ ਚਿਰ ਯੂਨਿਟਰੀ ਸਿਸਟਮ ਆ, ਇੱਥੇ ਪ੍ਰੋਬਲਮਾਂ ਸਿੱਖਾਂ ਦੀਆਂ ਕਦੀ ਨਹੀਂ ਖਤਮ ਹੋਣੀਆਂ, ਨਾ ਪੰਜਾਬ ਦੀਆਂ। ਬਸ ਉਹੀ ਮੇਰੀ ਦਰਖਾਸਤ, ਸੰਵਿਧਾਨ ਪੜ੍ਹੋ, ਇਹਦੇ ਬਾਰੇ ਜਾਣੋ ਤੇ ਲੋਕਾਂ ਨੂੰ ਦੱਸੋ। ਧੰਨਵਾਦ, ਬਹੁਤ ਬਹੁਤ ਸਮਾਂ ਤੁਸੀਂ ਕੱਢਿਆ। ਤੇ ਮੇਰਾ ਦਿਲ ਦੀ ਇਹ ਹੈ ਵੀ ਸਾਰਿਆਂ ਤੇ, ਕਿਉਂਕਿ ਅੰਗਰੇਜ਼ੀ ਸਾਡੀ ਭਾਸ਼ਾ ਨਹੀਂ ਹੈ, ਸਾਡੀ ਪਹਿਲੀ ਭਾਸ਼ਾ ਪੰਜਾਬੀ ਆ, ਕੋਈ ਦਿਨ ਇਹ ਵੀ ਆਵੇ ਤੇ ਤੁਸੀਂ ਇਹਦਾ ਤਰਜਮਾ ਕਰਕੇ ਵੀ ਇਸ ਕਿਤਾਬ ਨੂੰ ਛਪਾਓ ਜੀ, ਇਹ ਵੀ ਮੈਂ ਬੇਨਤੀ ਕਰ। ਹਾਂਜੀ ਜ਼ਰੂਰ ਜੀ, ਉਹ ਕਰਾਂਗੇ ਆਪਾਂ ਥੋੜੇ ਚਿਰ ਦੇ ਵਿੱਚ। ਧੰਨਵਾਦ ਬਹੁਤ ਬਹੁਤ ਤੇ ਸ਼ੁਭ ਸ਼ਾਮਾਂ। ਥੈਂਕ ਯੂ। ਓਕੇ ਜੀ, ਥੈਂਕ ਯੂ।
ਸਿੰਘ ਜੀ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕਿਤਾਬ ਜੀਵੀ ਸਿੰਘ ਉਹਨਾਂ ਨੇ ਰਲ ਕੇ ਲਿਖੀ ਹੈ ਇੰਡੀਅਨ ਕਨਸਟੀਟਿਊਸ਼ਨ ਆਫ ਇੰਡੀਆ ਸਿੰਪਲੀਫਾਈਡ ਤੇ ਉਹ ਜਿਹੜੀ ਕਿਤਾਬ ਆ ਤੁਸੀਂ Amazon ਤੋਂ ਮੰਗਾ ਸਕਦੇ ਹੋ। ਉਹਨਾਂ ਨੂੰ ਮੈਂ ਸਵਾਲ ਤੁਹਾਡੇ ਸਾਰਿਆਂ ਦੇ ਰਲ ਕੇ ਪੁੱਛੇ ਨੇ ਵੀ ਕੀ ਕੀ ਹੱਕ ਨੇ ਕੀ ਕੀ ਉਸ ਦੇਸ਼ ਦੇ ਵਿੱਚ ਕਾਨੂੰਨ ਨੇ ਲੀਸਟ ਤੁਹਾਨੂੰ ਪਤਾ ਹੋਵੇ। ਵਪਾਰਕ ਸੰਦੇਸ਼ ਮੁੜ ਕੇ ਆਉਣਾ ਜੀ। ਅਨਮੋਲ ਸਿੰਘ ਉਹਨਾਂ ਦੀ ਗੱਲਬਾਤ ਤੁਸੀਂ ਸੁਣੀਏ ਕਿ ਸਾਨੂੰ ਕਲੀਅਰ ਹੋਵੇ ਜਿਹੜੇ ਬਾਹਰ ਬੈਠੇ ਕੁਝ ਤਵੱਕੋਂ ਲਾਉਂਦੇ ਆ ਉੱਥੇ ਇਹ ਹੁੰਦਾ ਉੱਥੇ ਆਹ ਹੁੰਦਾ ਉੱਥੇ ਕੀ ਹੁੰਦਾ ਤੇ ਉਹਦੇ ਕਾਰਨ ਕੀ ਨੇ ਤੇ ਉਹਨਾਂ ਦਾ ਬੇਸ ਕੀ ਹੈ। ਇਹ ਮੈਂ ਕੋਸ਼ਿਸ਼ ਕੀਤੀ ਹੈ। ਸਾਨੂੰ ਜਿਹੜੀ ਇਹ ਬਹੁਤ ਜ਼ੋਰ ਪਾ ਕੇ ਕਿਹਾ ਜਾ ਰਿਹਾ ਨਾ ਵੀ ਸੈਂਟਰ ਦਾ ਹੱਕ ਸੀ ਪੰਜਾਬ ਦੀ ਖੇਤੀ ਤੇ ਨਾ ਸੌਰੀ ਸਟੇਟ ਦਾ ਤੇ ਉਹਨਾਂ ਨੇ ਕਿਵੇਂ ਕਰ ਦਿੱਤਾ ਉਹ ਬਹੁਤ ਵੱਡੀ ਗੱਲ ਜਿਹੜੀ ਹੈ ਇਹ ਤੁਸੀਂ ਸਮਝ ਲਈ ਹੁਣ ਬਈ ਕੀ ਸੀ ਅਸਲ ਗੱਲ। ਅਨਮੋਲ ਸਿੰਘ ਉਹਨਾਂ ਦੀ ਜਿਹੜੀ ਸੋਚਣ ਵਾਲੀ ਉਹ ਇਹ ਹੈ ਵੀ ਰਾਜ ਦੇ ਹੱਕਾਂ ਨੂੰ ਜਦ ਮਰਜ਼ੀ ਉਹ ਗਵਰਨਰ ਰਾਜ ਦੇ ਕੋਲ ਜਿਹੜੀ ਪਾਵਰਾਂ ਨੂੰ ਖਤਮ ਕਰਕੇ ਉਹ ਆਪਣਾ ਡਿਸੀਜਨ ਲੈ ਸਕਦੇ। ਇੱਕ ਇਹ ਹੋ ਗਈ। ਉਹਦੇ ਬਾਅਦ ਬੋਲਣ ਦਾ ਹੱਕ ਹੈ ਪਰ ਜਦ ਲੱਗੇ ਦੇਸ਼ ਦੀ ਅਖੰਡਤਾ ਨੂੰ ਖਤਰਾ ਬੋਲਣ ਦਾ ਹੱਕ ਤੁਹਾਡਾ ਖਤਮ। ਤੋ ਇਸ ਦੇ ਨਾਲ ਇਹ ਮੱਦਾਂ ਨੇ ਦਿੱਤੀਆਂ ਹੋਈਆਂ ਉਹਨਾਂ ਨੇ ਸਾਰੀਆਂ ਚੀਜ਼ਾਂ। ਸਭ ਤੋਂ ਵੱਡੀ ਗੱਲ ਰਾਜ ਦਾ ਜਿਹੜਾ ਮੁੱਖ ਮੰਤਰੀ ਨਹੀਂ ਹੈ ਇਹਨੂੰ ਸਮਝ ਲਿਓ ਗੱਲ ਉਹ ਚੱਲੀ ਜਾ ਰਿਹਾ ਕੰਮ ਹੈ। ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਹੁਣ ਗਵਰਨਰ ਇਹ ਦਖਲਅੰਦਾਜ਼ੀ ਕਰਦਾ ਪਰ ਉਹਨਾਂ ਕੋਲ ਸੰਵਿਧਾਨ ਦੇ ਵਿੱਚ ਮੁੱਖ ਮੰਤਰੀ ਦੀ ਕੋਈ ਵੀ ਗੱਲ ਪਲਟ ਕੇ ਉਹ ਮੁੱਖ ਮੰਤਰੀ ਤੋਂ ਸ਼ਕਤੀ ਵਾਪਸ ਲੈ ਕੇ ਗਵਰਨਰ ਆਪਣਾ ਰੂਲ ਕਰ ਸਕਦਾ। ਇੱਕ ਛੋਟਾ ਜਿਹਾ ਬ੍ਰੇਕ ਹੋ ਰਹਿ ਗਿਆ ਜੀ ਉਹਨੂੰ ਦੇ ਕੇ ਤੇ ਅਖੀਰ ਚ ਕਮਰ ਗਰੇਵਾਲ ਦਾ ਗੀਤ ਤੁਹਾਡੇ ਸਨਮੁਖ ਹੋਏਗਾ। ਇੱਥੇ ਇਜਾਜ਼ਤ ਦਿਓ ਕੱਲ ਫੇਰ 12 ਵਜੇ ਲੋਕ ਸੱਚ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਰੱਬ ਰੱਖਾ।